ਸਾਰੀ ਇਸ ਦੀ ਮੁਸੀਬਤ ਦੀ ਜੜ 1793 ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਲਾਰਡ ਕਾਰਨਵਾਲਿਸ ਨੇ ਇੱਥੇ ਪਰਮਾਨੈਂਟ ਸੈਟਲਮੈਂਟ ਕੀਤੀਆਂ, ਜਿਹੜੇ ਫਸਟ ਲੈਂਡ ਫਾਰਮ ਤੁਸੀਂ ਕਹਿ ਸਕਦੇ ਆ। ਕਿਉਂਕਿ ਉਹਨਾਂ ਨੂੰ ਸਮਝ ਨਹੀਂ ਸੀ ਪੈਂਦੀ ਅੰਗਰੇਜ਼ਾਂ ਨੂੰ ਕਿ ਸਾਡੇ ਤੇ ਹਰ ਇੰਚ ਉੱਥੇ ਨਾਪਿਆ ਹੋਇਆ। ਉਹਨਾਂ ਨੇ ਉਦੋਂ ਪਹਿਲਾਂ ਐਨਕਲੋਜ਼ਰ ਮੂਵਮੈਂਟ ਕਰ ਚੁੱਕੇ ਸੀ। ਹਾਂਜੀ, ਉਹਦੇ ਤੋਂ ਪਹਿਲਾਂ ਆਪਣੇ ਤੌਰ ਤੇ ਬਹੁਤ ਲੋਕਾਂ ਨੂੰ, ਕਿਸਾਨਾਂ ਨੂੰ, ਜਿਨ੍ਹਾਂ ਨੂੰ ਉਹ ਸਰਫ ਕਹਿੰਦੇ ਸੀ ਜਾਂ ਟੈਨੈਂਟ ਕਹਿੰਦੇ, ਜਿਨ੍ਹਾਂ ਨੂੰ ਅਸੀਂ ਆਪਣੇ ਮਜ਼ਾਰੇ ਕਹਿੰਦੇ ਆ, ਉਹਨਾਂ ਦਾ ਸਟੇਟਸ ਥੋੜਾ ਅਲੱਗ ਹੁੰਦਾ ਸਰਫ ਦਾ। ਤਾਂ ਉਹਨਾਂ ਨੂੰ ਉਜਾੜ ਕੇ, ਉਹਨਾਂ ਨੇ ਚੰਗੀ ਭਲੀ ਖੇਤੀ ਨੂੰ ਉਜਾੜ ਕੇ ਤੇ ਉੱਥੇ ਉਹਨਾਂ ਨੇ ਚਰਾਂਦਾਂ ਬਣਾ ਲਈਆਂ ਸੀਗੀਆਂ ਭੇਡਾਂ ਚਾਰਨ ਲਈ। ਕਾਰਨ ਇਹ ਸੀਗਾ 17ਵੀਂ ਸਦੀ ਦਾ ਕਿ ਉਦੋਂ ਵੂਲ ਦੀ ਬਹੁਤ ਮੰਗ ਵੱਧ ਗਈ ਤੇ ਜਿਹੜਾ ਵੀ ਕੈਪੀਟਲਿਸਟ ਆ ਉਸਨੂੰ ਕੁਛ ਨਹੀਂ ਲੈਣਾ ਦੇਣਾ ਕਿ ਲੋਕਾਂ ਨਾਲ ਕੀ ਹੁੰਦਾ, ਲੋਕ ਉੱਜੜ ਗਏ ਆ, ਮਰ ਗਏ ਆ, ਕਿਆ ਬਣਿਆ। 18ਵੀਂ ਸਦੀ ਤੱਕ ਤੇ ਇਹ ਬਹੁਤ ਵੱਡੇ ਪੱਧਰ ਤੇ ਇਹ ਸਾਰੀ ਮੂਵਮੈਂਟ, ਜਾਣੀ ਉਹਨਾਂ ਨੂੰ ਪਿੰਡਾਂ ਤੋਂ ਕੱਢ ਹੀ ਦਿੱਤਾ ਸੀ, ਜਿਨ੍ਹਾਂ ਨੂੰ ਤੁਸੀਂ, ਜੇ ਅਸੀਂ ਆਪਣੀ ਭਾਸ਼ਾ 'ਚ ਕਹੀਏ, ਇੱਥੇ ਦੇ ਜੱਟ ਕਹਿ ਲਈਏ ਜਾਂ ਹੋਰ ਜ਼ਮੀਂਦਾਰ ਕਹਿ ਲਈਏ, ਤੇ ਉੱਥੇ ਦੀ ਭਾਸ਼ਾ 'ਚ ਉਹ ਸਰਫ ਉਹਨਾਂ ਨੂੰ ਕਹਿੰਦੇ ਸੀ। ਹਾਲਾਤ ਇੰਨੇ ਸੀਗੇ ਕਿ ਹੋਰਡਸ ਆਫ ਪੀਪਲ ਜਿਹੜੇ ਲੰਡਨ 'ਚ ਆਉਂਦੇ ਸੀਗੇ ਤੇ ਉੱਥੇ ਕੰਮ ਕਿਸੇ ਨੂੰ ਮਿਲਦਾ ਸੀ, ਕਿਸੇ ਨੂੰ ਨਹੀਂ ਸੀ ਮਿਲਦਾ। ਬਹੁਤ ਹੀ ਤਕਲੀਫਾਂ ਭਰਿਆ ਜੀਵਨ ਜਿਹੜੀ ਸ਼ੁਰੂ 'ਚ ਅਰਬਨਾਈਜੇਸ਼ਨ ਉਹਨਾਂ ਦੀ ਹੋਈ ਆ, ਉਹਨਾਂ ਨੇ ਕੱਟਿਆ। ਤੇ ਤੁਹਾਨੂੰ ਪਤਾ ਹੀ ਆ, ਮੈਂ ਉਹ ਫਿਰ ਉੱਥੇ ਬੜੀਆਂ ਬੜੀਆਂ ਮੂਵਮੈਂਟਾਂ ਚੱਲੀਆਂ, ਜਿਨ੍ਹਾਂ ਨੂੰ ਲੁਡਾਈਟਸ ਮੂਵਮੈਂਟ ਸੀਗੀ, ਜਿਹਦੇ 'ਚ ਉਹ ਰਾਜਨੀਤਿਕ ਹੱਕਾਂ ਦੀ ਗੱਲ ਕਰਦੇ ਆ। ਇਹ ਮੈਂ ਗੱਲ ਕਰ ਰਿਹਾ ਹਾਂ ਫਸਟ ਹਾਫ ਆਫ 19th ਸੈਂਚੁਰੀ ਦੀ। ਤਾਂ ਉਹਦੇ 'ਚ ਫਿਰ ਓਵਨਾਈਟ, ਜਿਨ੍ਹਾਂ ਨੇ ਕੋਆਪਰੇਟ, ਰਾਬਰਟ ਓਵਨ ਸੀਗਾ, ਜਿਹਨੇ ਕਿਹਾ ਕਿ ਕੋਆਪਰੇਟਿਵਸ ਬਣਾਵਾਂਗੇ, ਉਹ ਮੂਵਮੈਂਟ ਚੱਲੀ। ਫਿਰ ਵਿੰਡ ਮਿਲ ਨੂੰ ਮਸ਼ੀਨ ਰੈਕਿੰਗ ਦੀ ਵੀ ਉੱਥੇ ਚੱਲੀ ਕਿ ਜਿਹੜੀ ਵਿੰਡ ਮਿਲ ਆ, ਜਿਹੜੀ ਟੈਕਨੋਲੋਜੀ ਹੈ, ਇਹ ਸਾਡੇ ਜੀਵਨ ਨੂੰ ਤਬਾਹ ਕਰ ਰਹੀ ਹੈ। ਟੈਕਨੋਲੋਜੀ ਨੂੰ ਤੋੜੋ, ਵਿੰਡ ਮਿਲ ਨੂੰ ਤੋੜੋ। ਜਦੋਂ ਹੱਥ ਨਾਲ ਕੰਮ ਚੱਲਦਾ ਸੀ ਤੇ ਸਾਨੂੰ ਕੰਮ ਮਿਲਿਆ ਹੋਇਆ ਸੀ। ਮੈਂ ਕਿਉਂ ਥੋੜਾ ਜਿਹਾ ਬੈਕਗਰਾਉਂਡ ਉਸ ਵਿੱਚ ਵੀ ਚਲਾ ਗਿਆ ਕਿ ਅੰਗਰੇਜ਼ ਪਹਿਲਾਂ ਇਹ ਸਾਰੀ ਗੱਲ ਉੱਥੇ ਕਰਨ ਤੋਂ ਬਾਅਦ ਸਾਡੇ ਇੱਥੇ ਆ ਕੇ ਤੇ ਉਹੋ ਹੀ ਕੰਮ ਉਹਨਾਂ ਨੇ ਇੱਥੇ ਸ਼ੁਰੂ ਕੀਤਾ। ਇਹ ਉੱਥੇ ਤੇ ਕਾਮਯਾਬ ਇਸ ਕਰਕੇ ਹੋ ਗਏ ਕਿ ਵੱਡੀ ਅੰਪਾਇਰ ਸੀ ਔਰ ਬਾਹਰੋਂ ਪੈਸਾ, ਇਧਰੋਂ ਪੈਸਾ, ਲੁੱਟ ਖੋਹ ਸਾਰੀ ਦੁਨੀਆ ਚੋਂ ਕਰਕੇ ਇੰਗਲੈਂਡ 'ਚ ਲਾਤਾ। ਤੇ ਉਹਨਾਂ ਨੇ ਆਪਣੀ ਇੰਡਸਟਰੀਅਲ ਰੈਵੋਲੂਸ਼ਨ, ਜਿਹੜਾ 18th ਸੈਂਚੁਰੀ ਦੇ ਲਾਸਟ ਕੁਆਟਰ ਵਿੱਚ ਚੱਲਿਆ, ਉਹ ਕਾਮਯਾਬ ਕਰ ਲਿਆ। ਤੇ ਜਾਣੀ ਫਿਰ ਇੰਜ ਕਹਿ ਲਓ ਕਿ ਇੰਗਲੈਂਡ ਨੂੰ ਵਰਕਸ਼ਾਪ ਆਫ ਦਾ ਵਰਲਡ, ਦੁਨੀਆ ਦੀ ਇੱਕ ਵਰਕਸ਼ਾਪ ਵਾਂਗੂ ਖਿਤਾਬ ਮਿਲ ਗਿਆ। ਮਿਲਣਾ ਹੀ ਸੀਗਾ, ਪੈਸਾ ਬਹੁਤ ਸੀਗਾ। ਸਾਡੇ ਜਦੋਂ ਇਹ ਆਏ ਸਾਰੇ ਲਾਰਡ ਵੱਖ-ਵੱਖ ਈਸਟ ਇੰਡੀਆ ਕੰਪਨੀ, ਤੇ ਜਿਹੜਾ ਸਾਡੇ ਉਦੋਂ ਤੱਕ ਜ਼ਮੀਨ ਦੇ ਵਿੱਚ ਡਿਫਰੈਂਟ ਰਾਈਟ ਸੀਗੇ, ਲੋਕਾਂ ਦੇ ਅਧਿਕਾਰ ਸੀਗੇ, ਪਰ ਉਹ ਕਿਸੇ ਦੇ ਇਸ ਤਰੀਕੇ ਦੇ ਨਾਲ ਪ੍ਰਾਈਵੇਟ ਪ੍ਰਾਪਰਟੀ ਨਹੀਂ ਸੀ, ਨਿੱਜੀ ਜਾਇਦਾਦ ਨਹੀਂ ਸੀ ਜ਼ਮੀਨ, ਜਿਹਨੂੰ ਵੇਚਿਆ ਜਾਏ, ਖਰੀਦਿਆ ਜਾਏ, ਇਹੋ ਜਿਹਾ ਕੰਮ ਨਹੀਂ ਸੀ। ਤੁਸੀਂ ਵਾਹ ਸਕਦੇ ਆ, ਅਲੱਗ-ਅਲੱਗ ਰਾਈਟ ਆ, ਕੋਈ ਮਾਰੂਸੀ ਟੈਨੈਂਟ ਹੋਣਗੇ, ਕੋਈ ਗੈਰ ਮਾਰੂਸੀ ਹੋਣਗੇ, ਕੁਛ ਹੋਰ ਉੱਪਰ ਦੇ ਜ਼ਮੀਂਦਾਰ ਹੋਣਗੇ ਜਿਨ੍ਹਾਂ ਨੂੰ ਅਲਾਟ ਕੀਤੇ ਹੋਣਗੇ ਕੁਝ ਪਿੰਡ। ਇਸ ਕਿਸਮ ਦੀ ਹਾਇਰਾਰਕੀ ਤਾਂ ਸੀਗੀ ਮੁਗਲਾਂ ਦੇ ਵੇਲੇ, ਪਰ ਇਹ ਨਹੀਂ ਸੀ ਕਿ ਜ਼ਮੀਨ ਨੂੰ ਤੁਸੀਂ ਜਿਹੜਾ ਮਰਜ਼ੀ ਵੇਚ ਲਏ, ਵੱਟ ਲਏ, ਕਦੀ ਸੜਕਾਂ ਕੱਢ ਦਿਓ, ਕਦੀ ਫੈਕਟਰੀਆਂ ਬਣਾ ਦਿਓ, ਕਦੀ ਸ਼ਹਿਰ ਬਣਾ ਦਿਓ। ਇਸ ਕਿਸਮ ਦਾ ਕੋਈ ਬਹੁਤਾ ਵੇਚਣ ਬਚਾਉਣ ਦਾ, ਜ਼ਮੀਨ ਐਜ਼ ਏ ਪ੍ਰਾਈਵੇਟ ਪ੍ਰਾਪਰਟੀ ਦਾ ਕਨਸੈਪਟ ਹੀ ਨਹੀਂ ਸੀ ਸਾਡੇ। ਉਦੋਂ ਤੋਂ ਚੱਲਦਿਆਂ ਦੇਖ ਲਓ ਫਿਰ ਕਿਹੜੀ ਸਾਡੀ ਕਿਸਾਨੀ ਨੇ ਕੀ ਕੁਛ ਨਹੀਂ ਹੰਢਾਇਆ। ਮਿਡਲ 19th ਸੈਂਚੁਰੀ 'ਚ ਆਉਂਦਿਆਂ ਹਾਲਤ ਇਹ ਹੋ ਗਈ ਸੀ ਕਿ ਕਿਸਾਨੀ ਦੇ ਉੱਤੇ ਕਰਜ਼ੇ ਇੰਨੇ ਜ਼ਿਆਦਾ ਕਰਤੇ ਸੀ, ਉਹ ਅੱਜ ਵਾਂਗੂ ਹੀ ਸੀ। ਉਦੋਂ ਸ਼ਾਹੂਕਾਰ ਪਿੰਡਾਂ 'ਚ ਚਲੇ ਗਏ। ਮਾਲੀਆ ਜਿਹੜਾ ਹਰ ਹਾਲਤ ਫਿਕਸ ਕਰਤਾ ਅੰਗਰੇਜ਼ਾਂ ਨੇ। ਮਾਲੀਆ ਫਿਕਸ ਕਰਨ ਦੇ ਨਾਲ ਹੋਇਆ ਕਿ ਕਦੀ ਫਸਲ ਕਿਸਾਨ ਦੀ ਹੁੰਦੀ ਆ, ਕਦੀ ਨਹੀਂ ਹੁੰਦੀ। ਤੇ ਉਹਦੇ ਚੋਂ ਜਦੋਂ ਫਸਲ ਨਹੀਂ ਸੀ ਹੁੰਦੀ ਤੇ ਉਹ ਤੇ ਕਹਿੰਦੇ ਸੀ ਕਿ ਅਸੀਂ ਤੁਹਾਡੇ ਤੋਂ ਜਿਹੜਾ ਮਾਲੀਆ ਤੇ ਲੈਣਾ ਹੀ ਲੈਣਾ, ਨਹੀਂ ਤੇ ਤੁਹਾਡੀ ਜ਼ਮੀਨ ਔਕਸ਼ਨ ਹੋਊਗੀ। ਉਹ ਭੱਜ ਕੇ ਫਿਰ ਕਹਿੰਦਾ ਸੀ ਯਾਰ ਮੇਰੀ ਫਸਲ ਮਰ ਗਈ ਐਤਕੀ, ਤੇ ਮੈਨੂੰ ਕਿਸੇ ਸ਼ਾਹੂਕਾਰ ਤੋਂ ਪੈਸਾ ਲੈ ਲਓ। ਸ਼ਾਹੂਕਾਰ ਤੋਂ ਪੈਸਾ ਲੈ ਕੇ ਸਰਕਾਰੀ ਖਜ਼ਾਨੇ 'ਚ ਜਿਹੜਾ ਮਾਲੀਆ ਸੀ ਉਹ ਜਮ੍ਹਾਂ ਕਰਾਉਂਦਾ ਸੀ। ਉਹ ਫਿਰ ਆਪਣਾ, ਕਿਉਂਕਿ ਅਨਪੜ੍ਹ ਲੋਕ ਸੀ, ਕੁਝ ਕੀ ਸਾਲਾਂ 'ਚ ਉਹਨਾਂ ਨੇ ਦੇਖਿਆ ਕਿ 30, 35, 40 ਸਾਲਾਂ ਦੇ ਅੰਦਰ ਅੰਦਰ ਵੱਡਾ ਹਿੱਸਾ ਜ਼ਮੀਨਾਂ ਦਾ ਸ਼ਾਹੂਕਾਰਾਂ ਕੋਲ ਚਲਾ ਗਿਆ, ਜਿਹੜੇ ਉਹਨਾਂ ਦੀ ਮਾਲਕੀ ਬਣ ਗਏ। ਉਹ ਮਾਲਕ ਬਣ ਗਏ, ਸੁਪੀਰੀਅਰ ਓਨਰ ਬਣ ਗਏ।
ਪਰ ਉਹਨਾਂ ਹੀ ਕਿਸਾਨਾਂ ਨੂੰ ਜਿਹੜੇ ਪਹਿਲਾਂ ਮਾਲਕ ਸੀਗੇ ਉਹਨਾਂ ਨੂੰ ਉਹਦੇ ਤੇ ਉਹਨਾਂ ਨੇ ਟੈਨੈਂਟ ਰੱਖਿਆ। ਹਾਂਜੀ, ਉਹ ਉਹਦੇ ਤੇ ਮਜਾਰੇ ਬਣ ਗਏ, ਉਹਨਾਂ ਤੋਂ ਜ਼ਮੀਨਾਂ ਖੁੱਸ ਗਈਆਂ। ਇਹ ਇੰਨੇ ਵੱਡੇ ਪੱਧਰ ਤੇ ਹੋਇਆ ਸੀਗਾ ਕਿ ਫਿਰ ਉਹਨਾਂ ਨੂੰ ਟੈਨੈਂਟ ਨੂੰ ਪ੍ਰੋਟੈਕਟ ਕਰਨ ਲਈ ਟੈਨੈਂਸ ਪ੍ਰੋਟੈਕਸ਼ਨ ਐਕਟ ਜਿਹੜੇ ਆ ਮਿਡਲ 19th ਸੈਂਚੁਰੀ ਚ ਲਿਆਉਣੇ ਪਏ। ਜ਼ਮੀਨਾਂ ਨੂੰ ਜ਼ਮੀਂਦਾਰਾਂ ਤੋਂ ਨਾ ਨਿਕਲਣ ਤੇ ਜਿਹੜਾ ਲੈਂਡ ਦਾ ਐਕਟ 1900 ਦੇ ਵਿੱਚ ਹੀ ਆਇਆ ਸੀਗਾ ਕਿ ਇਹ ਲੈਂਡ ਐਲੀਨੇਸ਼ਨ ਐਕਟ ਉਹਨੂੰ ਕਹਿੰਦੇ ਆ, ਬੜਾ ਮਸ਼ਹੂਰ ਹੈਗਾ ਕਿ ਜਿਹੜਾ ਕੋਈ ਵੀ ਬੰਦਾ ਜਿੰਨੇ ਮਰਜ਼ੀ ਕੋਈ ਕਰਜ਼ਾ ਕਿਸੇ ਦਾ ਹੋਵੇ ਪਰ ਜਿਹੜਾ ਖੇਤੀ ਨਹੀਂ ਕਰਦਾ ਉਸ ਨੂੰ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦਾ ਕੋਈ ਹੱਕ ਨਹੀਂ। ਮੈਂ ਇਹ ਬੈਕਗਰਾਉਂਡ ਕਿਉਂ ਕਹਿ ਰਿਹਾ ਕਿ ਅੱਜ ਦੇ ਕਾਨੂੰਨਾਂ ਦਾ ਰੌਲਾ ਲਫੜਾ ਸਾਰਾ ਫਿਰ ਉਸੇ ਤਰ੍ਹਾਂ ਦਾ ਹੀ ਬਿਲਕੁਲ ਪਿਆ ਜਿਹੜਾ ਅਸੀਂ ਇੱਕ ਵਾਰੀ ਸਾਰਾ ਸੰਤਾਪ ਹੰਢਾ ਚੁੱਕੇ ਹਾਂ। ਉਦੋਂ ਕਿਸਾਨੀ ਮੈਂ ਅਰਜ਼ ਕਰਦਾ ਕਿ ਤਾਂ ਬਚੀ ਸੀ। ਇੱਕ ਵਾਰੀ ਤੁਹਾਨੂੰ ਸਰ ਛੋਟੂ ਰਾਮ ਜਿਹਨੂੰ ਆਪਣਾ ਗੁਰੂ ਮੰਨਦੇ ਆ, ਜਿਹਦੇ ਹੁਣ ਜਗ੍ਹਾ ਜਗ੍ਹਾ ਦਿੱਲੀ ਚ ਫਲੈਕਸਾਂ ਦੇ ਉਹਨਾਂ ਦੇ ਪੋਸਟਰ ਲੱਗੇ ਆ। ਇੱਕ ਪਾਸੇ ਭਗਤ ਸਿੰਘ ਆ ਹਰਿਆਣੇ ਵਾਲੇ ਜਿਹੜੇ ਸਾਡੇ ਜਾਟ ਭਾਈ ਹੈਗੇ, ਤੇ ਦੂਜੇ ਪਾਸੇ ਉਹਨਾਂ ਨੇ ਸਰ ਛੋਟੂ ਰਾਮ ਜਿਹਨੂੰ ਉਹ ਬਹੁਤ ਹੀ ਸਤਿਕਾਰ ਕਰਦੇ ਕਿਉਂਕਿ ਉਹਨੇ ਆ ਕੇ ਜਦੋਂ ਯੂਨੀਅਨਿਸਟ ਗਵਰਨਮੈਂਟ ਇੱਥੇ ਬਣੀ ਤੇ ਆ ਕੇ ਕਰਜ਼ਿਆਂ ਤੋਂ ਸਾਰਿਆਂ ਤੇ ਲੀਕ ਫੇਰ ਦਿੱਤੀ ਤੇ ਬਹੁਤ ਹੀ ਕਿਸਾਨੀ ਨੂੰ ਰਾਹਤ ਦਿੱਤੀ। ਅਸੀਂ ਜਾਣੀ ਜੋ 17-72 ਸਾਲਾਂ ਬਾਅਦ ਇੱਕ ਨਵਾਂ ਕੰਮ ਮੈਂ ਬਰੀਫ ਦੇ ਵਿੱਚ ਜਿਹੜਾ ਕਿ ਉਹ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ। ਵੱਡੇ ਪੱਧਰ ਤੇ ਐਗਜ਼ੋਡਸ ਹੋਊਗੀ, ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਊਗਾ। ਇਸ ਕਿਸਮ ਦਾ ਸਾਰਾ ਇੱਕ ਦੁਬਾਰਾ ਜਿਹੜੇ ਇਹ 3 ਕਾਨੂੰਨ ਆਏ ਆ ਉਹਨਾਂ ਵੱਲੋਂ ਇਹ ਸ਼ੁਰੂਆਤ ਹੈ, ਇਹ ਗੱਲ ਕਹਿਣੀ ਚਾਹੀਦੀ ਹੈ। 3 ਕਾਨੂੰਨ ਕੀ ਆ, ਮੈਂ ਉਹਦੇ ਬਾਰੇ ਬਹੁਤਾ ਨਹੀਂ ਕਹਿਣਾ। ਬੇਸਿਕਲੀ 3 ਕਾਨੂੰਨਾਂ ਦੀ ਸਪਿਰਿਟ ਜਿਹੜੀ ਓਵਰਆਲ ਜਿਹੜੀ ਜੇ ਦੇਖਿਆ ਜਾਏ, ਇੱਕ ਦੇ ਵਿੱਚ ਤੇ ਇਹ ਹੈ ਕਿ ਜਿਹੜਾ ਸਟੇਟਾਂ ਦਾ ਮੰਡੀ ਦਾ ਢਾਂਚਾ ਆ ਉਸ ਨੂੰ ਤਬਾਹ ਕਰਕੇ ਪਹਿਲਾਂ ਕਾਂਗਰਸ ਨੇ ਹੌਲੀ ਹੌਲੀ ਪ੍ਰਾਈਵੇਟ ਮੰਡੀਆਂ ਨੂੰ ਅਲਾਓ ਕਰਤਾ ਸੀਗਾ। ਮੋਦੀ ਜੀ ਨੇ ਕਿਉਂਕਿ ਉਹਨਾਂ ਦੇ ਕੋਲ ਵੱਡੇ ਵੱਡੇ ਬੰਦੇ ਬੜੇ ਤਕੜੇ ਹੈਗੀਆਂ, ਵੱਡੀਆਂ ਤੋਪਾਂ ਹੈਗੀਆਂ, ਉਹ ਉਹਨਾਂ ਨੂੰ ਨਾਲ ਲੈ ਕੇ ਤੇ ਜਿਹੜਾ ਹੌਲੀ ਹੌਲੀ ਫੁਰ ਕਰਕੇ ਕੰਮ ਚੱਲਦਾ ਸੀ ਉਹਨਾਂ ਨੇ ਜਾਣੀ ਜਿਹਨੂੰ ਕਹਿੰਦੇ ਆ ਬੁਲੇਟ ਟ੍ਰੇਨ ਦੀ ਸਪੀਡ ਤੇ ਗੱਡੇ ਤੋਂ ਚੱਕ ਕੇ ਬੁਲੇਟ ਟ੍ਰੇਨ ਦੀ ਸਪੀਡ ਦੇ ਉੱਤੇ ਉਹ ਸੋ ਕਾਲਡ ਰਿਫਾਰਮ ਜਿਹਨੂੰ ਕਹਿੰਦੇ, ਇਹਦਾ ਨਾਂ ਲਿਆ ਜਾਂਦਾ ਰਿਫਾਰਮ, ਬੜਾ ਰਿਸਪੈਕਟੇਬਲ ਨਾਂ ਲੱਭ ਕੇ ਜਿਹੜੀ ਮਾਰਕੀਟ ਇਕੋਨਮੀ ਆ ਉਹ ਲਿਆਉਂਦੀ ਹੈ। ਤੇ ਰਿਫਾਰਮ ਹਰ ਕੋਈ ਚਾਹੁੰਦਾ, ਤਬਦੀਲੀ ਕੌਣ ਨਹੀਂ ਚਾਹੁੰਦਾ, ਤੇ ਉਹਨੂੰ ਇਹੋ ਹੀ ਕਹਿੰਦੇ ਆ ਕਿ ਅਸੀਂ ਮਾਰਕੀਟ ਰਿਫਾਰਮ ਕਰ ਰਹੇ ਹਾਂ। ਮਾਰਕੀਟ ਆਊਗੀ ਤੇ ਉਹਦਾ ਮੰਤਰ ਇਹੋ ਜਿਹੀ ਬੀਨ ਵਜਾਉਂਦੇ ਆ ਕਿ ਉਹਦੇ ਨਾਲ ਤੇ ਸਾਰੇ ਵਾਰੇ ਨਿਆਰੇ ਹੋ ਜਾਣਗੇ, ਤੁਹਾਨੂੰ ਤੇ ਪਤਾ ਹੀ ਨਹੀਂ, ਤੁਸੀਂ ਤੇ ਦੱਬੇ ਪਏ ਆ। ਉਹ ਕਹਿੰਦੇ ਤੁਸੀਂ ਤੇ ਸਰਕਾਰ ਤੇ ਡਿਪੈਂਡੈਂਟ ਆ। ਅਸਲੀਅਤ ਇਹ ਹੈ ਕਿ ਹਰ ਪਬਲਿਕ ਸੈਕਟਰ ਦੇ ਉੱਤੋਂ ਜਿੱਥੇ ਵੀ ਲੋਕਾਂ ਨੂੰ ਰਾਹਤ ਮਿਲਦੀ ਆ ਉਸ ਤੋਂ ਪਿਛਾਂਹ ਹੱਥ ਖਿੱਚ ਕੇ ਸਰਕਾਰ, ਕਿਉਂਕਿ ਉੱਥੇ ਬਹੁਤ ਸਾਰਾ ਸਰਕਾਰ ਨੂੰ ਆਪਣਾ ਬਜਟ ਚੋਂ ਹਿੱਸਾ ਕਈ ਵਾਰੀ ਦੇਣਾ ਵੀ ਪੈਂਦਾ। ਬਹੁਤ ਸਾਰੇ ਪਬਲਿਕ ਸੈਕਟਰ ਜਿਹੜੇ ਐਕਚੁਅਲੀ ਪ੍ਰੋਫਿਟ ਚ ਉਹਨਾਂ ਨੂੰ ਵੀ ਵੇਚਣਾ ਸ਼ੁਰੂ ਕਰਤਾ, ਉਹ ਕਿ ਸਾਰਿਆਂ ਦੀ ਸਮਝ ਤੋਂ ਬਾਹਰ ਹੈਗੇ ਆ। ਜਿਹੜੇ ਘਾਟੇ ਬੰਦੇ ਸੋ ਕਾਲਡ ਆ ਉਹ ਵੀ ਜਾਣਬੁੱਝ ਕੇ ਘਾਟੇ ਚ ਕੀਤੇ ਜਾਂਦੇ ਆ, ਫਿਰ ਉਹਨਾਂ ਨੂੰ ਹੌਲੀ ਹੌਲੀ ਇੱਕ ਮਾਰਕੀਟ ਦੇ ਵਿੱਚ ਆਕਸ਼ਨ ਕਰਕੇ ਵੇਚਦਾ ਜਾਂਦਾ। ਆ ਹੁਣ ਦੀ ਕੱਲ ਦੀ ਰਿਪੋਰਟ, ਮੈਂ ਤੇ ਹੈਰਾਨ ਰਹਿ ਗਿਆ, ਕੱਲ ਜਾਂ ਪਰਸੋਂ ਦੀ ਰਿਪੋਰਟ ਹੈਗੀ ਆ, ਅਡਾਨੀ ਨੂੰ 6 ਏਅਰਪੋਰਟ ਫਾਈਨੈਂਸ ਮਿਨਿਸਟਰੀ ਦੇ ਆਬਜੈਕਸ਼ਨ ਦੇ ਬਾਵਜੂਦ ਵੀ ਅਡਾਨੀ ਨੂੰ 6 ਏਅਰਪੋਰਟ ਜਿਹੜੇ ਆ ਇਕੱਠੇ ਹੀ ਠੇਕਾ ਦੇ ਦਿੱਤਾ। ਏਡੇ ਵੱਡੇ ਪੱਧਰ ਤੇ ਜਾਣੀ ਬੁਲੇਟ ਟ੍ਰੇਨ ਵਾਂਗੂ ਕਬਜ਼ਿਆਂ ਦੀ ਦੌੜ ਚੱਲ ਗਈ ਆ ਕਿ ਸਾਰੇ ਦੇਸ਼ ਦੇ ਉੱਤੇ ਕਬਜ਼ਾ ਕਿਵੇਂ ਕਰਨਾ। ਉਹਦੇ 'ਚ ਜ਼ਮੀਨਾਂ ਵੀ ਹੈਗੀਆਂ। ਜ਼ਮੀਨ ਦਾ ਜਿਹੜਾ ਇੱਥੇ ਦੇ ਜਿਹੜੇ 3 ਕਾਨੂੰਨ ਆ ਉਹਦੇ ਤੇ ਇੱਕ ਤੇ ਇਹੀ ਹੈ ਕਿ ਆਪਾਂ ਮੰਡੀਆਂ ਖਤਮ ਕਰੀਏ, ਪ੍ਰਾਈਵੇਟ ਮੰਡੀਆਂ ਆਉਣ। ਤੇ ਸਾਨੂੰ ਸਾਡੇ ਵਿਰੋਧੀ ਕਹਿੰਦੇ ਕਿ ਤੁਸੀਂ ਕਾਨੂੰਨ ਨਹੀਂ ਪੜ੍ਹਿਆ, ਤੁਸੀਂ ਤੇ ਐਵੇਂ ਜਾਣੀ ਲੋਕਾਂ ਨੂੰ ਭੜਕਾ ਰਹੇ ਆ, ਕਿਸਾਨਾਂ ਨੂੰ ਭੜਕਾ ਕੇ ਸਾਡੇ ਗਲ ਪਾ ਰਹੇ ਆ। ਅਸਲੀਅਤ ਇਹ ਹੈਗੀ ਕਿ ਕਿੱਥੇ ਲਿਖਿਆ ਪਹਿਲੇ ਕਾਨੂੰਨ 'ਚ ਜਿੱਥੇ APMC ਜਾਂ ਮੰਡੀਆਂ ਜਿਹੜੀਆਂ ਸਰਕਾਰੀ ਮੰਡੀਆਂ ਨੂੰ ਤੋੜ ਕੇ ਪ੍ਰਾਈਵੇਟਾਈਜੇਸ਼ਨ ਕਰਨਾ ਤੇ ਮਾਰਕੀਟ ਨੂੰ ਸਿੱਧਾ ਉੱਥੇ ਉਹਦਾ ਬੋਲਬਾਲਾ ਹੋਣਾ, ਜਿਹੜਾ ਜਿਹਨੂੰ ਮਰਜ਼ੀ ਵੇਚੇ, ਭਾਵੇਂ ਸਰਕਾਰੀ ਮੰਡੀ 'ਚ ਵੇਚੇ ਭਾਵੇਂ ਪ੍ਰਾਈਵੇਟ 'ਚ ਵੇਚੇ। ਤੇ ਹੁਣ ਵੀ ਤੇ ਦੋਵੇਂ ਮੰਡੀਆਂ ਹੈ ਹੀ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਆ। ਸਾਡੇ ਟਮਾਟਰ ਬੰਬੇ ਵੇਚਦੇ ਆ, ਸਾਡੇ ਆਲੂ ਬਾਹਰ ਵਿਕਦੇ ਆ, ਜਾ ਕੇ ਕਲਕੱਤੇ ਤੱਕ ਜਾਂਦੇ ਆ। ਸਾਡੇ ਨਰਮਾ ਜਿਹੜਾ ਉਹ ਪ੍ਰਾਈਵੇਟ ਵੀ ਖਰੀਦਦੇ ਆ, ਪਬਲਿਕ ਵਾਲੇ ਵੀ ਖਰੀਦਦੇ ਆ। ਇਸੇ ਤਰ੍ਹਾਂ ਹੋਰ ਫਸਲਾਂ ਵੀ ਆ, ਮੱਕੀ ਵੀ ਆ, ਪ੍ਰਾਈਵੇਟ ਵੀ ਖਰੀਦ ਜਾਂਦੇ ਆ ਤੇ ਮਿਨੀਮਮ ਸਪੋਰਟ ਪ੍ਰਾਈਸ ਤੇ ਵੀ ਵਿਕਰੀ ਹੁੰਦੀ। ਤਾਂ ਇਹ ਤੇ ਪਹਿਲਾਂ ਹੀ ਸੀਗਾ। ਸਵਾਲ ਇਹ ਹੈ ਕਿ ਹੁਣ ਐਡਾ
ਜਿਹੜਾ ਵੱਡਾ ਵਾਪ ਰੋਲਾ ਕਿਉਂ ਪੈ ਗਿਆ ਪਹਿਲੇ ਐਕਟ ਦੇ ਜਿਹੜਾ ਬਣਾ ਦੇ ਉੱਤੇ, ਉਹ ਇਹੀ ਹੈ ਕਿ ਹੌਲੀ ਹੌਲੀ ਜਿਹੜਾ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਸ਼ਾਂਤਾ ਕੁਮਾਰ ਦੀ ਇੱਕ 3-4 ਸਾਲ ਪਹਿਲਾਂ ਇੱਕ ਕਮੇਟੀ ਬਣਾਈ ਗਈ ਸੀ, ਉਸ ਨੂੰ ਇਹੋ ਹੀ ਕੰਮ ਦਿੱਤਾ ਸੀਗਾ, ਜਿਹੜੇ ਹਿਮਾਚਲ ਵਾਲੇ ਆ ਬੀਜੇਪੀ ਦੇ ਵੱਡੇ ਲੀਡਰ ਆ, ਉਹਨਾਂ ਨੂੰ ਕੰਮ ਇਹ ਦਿੱਤਾ ਸੀ ਕਿ ਰਿਪੋਰਟ ਇਹ ਬਣਾ ਕੇ ਦਿਓ ਕਿ ਜਿਹੜਾ FCI ਆ ਬੜਾ ਇਨਐਫੀਸ਼ੀਐਂਟ ਸਿਸਟਮ ਹੈਗਾ, ਇਹ ਬਹੁਤ ਘੱਟ ਬੰਦਾ ਸੌਦਾ। ਇਸ ਵੇਲੇ ਮੇਰਾ ਖਿਆਲ ਕਾਫੀ ਵੱਡੇ ਕਈ ਲੱਖ ਕਰੋੜ, ਮੇਰਾ ਖਿਆਲ 4-5 ਲੱਖ ਕਰੋੜ ਦਾ ਕਰਜ਼ਾ FCI ਦੇ ਉੱਪਰ ਹੈਗਾ, ਜਿਹੜਾ ਕਿ ਉਹ ਹੁਣ ਕਿੱਥੋਂ ਲੈਣਾ ਹੁਣ, ਕਿਉਂਕਿ ਉਹ ਕਰਜ਼ਾਈ ਹੈਗੀ ਹੈ, ਕਿਉਂਕਿ ਜ਼ਿਆਦਾ ਸਸਤਾ ਦੇਣਾ, ਮਹਿੰਗਾ ਖਰੀਦਣਾ, ਚੋਰ ਬਜ਼ਾਰੀ, ਬਹੁਤ ਸਾਰੇ ਲੋਕ ਉਹ 'ਚ ਵੱਡੇ ਪੱਧਰ ਤੇ ਆਪਣੇ ਹੱਥ ਰੰਗੇ ਹੋਣਗੇ। ਨਹੀਂ ਤੇ ਕੋਈ ਵੀ ਸੈਕਟਰ ਜੇ ਉਹੀ ਚੀਜ਼ ਨੂੰ ਪ੍ਰਾਈਵੇਟ ਆਪਣਾ ਫਾਇਦੇ 'ਚ ਲੈ ਕੇ ਚਲੇ ਜਾਂਦਾ ਤੇ ਸਰਕਾਰੀ ਨੂੰ ਕੀ ਗੱਲ ਹੋਈ ਹੈ, ਇਸ ਉਹ ਕੋਈ ਗੱਲ ਨਹੀਂ ਹੈਗੀ। ਉਹਦੇ 'ਚ ਵੀ ਬਹੁਤ ਕਈ ਕੁਝ ਹੋਣਗੇ, ਮੇਰੇ ਕੋਲ ਟਾਈਮ ਨਹੀਂ, ਨਾ ਮੈਂ ਉਹਦੇ ਤੇ ਕੋਈ ਟਾਈਮ ਹੋਰ ਵੇਸਟ ਕਰਨਾ ਚਾਹੁੰਦਾ, ਪਰ ਉਹ ਏਡੀ ਵੱਡੀ ਪੱਧਰ ਤੇ ਕਰਜ਼ਾਈ ਆ, ਉਹਦੇ ਤੋਂ ਪਛਾਣ ਹੋਣਾ ਚਾਹੁੰਦੇ ਆ ਵੀ ਇਸ ਨੂੰ ਛਡਾ ਕੇ ਅਡਾਨੀ ਦੇ ਸਾਈਲੋ ਸਿਸਟਮ, ਮਾਡਰਨ ਸਿਸਟਮ ਜਿਹੜੀਆਂ ਆ ਜਾਣ, ਕੋਲਡ ਚੇਨਸ ਆ ਜਾਣ, ਕਿੱਥੇ ਕਿੱਥੇ ਕਿਹੜੇ ਆ, ਉਹਦੇ ਵਿੱਚ ਫਲ ਫਰੂਟ ਸਾਰਾ ਇਹ ਸਾਰਾ ਹੋਊਗਾ। ਦੁਨੀਆ ਦੇ ਵਿੱਚ ਇੱਕ ਤਜਰਬਾ ਸਾਫ਼, ਮੈਂ ਪਹਿਲੇ ਐਕਟ ਦੇ ਸੰਬੰਧ 'ਚ ਗੱਲ ਕਰ ਰਿਹਾ, ਇੱਕ ਬੜਾ ਸਾਫ਼ ਤਜਰਬਾ ਹੈਗਾ ਕਿ ਜਦੋਂ ਵੀ ਅਨਇਕੁਅਲ ਚੀਜ਼ਾਂ ਨੂੰ ਤੁਸੀਂ, ਇੱਕ ਛੋਟਾ ਬੱਚਾ ਹੋਵੇ ਜਿਹੜਾ 10 ਸਾਲ ਦਾ ਆ, ਤੁਸੀਂ ਉਸ ਨੂੰ 25 ਸਾਲ ਦੇ ਵੱਡੇ ਪਹਿਲਵਾਨ ਦੇ ਨਾਲ ਕਹੋ ਕਿ ਤੁਸੀਂ ਦੋਵੇਂ ਬਰਾਬਰ ਆ, ਜਾ ਕੇ ਕੁਸ਼ਤੀ ਕਰ ਲਓ, ਇਹ ਕੋਈ ਕੁਸ਼ਤੀ ਨਹੀਂ ਹੁੰਦੀ, ਇਹ ਤੇ 10 ਸਾਲ ਦੇ ਬੱਚੇ ਨੂੰ ਚਪੇੜਾਂ ਜਾਂ ਮਾਰ ਪਵਾਉਣ ਵਾਲੀ ਗੱਲ ਹੈ। ਇੱਕ ਪਾਸੇ ਜਦੋਂ ਫ੍ਰੀ ਦਾ ਮਤਲਬ ਇਹੀ ਹੈ ਨਾ, ਜਦੋਂ ਫ੍ਰੀ, ਇੱਕ ਪਾਸੇ ਬਹੁਤ ਵੱਡੀ ਕਾਰਪੋਰੇਟ ਹੋਣਗੇ ਜਿਨ੍ਹਾਂ ਕੋਲੋਂ ਮਣਾ ਮੂੰਹ ਕਮਰੇ ਭਰੇ ਪੈਸਿਆਂ ਦੇ, ਨੋਟਾਂ ਦੇ, ਇਸ ਹਿਸਾਬ ਨਾਲ ਇੰਨਾ ਪੈਸਾ, ਉਹਨਾਂ ਨੂੰ ਪਤਾ ਹੀ ਨਹੀਂ ਕਿੰਨਾ ਪੈਸਾ ਰੋਜ਼ 50 ਕਰੋੜ ਆ ਜਾਂਦਾ ਉਹਨਾਂ ਦੇ ਖਾਤੇ 'ਚ, ਕਿ 500 ਕਰੋੜ ਰੋਜ਼ ਦਾ ਆ ਜਾਂਦਾ। ਇਸ ਵੱਡੇ ਪੱਧਰ ਦੇ ਉੱਤੇ ਹੈਗੇ ਆ, ਉਹ ਦੁਨੀਆ ਦੇ ਵੱਡੇ ਬੰਦਿਆਂ ਚੋਂ ਹੈਗੇ ਆ, ਅਡਾਨੀ ਅੰਬਾਨੀ ਛੋਟੇ ਨਹੀਂ ਹੈਗੇ। ਇੱਕ ਪਾਸੇ ਉਹ ਮੰਡੀ ਦੇ ਵਿੱਚ ਉਤਰਨਗੇ, ਦੂਜੇ ਪਾਸੇ ਸਰਕਾਰੀ ਮੰਡੀ 'ਚ ਕੋਈ ਕੰਮ ਨਹੀਂ ਕਰ ਰਿਹਾ ਹੋਊਗਾ, ਉੱਥੇ ਵੀ ਉਹਨਾਂ ਨੂੰ 4 ਪੈਸੇ ਦੇ ਕੇ ਜਿਹੜਾ ਇੱਧਰ ਉੱਧਰ ਬਿਠਾਤਾ ਜਾਊਗਾ ਕਿ ਬਹੁਤਾ ਨਾ ਖਰੀਦਿਓ, ਕਿਉਂਕਿ ਅਸੀਂ ਖਰੀਦਣਾ, ਇਹਦੀ ਪ੍ਰਾਈਸ ਡਿੱਗਣ ਦਿਓ ਫਿਰ ਅਸੀਂ ਖਰੀਦਾਂਗੇ, ਜਿਹੜਾ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ। ਦੂਜੇ ਪਾਸੇ ਕੀ ਹੋਊਗਾ ਕਿ ਜਿਹੜਾ ਸਾਈਲੋ ਸਿਸਟਮ ਜਿਹੜਾ ਉਹਨਾਂ ਦਾ ਆਪ ਆਪਣਾ ਉਹਦੇ ਜਿਹੜਾ ਸਾਰਾ ਚੱਲੂਗਾ। ਜਦੋਂ ਇਹ ਸਾਰਾ ਚੱਲੂਗਾ ਇਸ ਕਿਸਮ ਦਾ, ਤੇ ਮੰਡੀ ਦਾ ਬਣਿਆ ਬਣਾਤਾ ਸਟਰਕਚਰ ਜਿਹੜਾ ਕਿ ਬਹੁਤ ਵਾਈਡ ਸਪਰੈਡ ਹੈਗਾ, ਜਿਹਦੇ ਚੋਂ ਟੈਕਸ ਲੈ ਕੇ ਅਸੀਂ ਕੁਝ ਤੇ ਟੈਕਸ, ਚਲੋ ਆਪਣੇ ਜਿਹੜੇ ਮਨੀ ਲੈਂਡਰ ਆਪਾਂ ਜਿਨ੍ਹਾਂ ਨੂੰ ਕਹਿੰਦੇ ਹੈਗੇ, ਜਾਂ ਆੜਤੀਏ ਕਹੋ, ਕੁਝ ਤੇ ਉਹ ਵੀ ਵਿੱਚੋਂ 2.5% ਲੈ ਲੈਂਦੇ ਹੈਗੇ ਆ ਪਰ ਕੁਇੰਟਲ, ਜਿੰਨਾ ਵੀ ਵਿਕਰੀ ਹੁੰਦੀ ਆ। ਕੁਝ ਮੰਡੀ ਵਾਲੇ 2.5-3% ਉਹ ਲੈਂਦੇ ਆ। ਫਿਰ ਇਸ ਤਰ੍ਹਾਂ ਕੁੱਲ ਮਿਲਾ ਕੇ 8% ਜਿਹੜਾ ਕਿਸਾਨਾਂ ਨੂੰ ਦੇਣਾ ਪੈਂਦਾ, ਪਰ ਉਹਦੇ ਨਾਲ ਉਹਨਾਂ ਨੂੰ ਘੱਟੋ ਘੱਟ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੈ ਲੈਣ ਦਾ ਇੱਕ ਸਟਰਕਚਰ ਬਣਿਆ, ਉਸ ਨੂੰ ਮੇਨਟੇਨ ਕਰਨਾ, ਸੜਕਾਂ ਬਣਾਉਣੀਆਂ, ਹੋਰ ਕਈ ਕੁਝ ਕੰਮ ਜਿਹੜੇ ਇੱਧਰੋਂ ਉੱਧਰੋਂ। ਸਰਕਾਰਾਂ ਵੀ ਜਦੋਂ ਭੁੱਖੀਆਂ ਮਰਦੀਆਂ ਮੰਡੀ ਬੋਰਡ ਤੋਂ ਪੈਸੇ ਲੈ ਕੇ ਮਾੜਾ ਮੋਟਾ ਬਜਟ ਪੂਰਾ ਕਰ ਲੈਂਦੀਆਂ। ਇਹ ਸਾਰਾ ਕੰਮ ਚੱਲਦਾ। ਹੁਣ ਇਸੇ ਕਰਕੇ ਇਹ ਕਿਤੇ ਕਾਨੂੰਨ 'ਚ ਨਹੀਂ ਲਿਖਿਆ ਹੁੰਦਾ, ਮੈਂ ਗੱਲ ਕਿਹੜੀ ਪੁਆਇੰਟ ਜਿਹੜਾ ਰੇਜ਼ ਕਰ ਰਿਹਾ, ਕਿਤੇ ਕਾਨੂੰਨ 'ਚ ਨਹੀਂ ਇਹ ਲਿਖਿਆ ਹੁੰਦਾ ਕਿ ਲਓ ਜੀ ਆ ਗਏ ਅਡਾਨੀ ਜੀ ਆ ਗਏ, ਆਪਣੀਆਂ ਜਿਸ ਤਰ੍ਹਾਂ ਕਾਲੀ ਨੇਰੀ ਆ ਗਈ ਆ, ਭਾਂਡੇ ਟਿੰਡੇ ਸਾਂਭ ਲਓ। ਸਾਨੂੰ ਜਿਹੜੇ ਨਿਆਣੇ ਸੀਗੇ, ਸਾਡੇ ਦਾਦੀ ਜਾਂ ਸਾਡੇ ਨਾਨੀਆਂ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਸੀ ਵੀ ਹੁਣ ਅਡਾਨੀ ਦੀ ਹਨੇਰੀ ਕਾਲੀ ਚੜ੍ਹ ਆਈ ਆ ਤੇ ਆਪੋ ਆਪਣੀਆਂ ਜ਼ਮੀਨਾਂ ਸਾਂਭ ਲਓ। ਇਹ ਥੋੜਾ ਕਾਨੂੰਨ 'ਚ ਲਿਖਣਾ ਹੁੰਦਾ। ਕਾਨੂੰਨ 'ਚ ਤੇ ਲਿਖਣਾ ਹੁੰਦਾ ਕਿ ਦੇਖੋ ਜੀ ਤੁਹਾਨੂੰ ਇੰਨੀ ਇਨਕਮ ਮਿਲ ਜੂਗੀ, ਤੁਹਾਡੀ ਦੁੱਗਣੀ ਕੀ ਤਿੱਗਣੀ ਇਨਕਮ ਹੋ ਜੂਗੀ, ਤੁਹਾਡੇ ਵਾਰੇ ਨਿਆਰੇ ਹੋ ਜਾਣਗੇ, ਤੇ ਤੁਸੀਂ ਤੁਹਾਡੀਆਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਉਹ ਬਹਿ ਕੇ ਖਾਣਗੀਆਂ, ਇੰਨਾ ਪੈਸਾ ਤੁਹਾਨੂੰ ਦੇ ਦਾਂਗੇ। ਉਹਦੇ 'ਚ ਤੇ ਇਸ ਤਰ੍ਹਾਂ ਦੀ ਭਾਸ਼ਾ ਲਿਖੀ ਜਾਊਗੀ, ਪਰ ਜਿਹੜਾ ਕੰਮ ਇਹਦੇ ਬਿਲਕੁਲ ਵਿਰੁੱਧ ਉਲਟ ਕੀਤਾ ਜਾਊਗਾ। ਗੁਜਰਾਤ ਦੇ ਵਿੱਚ ਤੇ ਖਾਸ ਟ੍ਰੈਡੀਸ਼ਨ ਇਹੋ ਜਿਹੀ ਹੈਗੀ ਆ ਇਸ ਕਿਸਮ ਦੀ, ਜਿਹੜੇ ਉੱਥੋਂ ਦੇ ਵੱਡੇ ਧਨਾੜ ਲੋਕ ਹੈਗੇ, ਆਮ ਲੋਕਾਂ ਦੀ ਨਹੀਂ, ਧਨਾੜ ਲੋਕ ਹੈਗੇ ਜਾਂ ਪੋਲੀਟੀਸ਼ੀਅਨ ਹੈਗੇ। ਆਪਾਂ ਮੋਦੀ ਜੀ ਨੂੰ ਜਾਣਦੇ ਹੀ ਹਾਂ, ਕਿਵੇਂ ਉਹਨਾਂ ਬਾਰੇ ਰਿਸਰਚ ਹੋਈ ਆ ਕਿ ਰੋਜ਼ ਦੇ 50-60 ਝੂਠ ਬੋਲਦੇ ਹੈਗੇ ਤਾਂ ਉਹਨਾਂ ਨੂੰ ਰੋਟੀ ਹਜਮ ਹੁੰਦੀ। ਤੇ ਇਹੀ ਗੱਲ ਇਹ ਵੀ ਅਡਾਨੀ ਅੰਬਾਨੀ ਵੀ ਉੱਥੇ ਦੀ ਰੂਟ ਪਾਣੀ ਹਵਾ ਤੇ ਇੱਕੋ ਜਿਹੀ ਹੈ। ਉਹ ਆ ਕੇ ਵੀ ਇਸੇ ਤਰੀਕੇ ਨਾਲ ਕਾਨੂੰਨ ਬਣਵਾ ਕੇ, ਚਰਚਾ ਇਹ ਚੱਲ ਰਹੀ ਹੈ ਕਿ ਇਹ ਜਿਹੜੇ ਕਾਨੂੰਨ ਆ ਅਸਲ ਵਿੱਚ ਅਡਾਨੀ ਹੁਣਾਂ ਨੇ ਲਿਖ ਕੇ ਦੇ ਦਿੱਤੇ ਆ। ਜਿਵੇਂ ਕਿਸੇ ਵੇਲੇ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਬਾਰੇ ਇਹ ਸੀ ਜਿਹੜਾ ਬਜਟ ਆ ਉਹ ਮਨਟੇਕ ਸਿੰਘ ਦੀ ਮਦਦ ਦੇ ਨਾਲ IMF ਨੇ ਬਣਾਤਾ ਤੇ ਡਾਟਡ ਲਾਈਨ ਤੇ ਉਹਨਾਂ ਨੇ ਦਸਤਖਤ ਕਰਤੇ ਆ, ਥੱਲੇ ਉਹਨਾਂ ਨੇ ਲਾਈਨ ਛੱਡੀ ਸੀਗੀ, ਉੱਤੇ ਦਸਤਖਤ ਕਰਕੇ ਪਾਸ ਹੋ ਗਿਆ।
ਪਲੈਨਿੰਗ ਦਾ ਜਾਂ ਹੋਰ ਜੋ ਵੀ ਹੁੰਦਾ ਬਜਟ ਦਾ ਜਾਂ ਪਲੈਨਿੰਗ ਦਾ, ਇਸ ਕਿਸਮ ਦਾ ਉਦੋਂ ਲੋਕਾਂ 'ਚ ਚਰਚਾ ਹੁੰਦੀ ਸੀ। ਹੁਣ ਇਹ ਚਰਚਾ ਚੱਲੀ ਹੋਈ ਹੈ ਕਿ ਇਹ ਕਾਨੂੰਨ ਕਿਸੇ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਜਾਂ ਸਟੈਂਡਿੰਗ ਕਮੇਟੀ ਵੱਲੋਂ ਤਹਿਕੀਕਾਤ ਕਰਕੇ ਸਾਰੀ ਬਹਿਸ ਕਰਕੇ ਨਹੀਂ ਬਣੇ, ਉੱਥੇ ਰਿਚੁਅਲ ਕਰਤਾ ਹੋਊਗਾ, ਲਾਲਾ ਕਰਾ ਕੇ ਉਹ ਕਾਨੂੰਨ ਬਣਾ ਦਿੱਤੇ ਗਏ ਆ। ਔਰ ਜੋ ਸਿੱਕੇ ਟੰਗੇ ਸਾਰਾ ਸਾਨੂੰ ਪਤਾ, ਰਾਜ ਸਭਾ ਦੇ ਵਿੱਚ ਵੋਟ ਡਿਵੀਜ਼ਨ ਕੀਤੀ, ਇਲੀਗਲ ਆ। ਸੂਬਿਆਂ ਦਾ ਅਧਿਕਾਰ ਖੇਤਰ ਆ ਖੇਤੀ, ਇਹ ਵੀ ਆਪਾਂ ਨੂੰ ਪਤਾ, ਇਹ ਵੀ ਗੈਰ ਕਾਨੂੰਨੀ ਕੰਮ ਕੀਤਾ। ਜੋ ਵੀ ਕੀਤਾ, ਇੱਕ ਜਿਸ ਤਰੀਕੇ ਨਾਲ ਅਡਾਨੀ ਅੰਬਾਨੀ ਦਾ ਕਟਿੰਗ ਐਜ ਕੇ ਠੋਕ ਦਿਓ ਜਿਹੜਾ ਵੀ ਸਾਹਮਣੇ ਆਉਂਦਾ, ਛੋਟਾ ਕਾਰੋਬਾਰੀ ਹੋਵੇ ਤੇ ਆਪਾਂ ਸਾਰੇ ਦਾ ਸਾਰਾ ਆਪਣੇ ਨਾਮ ਦੇ ਨਾਲ ਲਵਾ ਲੈਣਾ। ਉਸੇ ਤਰੀਕੇ ਦੇ ਨਾਲ ਹੀ ਇਹ ਜਿਹੜਾ ਚੱਲੇ ਹੋਇਆ ਸਾਰਾ ਇੱਥੇ ਦਾ ਸਿਸਟਮ। ਮੈਂ ਇੰਨੀ ਗੱਲ ਇਹ ਕਹਿਣਾ ਆ ਕਿ ਬਹੁਤ ਲੰਬੀ ਗੱਲ ਇਸ ਤੇ ਮੈਨੂੰ ਲੱਗਦਾ ਥੋੜੀ ਜਾ ਰਹੀ ਹੈ। ਮੇਰੀ ਬੇਨਤੀ ਇੰਨੀ ਹੈ ਕਿ ਜਦੋਂ ਇਹ ਮਾਰਕੀਟ ਖੁੱਲ ਕੇ ਚੱਲੂਗੀ, ਜਿਸ ਤਰੀਕੇ ਨਾਲ ਕਾਨੂੰਨਾਂ ਦੇ ਵਿੱਚ ਭਾਵੇਂ ਕੁਝ ਨਹੀਂ ਲਿਖਿਆ, ਮੋਦੀ ਜੀ ਨੇ ਉਹ ਸਾਰਾ ਪਾਸ ਕਰਵਾਤਾ, ਹੋ ਗਿਆ। ਔਰ ਅੱਜ ਜਦੋਂ ਉਹਨੇ ਲਾਗੂ ਹੋ ਕੇ ਐਕਟ ਹੋਣਾ, ਜਦੋਂ ਆਪਰੇਟ ਕਰਨਾ, ਮਾਰਕੀਟ ਮੈਕੈਨਿਜ਼ਮ ਨੇ ਆਪਰੇਟ ਕਰਨਾ, ਤੇ ਜਿਹੜੀਆਂ ਦੋ ਅਨਈਕੁਅਲ ਪਾਵਰਸ ਹੋਣਗੀਆਂ, ਉਹ ਜਿਹੜੀਆਂ ਛੋਟੀਆਂ ਜਿਹੜੇ ਕਿਸਾਨ 2 ਏਕੜ 4 ਏਕੜ 5 ਏਕੜ 10 ਏਕੜ ਵਾਲੇ, ਜਿੰਨੇ ਵੀ ਭਾਵੇਂ 1000 ਏਕੜ ਵਾਲੇ ਵੀ ਹੋਣ, ਉਹ ਅਡਾਨੀ ਦੇ ਸਾਹਮਣੇ ਅੜਨ ਵਾਲੇ ਨਹੀਂ। ਤੇ ਇਹ ਹੌਲੀ ਹੌਲੀ ਹੋਊਗਾ ਕਿ ਉਹ ਅਨਈਕੁਅਲ ਟ੍ਰੇਡ, ਅਨਈਕੁਅਲ ਜਦੋਂ ਪਾਵਰ ਹੋਊਗੀ ਤਾਂ ਉਹ ਹੋਰ ਕਰਜ਼ਿਆਂ ਥੱਲੇ ਦੱਬਣਗੇ ਤੇ ਉਹ ਮਾਰਕੀਟ ਦੇ ਦਬਾਅ ਥੱਲੇ ਉੱਥੋਂ ਬਾਹਰ ਚਲੇ ਜਾਣਗੇ। ਹੁਣ ਵੀ ਸਾਡੇ ਕੋਲ ਜੇ 80-90 ਹਜ਼ਾਰ ਕਰੋੜ ਸਿਰ ਤੇ ਕਰਜ਼ਾ, ਹੁਣ ਵੀ ਆਪਾਂ ਜ਼ਮੀਨਾਂ ਤੇ ਚਾਹਣੀ ਵੱਡਾ ਹਿੱਸਾ ਤੇ ਸਮਝ ਲਓ ਸਾਡੀ ਜ਼ਮੀਨ ਹੈ ਨਹੀਂ। ਜੇ ਉਹਦੀ ਪ੍ਰਾਈਸ ਨੂੰ, ਜੇ ਅੱਜ ਉਹ ਕਰਜ਼ਾ ਪੂਰਾ ਲਾਉਣਾ ਹੋਵੇ ਜਿੰਨਾ ਸਾਡਾ ਕਰਜ਼ਾ ਆ, ਤੇ ਕਿੰਨਾ ਹਿੱਸਾ ਜ਼ਮੀਨ ਦਾ ਸਾਨੂੰ ਵੇਚਣਾ ਪਊਗਾ। ਤੇ ਹੁਣ ਵੀ ਸਾਡੀ ਜ਼ਮੀਨ ਸਾਡੇ ਨਾਂ ਦੇ ਜ਼ਰੂਰ ਆ, ਪਰ ਕਰਜ਼ੇ ਦਾ ਬੋਝ ਇੰਨਾ ਕਿ ਕਿਸਾਨ ਜਿਹੜੇ ਆ ਉਹ ਡਰ ਦੇ ਮਾਰੇ ਜਾਂ ਉਸ ਤੋਂ ਨਿਰਾਸ਼ ਹੋ ਕੇ ਤੇ ਆਪਣੇ ਆਤਮ ਹੱਤਿਆ ਕਰ ਰਹੇ ਆ। ਜੇ ਉਹੀ ਕਰਜ਼ਾ ਹੋਰ ਵਧੂਗਾ ਤੇ ਉਹ ਤੁਸੀਂ ਬਹੁਤ ਤੇਜ਼ੀ ਦੇ ਨਾਲ ਆਪਣੀਆਂ ਜ਼ਮੀਨਾਂ ਤੋਂ ਹੱਥ ਧੋ ਬੈਠੋਗੇ। ਪਹਿਲੇ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਜਿਹੜੀ ਇਹ ਆ, ਦੂਜੇ ਦੀ ਕਾਂਟਰੈਕਟ ਵਾਲਿਆਂ ਦਾ ਵੀ ਬਿਲਕੁਲ ਇਹੀ ਹੈ ਕਿ ਅਨਈਕੁਅਲ ਜਦੋਂ ਦੋ ਬੰਦੇ ਕਾਂਟਰੈਕਟ ਕਰਨਗੇ ਤੇ ਉਹਦੇ ਵਿੱਚ 20 ਕਿਸਮ ਦੇ ਬਹਾਨੇ ਪਾ ਕੇ ਤਕੜਾ ਬੰਦਾ ਜਿਹੜਾ ਉਹ ਕਹੂਗਾ ਹੁਣ ਤੇ ਇਹਦਾ ਦਾਣੇ ਦਾ ਮੂੰਹ ਵਿੰਗਾ ਆ, ਆਹ ਦਾਣਾ ਤੇ ਕਾਲਾ ਹੋ ਗਿਆ, ਇਹਦੇ ਚ ਮੋਇਸਚਰ ਬੜੀ ਆ, ਆਹ ਦਾਣਾ ਸ਼ਰਿੰਕ ਕਰ ਗਿਆ। ਇਹ ਸਾਰਾ ਪਹਿਲਾਂ ਵੀ ਉਹ ਕਾਂਟਰੈਕਟ ਫਾਰਮ ਚ ਕਰਦੇ ਰਹੇ ਆ, ਭਾਵੇਂ ਉਹ ਆਲੂ ਦਾ ਸੀ ਹੋਰ ਸੀ। ਤੇ ਇਸ ਕਰਕੇ ਇਹਦੇ ਤੇ ਵੀ ਉਹ ਕਾਂਟਰੈਕਟ ਅਨਇਕੁਅਲ ਦਾ ਹੋਣ ਕਰਕੇ ਬਹੁਤ ਖਸਾਰਾ ਲੱਗੂਗਾ। ਤੇ ਤੀਸਰਾ ਤੇ ਬਿਲਕੁਲ ਹੀ ਸਾਫ਼ ਹੀ ਨਜ਼ਰ ਆਉਂਦਾ ਆ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ ਵਾਲਾ ਆ ਕਿ ਉਹਨਾਂ ਨੂੰ ਹੋਰਡਿੰਗ ਨੂੰ, ਜ਼ਖੀਰੇਬਾਜ਼ਾਂ ਨੂੰ ਉਹਨਾਂ ਨੇ ਖੁੱਲਾ ਸੱਦਾ ਦੇ ਦਿੱਤਾ ਕਿ ਜਿੰਨਾ ਮਰਜ਼ੀ ਤੁਸੀਂ ਸਟੋਰ ਕਰ ਲਓ ਤੇ ਐਫਸੀਆਈ ਨੂੰ ਤੋੜ ਦਿਓ। ਹੁਣ ਇਹਦੇ ਚੋਂ ਇਹਨਾਂ ਤਿੰਨਾਂ ਗੱਲਾਂ ਚੋਂ ਨਿਕਲ ਕੇ ਸਾਹਮਣੇ ਇਹ ਆਇਆ ਕਿ ਇਹਦੇ ਚ ਕੱਲਾ ਕਿਸਾਨ ਹੀ ਨਹੀਂ ਮਰੂ, ਔਰ ਕਿਸਾਨ ਇੱਕ ਵੱਡੀ ਪੱਧਰ ਤੇ ਬੇਦਖਲ ਕਰਨ ਦੀ ਉਹਦੀ ਤਿਆਰੀ ਹੋਈ ਹੈ। ਔਰ ਉਹ ਕੱਲਾ ਕਿਸਾਨ ਹੀ ਬੇਦਖਲ ਨਹੀਂ ਹੋਊਗਾ, ਉਹਦੇ ਨਾਲ ਸੰਬੰਧਿਤ ਜੋ ਵੀ ਹੋਰ ਕਾਰੋਬਾਰ ਹੈ ਉਹ ਵੀ ਖਤਮ ਹੋਊਗਾ। ਉਹ ਵੀ ਫਾਰ ਇੰਸਟੈਂਸ ਪਿੰਡਾਂ ਦੇ ਵਿੱਚ ਰਿਪੇਅਰ ਵਰਕਸ਼ਾਪਸ ਹੈਗੀਆਂ ਆ, ਹੋਰ ਛੋਟੇ ਛੋਟੇ ਦੁਕਾਨਦਾਰ ਆ। ਜੇ ਪਿੰਡ ਖਤਮ ਹੋਊ ਤੇ ਦੁਕਾਨਦਾਰ ਜਿਹੜੇ ਟ੍ਰੇਡਰ ਛੋਟੇ ਕਾਰੋਬਾਰੀ ਆ ਉਹ ਵੀ ਖਤਮ ਹੋਣਗੇ। ਜੇ ਪਿੰਡ 'ਚ ਪੈਸਾ ਹੀ ਨਹੀਂ ਰਹੂਗਾ ਤੇ ਉੱਥੇ ਭੁੱਖੇ ਮਰਨ ਲਈ ਥੋੜੀ ਗਏ, ਉਹ ਤੇ 4 ਪੈਸੇ ਇਹਦੇ ਲਈ ਗਏ ਹੋਏ ਆ। ਇਸੇ ਤਰੀਕੇ ਦੇ ਨਾਲ ਜਿਹੜਾ ਸਭ ਤੋਂ ਵੱਡਾ ਅਜੇ ਜਿਹੜਾ ਸਾਹਮਣੇ ਨਹੀਂ ਆਇਆ, ਉਹ ਆਉਣਾ ਚਾਹੀਦਾ ਮੇਰਾ ਖਿਆਲ ਹੈ, ਉਹ ਹੈਗਾ ਤੁਹਾਡਾ ਪੀਡੀਐਸ ਸਿਸਟਮ। ਜਦੋਂ ਸਰਕਾਰ ਖਰੀਦੂਗੀ ਨਹੀਂ, ਐਫਸੀਆਈ ਖਰੀਦੂਗੀ ਨਹੀਂ, ਤਾਂ ਫਿਰ ਪੀਡੀਐਸ ਜਿਹੜਾ ਸਿਸਟਮ ਹੈਗਾ ਉਹ ਵੀ ਬੰਦ ਹੋਊਗਾ। ਹਾਲਾਂਕਿ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਬਣਿਆ ਹੋਇਆ ਉਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਕਿ ਸਰਕਾਰ ਜਿਹੜੀ ਆ ਉਹ ਖਰੀਦ ਵੀ ਕਰੂਗੀ ਐਮਐਸਪੀ ਤੇ, ਮਿਨੀਮਮ ਸਪੋਰਟ ਪ੍ਰਾਈਸ ਤੇ। ਇਹ ਲਿਖਿਆ ਹੋਇਆ, ਇਹ 2013 ਚ ਮਨਮੋਹਨ ਸਿੰਘ ਜੀ ਜਾਣ ਤੋਂ ਪਹਿਲਾਂ ਇਹ ਬਣਾ ਗਏ ਸੀ ਐਕਟ। ਇਸ ਗੱਲ ਦੀ ਤੇ ਉਹਨਾਂ ਦੀ ਤਾਰੀਫ ਵੀ ਕਰਨੀ ਚਾਹੀਦੀ ਹੈ। ਹੋਰ ਵੀ ਬਹੁਤ ਚੰਗੇ ਕੰਮ ਕਰਕੇ ਗਏ, ਜਿਸ ਤਰ੍ਹਾਂ ਮਨਰੇਗਾ ਵਾਲਾ, ਰਾਈਟ ਟੂ ਇਨਫੋਰਮੇਸ਼ਨ, ਰਾਈਟ ਟੂ ਐਜੂਕੇਸ਼ਨ, ਕਾਫੀ ਚੰਗੇ ਕੰਮ ਵੀ ਉਹਨਾਂ ਨੇ ਕੀਤੇ, ਇਹੋ ਜਿਹੀ ਗੱਲ ਨਹੀਂ ਹੈਗੀ। ਤਾਂ ਜਿਹੜਾ ਇਹ ਬਣਾਇਆ, ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਕਾਨੂੰਨ ਦਾ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਸੀਗਾ, ਇਹ ਅਜੇ ਤੱਕ ਚੱਲਿਆ ਆਉਂਦਾ। ਤੇ ਉਸ ਐਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਤਹਿਤ ਜਿਹੜਾ ਇਹਨਾਂ ਨੇ ਬਣਾਇਆ ਮਨਮੋਹਨ ਜੀ ਨੇ, ਉਹਦੇ ਵਿੱਚ
ਇਹ ਸਰਕਾਰ ਜਦੋਂ ਸਾਰਾ ਅਨਾਜ ਖਰੀਦੂਗੀ MSP ਤੇ, ਉਹ ਕੁਦਰਤੀ FCI ਖਰੀਦੇ, ਮਾਰਕਫੈਡ ਖਰੀਦੇ, ਕੋਈ ਵੀ ਏਜੰਸੀ ਖਰੀਦੇ, ਤਾਂ ਉਹ 75% ਰੂਰਲ ਏਰੀਏ ਨੂੰ ਤੇ 50% ਅਰਬਨ ਏਰੀਏ ਨੂੰ ਅਨਾਜ ਜਿਹੜਾ ਸਸਤਾ ਦੇਣ ਦਾ ਉਹਦੇ ਚ ਵਾਅਦਾ, ਉਹ ਐਜ਼ ਏ ਮੈਟਰ ਆਫ ਰਾਈਟ ਅਸੀਂ ਆਪਣੇ ਅਧਿਕਾਰਤ ਤੌਰ ਤੇ ਉਸ ਕਾਨੂੰਨ ਤਹਿਤ ਮੰਗ ਸਕਦੇ ਹਾਂ। ਉਹ ਕਿੰਨਾ ਬਣਦਾ ਆ, ਕਿਸ ਰੇਟ ਤੇ? 1 ਰੁਪਏ ਕਿਲੋ ਬਾਜਰਾ, ਜਿਹੜਾ ਥੋੜਾ ਜਿਹਾ ਕਰੂਡ ਸੀਰੀਅਲ ਹੈਗਾ, ਔਰ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਅਸੀਂ ਚੌਲ। ਇਹ ਤਿੰਨ, ਇਹਨਾਂ ਦੇ ਇਸ ਰੇਟ ਦੇ ਉੱਤੇ ਤਕਰੀਬਨ 2/3 ਟੋਟਲ ਦੇਸ਼ ਦੀ ਪਾਪੂਲੇਸ਼ਨ ਨੂੰ, ਜਾਂ 2/3 ਤੋਂ ਥੋੜੀ ਜਿਹੀ 68-69% ਕਰ ਲਓ, ਇੰਨੀ ਵੱਡੀ ਪਾਪੂਲੇਸ਼ਨ ਨੂੰ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਬੰਦ ਹੋ ਜੂ, ਕਿਉਂਕਿ ਜੇ ਤੁਹਾਡੇ ਕੋਲ ਉਹਨਾਂ ਨੇ ਛੱਡਿਆ ਹੀ ਨਹੀਂ, ਤੁਸੀਂ ਖਰੀਦਿਆ ਹੀ ਨਹੀਂ, ਤੇ ਵੇਚੋਗੇ, ਦਓਗੇ ਕਿੱਥੋਂ? ਜਿਹੜਾ ਆਟਾ ਦਾਲ ਸਕੀਮਾਂ ਆ, ਇਹ ਸਮਝ ਲਓ ਕਿ ਇਹ ਵੀ ਬੰਦ ਹੋਣਗੀਆਂ। ਇਸੇ ਕਰਕੇ ਇਹ ਜਿੰਨੀ ਮੂਵਮੈਂਟ ਇੰਪੋਰਟੈਂਟ ਕਿਸਾਨਾਂ ਲਈ ਹੈ, ਉਨੀ ਵੀ ਉਹ ਸਾਰੇ ਗਰੀਬ ਤਬਕੇ ਲਈ ਹੈਗੀ ਹੈ, ਕਿ ਜਿਨ੍ਹਾਂ ਦਾ ਜਿਹੜਾ ਸਬਸਿਡਾਈਜ਼ਡ ਰਾਸ਼ਨ ਆ, ਰੋਟੀ ਪਾਣੀ ਜੋ ਹੁਣ ਕਿਸੇ ਨਾ ਕਿਸੇ ਰੂਪ ਚ ਚੱਲਦਾ, ਉਹ ਹੁਣ ਬੰਦ ਹੋਣ ਵਾਲਾ। ਕਿਉਂਕਿ ਤੁਸੀਂ ਮਾਰਕੀਟ ਦਾ ਮੰਤਰ ਪੜ੍ਹਨਾ, ਮਾਰਕੀਟ ਦੇ ਮੰਤਰ ਬਣਾਉਣੇ ਆ। ਅਡਾਨੀ ਤਾਂ ਜਿਹੜੇ ਅੰਬਾਨੀ ਆ, ਉਹਨਾਂ ਦੇ ਮੰਦਰ ਬਣਨੇ ਆ, ਤੇ ਉਹਦੇ ਪੁਜਾਰੀ ਹੋਣਗੇ ਮੋਦੀ ਜੀ ਤੇ ਅਮਿਤ ਸ਼ਾਹ ਜੀ, ਤੇ ਆਪਾਂ ਸਾਰੇ ਬੈਠੇ ਬਾਹਰ, ਜਿਸ ਤਰ੍ਹਾਂ ਮੰਦਰਾਂ ਦੇ ਬਾਹਰ ਭੀਖ ਮੰਗੇ ਬੈਠੇ ਹੁੰਦੇ ਆ, ਦੇ ਦਿਓ ਜੀ, ਦੇ ਦਿਓ ਜੀ। ਸਾਡੀ ਹਾਲਤ ਉਹ ਕਰਨ ਵਾਲੇ। ਮੈਨੂੰ ਬੜੇ ਦਰਦ ਨਾਲ ਦਿਲੋਂ, ਜਾਨੀ ਜਿਹਦੇ ਮੇਰੇ ਸਾਹਮਣੇ ਜੋ ਇਹਦੇ ਭਿਆਨਕ ਰੂਪ ਆਉਂਦੇ ਆ, ਤਾਂ ਮੈਨੂੰ ਇਸ ਕਿਸਮ ਦੇ ਰੂਪ ਸਾਹਮਣੇ ਆਉਂਦੇ ਆ। ਅਗਲੀ ਗੱਲ ਜਿਹੜੀ ਹੈ ਕਿ ਇਹ ਫਿਰ ਜੇ ਇਸ ਤਰ੍ਹਾਂ ਹੋਊਗਾ, ਮੈਨੂੰ ਇਹ ਵੀ ਸੀਨ ਸਾਹਮਣੇ ਯਾਦ ਆਉਂਦਾ ਕਿ ਜਿਵੇਂ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਿਆ ਸੀ ਕਿ ਇੰਗਲੈਂਡ ਦੇ ਵਿੱਚ ਜਦੋਂ ਕਿਸਾਨਾਂ ਨੂੰ ਉੱਥੋਂ ਪੁੱਟ ਕੇ ਸੁੱਟ ਦਿੱਤਾ, ਤੇ ਜਿਹੜੇ ਚੰਗੇ ਹਰੇ ਭਰੇ ਖੇਤੀ ਵਾਲੇ ਖੇਤ ਸੀ, ਉਹਨਾਂ ਨੂੰ ਦੁਬਾਰਾ ਚਰਾਂਦਾਂ ਚ ਬਦਲ ਦਿੱਤਾ, ਤੇ ਉਹਨੂੰ ਐਨਕਲੋਜ਼ਰ ਮੂਵਮੈਂਟ ਕਹਿੰਦੇ, ਕਿਉਂਕਿ ਉਹਨਾਂ ਨੇ ਬੈਂਬੂ ਦੇ ਐਨਕਲੋਜ਼ਰ ਬਣਾ ਲਏ, ਤੇ ਉਹਨਾਂ ਚ ਖੁੱਲੀਆਂ ਭੇਡਾਂ ਪਾਲਣੀਆਂ ਸ਼ੁਰੂ ਕਰਤੀਆਂ ਸੀ, ਜਾਨੀ ਪਿਛਾਂ ਨੂੰ ਚਲੇ ਗਏ ਸੀ, ਖੇਤੀ ਗਾਂ ਨੂੰ ਲਿਜਾਣ ਦੀ ਜਗ੍ਹਾ। ਪਰ ਉਹ ਤੇ ਬਚ ਗਏ ਇਸ ਕਰਕੇ ਕਿ ਥੋੜੇ ਜਿਹੇ ਲੋਕ ਸੀਗੇ, ਤੇ ਸਾਰੇ ਦੁਨੀਆ ਦੇ ਰਿਸੋਰਸ ਸਾਧਨਾਂ ਤੇ ਕਬਜ਼ਾ ਸੀ। ਉਹਨਾਂ ਨੇ ਇੰਡਸਟਰੀਅਲ ਰੈਵੋਲੂਸ਼ਨ, ਜਿਹੜਾ ਟੈਕਨੋਲੋਜੀਕਲ ਰੈਵੋਲੂਸ਼ਨ ਪਹਿਲਾਂ ਹੀ ਕਰ ਚੁੱਕੇ ਸੀ, ਇਸ ਲਈ ਉਹ ਤੇ ਦੁਨੀਆ ਦੀ ਵਰਕਸ਼ਾਪ ਸੀ, ਬਚ ਗਏ। ਅਸੀਂ ਕਿੱਥੇ ਜਾਵਾਂਗੇ? ਅਸੀਂ ਨੇਪਾਲ ਜਾਵਾਂਗੇ, ਜਾਂ ਬੰਗਲਾਦੇਸ਼ ਜਾਵਾਂਗੇ, ਜਾਂ ਅਫਰੀਕਾ ਜਾਵਾਂਗੇ, ਹੋਰ ਤੇ ਕਿਤੇ ਸਾਨੂੰ ਵੀਜ਼ਾ ਮਿਲਣਾ ਨਹੀਂ। ਹੁਣ ਤੇ ਹਰ ਕੋਈ ਆਪੋ ਆਪਣੇ ਬਾਰਡਰ ਬੰਦ ਕਰੀ ਬੈਠਾ। ਟਰੰਪ ਜਿਹੜਾ ਪਰਾਂ ਹੋ ਗਿਆ, ਨਹੀਂ ਤੇ ਇਹਦੇ ਤੇ ਹੋਰ ਵੀ ਰੋਜ਼ ਹੀ ਕੋਈ ਨਾ ਕੋਈ ਇਹੋ ਜਿਹਾ ਚੰਦ ਚਾੜਦਾ ਸੀਗਾ। ਇਸ ਲਈ ਅਸੀਂ ਬਾਹਰ ਨਹੀਂ ਜਾ ਸਕਦੇ। ਇਹਦਾ ਮਤਲਬ ਆਪਣੇ ਦੇਸ਼ ਦੇ ਅੰਦਰ ਹੀ ਅਸੀਂ ਆਪਣੇ ਦੇਸ਼ ਤੋਂ ਬਾਹਰ ਹੋ ਜਾਾਂਗੇ। ਸਾਡਾ ਇਹ ਦੇਸ਼, ਸਾਨੂੰ, ਅਸੀਂ ਆਪਣੇ ਦੇਸ਼ ਦੇ ਅੰਦਰ ਹੀ ਵਿਦੇਸ਼ੀਆਂ ਵਾਂਗੂ, ਖਾਨਾ ਵਿਦੋਸ਼ਾਂ ਵਾਂਗੂ ਹੋ ਜਾਾਂਗੇ। ਇਹ ਉਸ ਪਾਸੇ ਨੂੰ ਸਾਡੇ ਹੀ ਲੋਕਾਂ ਵੱਲੋਂ, ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ, ਆਪਣੇ ਹੀ ਦੇਸ਼ ਦੀ ਜਨਤਾ ਦੇ ਉੱਤੇ ਇੱਕ ਵੱਡਾ ਹਮਲਾ ਹੈਗਾ। ਬਿਲਕੁਲ ਉਹੀ ਰੂਪ ਹੈ ਜੋ ਅੰਗਰੇਜ਼ਾਂ ਨੇ ਸਾਰੀ ਦੁਨੀਆ 'ਚ ਕੀਤਾ, ਜਾਂ ਆਪਣੇ ਦੇਸ਼ 'ਚ ਵੀ ਕੀਤਾ, ਤੇ ਇਹ ਉਸ ਨੂੰ ਰਿਪੀਟ ਕਰ ਰਹੇ ਆ। ਇਹ ਕਰਵਾਉਣ ਦੇ ਵਿੱਚ ਕੱਲ ਪ੍ਰੋਫੈਸਰ ਸੁੱਚਾ ਸਿੰਘ ਨੇ ਇਹ ਕਾਫੀ ਗੱਲਾਂ ਕੀਤੀਆਂ ਹੋਣੀਆਂ, ਕਿਉਂਕਿ ਅਸੀਂ ਉਹਨਾਂ ਦੀਆਂ ਗੱਲਾਂ ਵੀ ਸੁਣੀਆਂ ਹੋਈਆਂ, ਉਹ ਮੇਰੇ ਗੱਲਾਂ 'ਚ ਵੀ ਜ਼ਰੂਰ ਰਿਫਲੈਕਟ ਕਰਨਗੀਆਂ। ਇਹ ਕਰਵਾ ਰਹੇ ਆ ਇੱਕ ਪਾਸੇ ਜਿਹੜੀਆਂ ਇੰਟਰਨੈਸ਼ਨਲ ਫਾਈਨੈਂਸਿੰਗ ਏਜੰਸੀਜ਼ ਆ, ਜਿਹਨੂੰ ਅਸੀਂ ਕਹਿੰਦੇ ਆ ਅੰਤਰਰਾਸ਼ਟਰੀ ਮੁਦਰਾ ਕੋਸ਼, IMF, ਵਰਲਡ ਬੈਂਕ, ਉਹਨਾਂ ਨੂੰ ਸਿਖਾਉਂਦਾ ਨਹੀਂ ਕਿ ਇਹ ਦੇਸ਼ ਜਿਹੜਾ ਖੁਸ਼ਹਾਲ ਹੋਵੇ। ਉਹ ਚਾਹੁੰਦੇ ਆ ਕਿ ਇਹ ਦੇਸ਼ ਕਮਜ਼ੋਰ ਰਹੇ, ਕਰਜ਼ਾਈ ਰਹੇ। ਉਹਨਾਂ ਨੂੰ ਆਪਣਾ ਇੱਕ ਜਿਸ ਤਰ੍ਹਾਂ ਸ਼ਾਹੂਕਾਰ ਦਾ ਹੁੰਦਾ, ਉਹਨਾਂ ਤੋਂ ਲੋਨ ਲੈ ਕੇ ਰਹੀਏ, ਤੇ ਉਹ ਸਾਡੇ ਤੇ ਦਬਾਅ ਪਾ ਕੇ ਆਪਣੀਆਂ ਪਾਲਿਸੀਆਂ ਲਾਗੂ ਕਰਾਉਣ, ਜਿਹੜੀਆਂ ਹੋਰ ਅੱਗੇ ਵਧੂ, ਜਿਹੜੇ ਅੱਗੇ ਡਿਵੈਲਪਡ ਕੰਟਰੀ ਹੈ, ਯੂਰਪ ਹੈ, ਜਰਮਨੀ ਹੈ, ਜਾਂ ਅਮਰੀਕਾ ਹੈ, ਉਹਨਾਂ ਨੂੰ ਸੂਟ ਕਰਨ। ਤੇ ਸਾਡਾ, ਅਸੀਂ ਫਿਰ ਇੱਕ ਉਸ ਦਬਾਅ ਰਾਹੀਂ, ਵਰਲਡ ਬੈਂਕ ਰਾਹੀਂ, IMF ਲਈ, WTO ਰਾਹੀਂ, ਉਹ ਸਾਡੇ ਤੇ ਫਿਰ ਸਾਨੂੰ ਦੁਬਾਰਾ ਅੰਗਰੇਜ਼ਾਂ ਵਾਂਗੂ ਕਬਜ਼ਾ ਤੇ ਦਬਦਬਾ ਬਣਾ ਲੈਣ। ਸਾਨੂੰ ਵੇਖਣ ਨੂੰ ਤੇ ਅਸੀਂ ਰਾਜਨੀਤਿਕ ਤੌਰ ਤੇ ਆਜ਼ਾਦ ਲੱਗੀਏ, ਪਰ ਆਰਥਿਕ ਤੌਰ ਤੇ ਪੂਰਨ ਤੌਰ ਤੇ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਲਈ ਮਜਬੂਰ ਹੋਈਏ। ਜਿਵੇਂ ਕਿ ਅੱਜ ਸਾਡੇ ਕਿਸਾਨਾਂ ਨੂੰ ਪਹਿਲਾਂ ਹੀ ਜਗ੍ਹਾ ਜਗ੍ਹਾ ਕਰਜ਼ੇ ਦੇ ਵਿੱਚ ਦੱਬਿਆ ਹੋਇਆ, ਤੇ ਉਹ ਉਹਨਾਂ ਦੇ ਇਸ਼ਾਰੇ ਤੇ ਹੀ ਰਹਿ ਸਕਦੇ ਆ। ਜ਼ਮੀਨਾਂ ਛੱਡ ਕੇ ਜਾਂ ਉਂਝ ਕਿਤੇ ਉਹ ਕਿਤੇ ਨਹੀਂ ਜਾ ਸਕਦੇ, ਕਿਉਂਕਿ ਹੋਰ ਕੋਈ ਜਗ੍ਹਾ ਨਹੀਂ। ਇਸ ਤਰੀਕੇ ਨਾਲ ਮੇਰਾ ਇਹ ਸੋਚਣਾ ਹੈਗਾ ਕਿ ਅੱਜ ਜਿਹੜਾ ਅਸੀਂ ਸਾਰਾ ਇਹ ਲੰਬੀ ਗੱਲਬਾਤ ਕਰ ਰਹੇ ਹਾਂ, ਕਿ ਆਉਣ ਵਾਲਾ ਸਮਾਂ ਜੇ ਇਸੇ ਤਰ੍ਹਾਂ ਰਿਹਾ, ਤੇ ਸਾਰੀਆਂ ਇਹ ਸਾਡੀਆਂ ਜਿਹੜੀਆਂ ਧਿਰਾਂ, ਭਾਵੇਂ ਉਹ
किसान आ, भावें उत्थे दे होर कारोबारी आ, भावें साडे दलित भाईचारा आ, भावें जिन्ने भी है, ਉਹਦੇ ਚੋਂ ਵੱਡੇ ਪੱਧਰ ਤੇ ਇੱਕ ਬੇਦਖਲੀ ਹੋਣ ਦਾ ਇਹ ਆਗਾਜ਼ ਹੈਗਾ ਤੇ ਇਹਦੇ ਵਿੱਚ ਸਾਰੀ ਜ਼ਿੰਮੇਵਾਰੀ ਜਿਹੜੀ ਆ ਹੋਣ ਵਾਲੀ ਸਰਕਾਰ ਦੀ ਹੈਗੀ। ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਐਜ਼ ਏ ਪ੍ਰੂਫ ਅੱਜ ਇੱਕ ਸਪੋਕਸਮੈਨ ਹੈਗਾ ਆ ਇੰਟਰਨੈਸ਼ਨਲ ਮੋਨਿਟਰੀ ਫੰਡ ਦਾ, ਉਹਨਾਂ ਦਾ ਅੱਜ ਬਿਆਨ ਆਇਆ, ਅੱਜ ਦੇ ਅਖਬਾਰਾਂ ਛਪਿਆ, ਤੁਸੀਂ ਦੇਖ ਲਿਓ, ਪੰਜਾਬੀ ਦੇ ਵਿੱਚ ਵੀ ਛਪਿਆ, ਅੰਗਰੇਜ਼ੀ 'ਚ ਵੀ ਛਪਿਆ, ਛੋਟਾ ਜਿਹਾ ਬਿਆਨ ਆ। ਉਹ ਕਹਿੰਦੇ ਕਿ ਜਿਹੜੇ ਤਿੰਨੇ ਕਾਨੂੰਨ ਬਣੇ ਆ, ਪਤਾ ਨਹੀਂ ਕਿਉਂ ਐਡਾ ਹੋ ਹੱਲਾ ਹੋ ਰਿਹਾ ਆ ਕਿ ਤਿੰਨੇ ਕਾਨੂੰਨ ਜੇ ਬਣ ਗਏ ਆ ਤੇ ਕੋਈ ਮਾੜੀ ਗੱਲ ਨਹੀਂ ਹੈਗੀ, ਇਹ ਤੇ ਠੀਕ ਆ। ਇਹੀ ਤੇ ਅਸੀਂ ਚਾਹੁੰਦੇ ਆ, ਇੰਨੀ ਦੇਰ ਦੀ ਤੁਹਾਡੇ ਤੋਂ ਮੰਗ ਕਰ ਰਹੇ ਸੀ, 20 ਸਾਲ ਹੋ ਗਏ ਆ। ਜੇ ਇਹ ਬਣ ਗਏ ਆ ਤੇ ਇਹਦੇ ਨਾਲ ਤੁਹਾਡੀ ਬਹੁਤ ਤਰੱਕੀ ਹੋਣ ਵਾਲੀ ਆ। ਹੁਣ ਇਹੀ ਗੱਲ ਕਹਿੰਦੇ ਆ ਨਾ ਅਸੀਂ ਵੀ ਉਹਨਾਂ ਦੇ ਦਬਾਅ ਥੱਲੇ ਬਣ ਰਹੇ ਆ, ਇੱਕ ਪਾਸੇ ਉਹਨਾਂ ਦਾ ਦਬਾਅ, ਦੂਜੇ ਪਾਸੇ ਅਡਾਨੀਆਂ ਅੰਬਾਨੀਆਂ ਦਾ ਦਬਾਅ। ਤੇ ਇਹ ਦਬਾਅ ਨਹੀਂ ਕਹਿ ਲਓ, ਇਹਨਾਂ ਦਾ ਆਪਣਾ ਸਾਡੇ ਪੋਲੀਟੀਕਲ ਲੋਕਾਂ ਦਾ ਲਾਲਚ ਵੀ ਹੈਗਾ। ਇਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡੇ ਦੇਸ਼ ਭਗਤ ਕਹਿੰਦੇ ਆ, ਮੈਂ ਤੇ ਕਹਿੰਦਾ ਇਹਦੇ ਚ ਹੁਣ ਤੁਸੀਂ ਇਹਨਾਂ ਗੱਲਾਂ ਤੋਂ, ਇਹਨਾਂ ਦੇ ਕਾਰਨਾਮਿਆਂ ਤੋਂ ਜੱਜਮੈਂਟ ਲਾ ਲਓ ਕਿ ਕਿੱਥੇ ਕਿੰਨੀ ਕੁ ਦੇਸ਼ ਭਗਤੀ ਇਹਨਾਂ ਚ ਹੈਗੀ ਹੈ ਕਿ ਜੋ ਇਹ ਪਾਲਿਸੀ ਲਿਆ ਰਹੇ ਆ ਉਹਨਾਂ ਦੀ IMF ਵਰਲਡ ਬੈਂਕ ਪ੍ਰੋੜਤਾ ਕਰ ਰਿਹਾ। ਪਰ ਇੱਕੋ ਹੀ ਉਹਨੇ ਨਾਲ ਗੱਲ ਕਹੀ ਹੈ ਕਿ ਥੋੜਾ ਜਿਹਾ ਕਿਸਾਨਾਂ ਦਾ, ਉਹਨਾਂ ਦਾ, ਮਾੜਾ ਗਰੀਬਾਂ ਦਾ ਖਿਆਲ ਰੱਖਿਓ। ਇਹ ਨਾ ਹੋਵੇ ਕਿ ਉਹ ਭੜਕ ਕੇ ਕੋਈ ਨਵਾਂ ਹੀ ਰਾਜਨੀਤਿਕ ਸੰਕਟ ਖੜਾ ਕਰ ਦੇਣ, ਜਿਵੇਂ ਕਿ ਹੁਣ ਸਾਰਾ ਦਿੱਲੀ ਨੂੰ ਘੇਰ ਕੇ ਖੜਾ ਕੀਤਾ। ਉਹਨਾਂ ਨੇ ਕਿਹਾ ਕਿ ਮਾੜਾ ਮੋਟਾ ਸੋਸ਼ਲ ਵੈਲਫੇਅਰ ਦਾ ਵੀ ਥੱਲੇ ਕੋਈ ਫੁੱਟਨੋਟ ਪਾ ਛੱਡੋ ਕਾਨੂੰਨਾਂ 'ਚ। ਮੋਇਆ ਨੇ ਕਰਨਾ, ਜਦੋਂ ਜਿਹਦਾ ਹੱਥ ਲੱਗ ਜੇ ਉਹ ਤੇ ਬੰਦੇ ਦੀਆਂ ਲਾਸ਼ਾਂ ਵੇਚ ਕੇ ਪੈਸੇ ਬਣਾ ਲੈਣ। ਉਹਨਾਂ ਨੂੰ ਕੋਈ ਜਿਹੜਾ ਕਾਰਪੋਰੇਟ ਕਲਚਰ ਹੁੰਦਾ ਉਹਦੇ ਵਿੱਚ ਕੋਈ ਕਿਸੇ ਲਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੁੰਦੀ ਕਿ ਜਿਹਦੇ 'ਚ ਉਹ ਭਾਵਨਾ ਹੋਵੇ ਕਿ ਦਇਆ ਭਾਵ ਇਮਾਨਦਾਰੀ, ਕੁਛ ਨਹੀਂ ਹੁੰਦਾ ਇਹੋ ਜਿਹਾ। ਉਹਦੇ ਸਿਰਫ ਤੇ ਸਿਰਫ ਇੱਕ ਹੈਂਕਰਿੰਗ ਫਾਰ ਪ੍ਰੋਫਿਟ, ਜਿਹਨੂੰ ਉਹ ਜਾਣੀ ਇੰਜ ਕਹ ਲਓ ਕਿ ਨਫੇ ਲਈ ਹਲਕਾਏ ਹੁੰਦੇ ਆ। ਆਪਾਂ ਹੁਣ ਇੱਥੇ ਤੱਕ ਚਲੋ ਇਸ ਗੱਲ ਨੂੰ ਇਸ ਹਿੱਸੇ ਨੂੰ ਖਤਮ ਕਰਦੇ ਹਾਂ ਕਿ ਜੇ ਕੋਈ ਅੱਜ ਐਡਾ ਵੱਡਾ ਵਾਪ ਰੋਲਾ ਉੱਠਿਆ, ਦਿੱਲੀ ਨੂੰ ਘੇਰਿਆ ਹੋਇਆ ਚਾਰੇ ਪਾਸਿਓਂ, ਬਾਕੀ ਸੂਬਿਆਂ ਚੋਂ ਵੀ ਥੋੜੀ ਬਹੁਤ ਸਪੋਰਟ ਹੈ, ਪਰ 3 ਸੂਬਿਆਂ ਚੋਂ ਤੇ ਕਾਫੀ ਵੱਡਾ ਵਾਪ ਰੋਲਾ, ਜਿਹੜਾ ਕਿ ਗ੍ਰੀਨ ਰੈਵੋਲੂਸ਼ਨ ਬੈਲਟ ਹੈਗੀ ਆ, ਜਾਂ ਜਿਹਨੂੰ ਕਹਿ ਲਓ ਜਾਟ ਬੈਲਟ ਤੇ ਪੂਰੀ ਬਾਗੀ ਸੁਰਾਂ ਦੇ ਵਿੱਚ ਹੈਗੀ ਆ, ਪੱਛਮੀ ਯੂਪੀ, ਹਰਿਆਣਾ ਤੇ ਪੰਜਾਬ। ਇੱਕ ਸਵਾਲ ਤੁਹਾਡਾ ਜ਼ਰੂਰ ਮੈਂ ਜਵਾਬ ਦਊਂਗਾ ਤੁਹਾਡੇ ਮਨ 'ਚ ਜੇ ਹੋਵੇ ਤੇ, ਕਿ ਉਹ ਇਹ ਹੈ ਕਿ ਇਹ ਸਭ ਤੋਂ ਪਹਿਲਾਂ ਪੰਜਾਬ ਚੋਂ ਕਿਉਂ ਉੱਠਿਆ। ਉਹਦੇ 2-3 ਕਾਰਨ ਜੋ ਮੈਨੂੰ ਸਮਝ ਪੈਂਦੇ ਆ, ਕਿਉਂਕਿ ਮੈਂ ਡੇ 1 ਤੋਂ ਹੀ ਨਾਲ ਹੀ ਮੂਵਮੈਂਟ ਦੇ ਵਿੱਚ ਹੈਗਾ। ਜਦੋਂ ਕਿਸਾਨ ਇੱਥੇ ਚੰਡੀਗੜ੍ਹ 'ਚ ਬਾਰ-ਬਾਰ ਕਿਸਾਨ ਭਵਨ 'ਚ ਮੀਟਿੰਗਾਂ ਕਰਦੇ ਸੀ, ਕੁਛ ਮੀਟਿੰਗਾਂ ਤੇ ਮੈਂ ਅਟੈਂਡ ਵੀ ਕੀਤੀਆਂ ਜਿੰਨੀਆਂ ਮੈਂ ਕਰ ਸਕਦੇ ਸੀ। ਜਦੋਂ ਇਹ ਪੰਜਾਬ ਵਾਲਾ ਕਾਨੂੰਨ ਅਸੈਂਬਲੀ 'ਚ ਪਾਸ ਹੋਣਾ ਸੀ, ਮੈਨੂੰ ਤੇ RS ਬੈਂਸ ਨੂੰ ਕਿਸਾਨ ਵੀਰਾਂ ਨੇ ਡਿਊਟੀ ਵੀ ਲਾਈ ਸੀ ਕਿ ਤੁਸੀਂ ਉਹ ਕਾਨੂੰਨ ਜਿਹੜਾ ਨੰਦਾ ਅਤੁਲ ਨੰਦਾ ਕੋਲੋਂ ਠੀਕ ਠਾਕ ਆਪਣੀ ਦੇਖ ਰੇਖ 'ਚ ਠੀਕ ਕਰਵਾ ਕੇ ਅਸੈਂਬਲੀ 'ਚ ਪਾਸ ਹੋਣ ਦਿਓ। ਅਸੀਂ ਜਿੰਨੇ ਕੁ ਵਿਊ ਸੀ ਉਹ ਦਿੱਤੇ, ਹਾਲਾਂਕਿ ਮੰਨਣਾ ਤੇ ਸਰਕਾਰ ਨੇ ਆਪਣੀ ਮਰਜ਼ੀ ਨਾਲ ਹੁੰਦਾ, ਤੇ ਉਹ ਅਤਲ ਨੰਦੇ ਦਾ ਵੀ ਨਹੀਂ ਚੱਲਦਾ, ਉਹ ਤੇ ਫਿਰ ਜੋ ਪੋਲੀਟੀਕਲ ਲੈਵਲ ਤੇ ਜੋ ਵੀ ਹੋਣਾ ਉਹ ਹੋਇਆ। ਮੈਂ ਇਸ ਕਰਕੇ ਦੱਸ ਰਿਹਾ ਕਿ ਮੈਂ ਸ਼ੁਰੂ ਤੋਂ ਇਸ ਮੂਵਮੈਂਟ ਦੇ ਨਾਲ ਇਨਵੋਲਵਡ ਰਿਹਾ ਹਾਂ, ਇਸ ਕਰਕੇ ਮੈਂ ਥੋੜਾ ਅੰਦਾਜ਼ਾ ਲਗਾਤਾਰ ਲਾਉਂਦਾ ਰਿਹਾ ਵੀ ਇਹ ਕਿਵੇਂ ਹੋਇਆ ਕਿ ਪੰਜਾਬ ਤੋਂ ਸਭ ਤੋਂ ਵੱਡਾ ਵਾਪ ਰੋਲਾ ਉੱਠਿਆ ਹੋਵੇ, ਕਿਉਂ ਹੋਇਆ। ਉਹਦੀਆਂ 3-4 ਕਾਰਨ ਜਿਹੜੇ ਮੁੱਖ ਤੌਰ ਤੇ ਮੈਨੂੰ ਸਮਝ ਪੈਂਦੀ ਹੈ। ਇੱਕ ਤੇ ਇਹ ਕਿ ਸਾਡਾ ਵੈਸੇ ਜੁਝਾਰੂ ਵਿਰਸਾ, ਇੱਥੇ ਬਹੁਤ ਬੜੀਆਂ ਲੈਫਟ ਦੀਆਂ ਮੂਵਮੈਂਟ ਰਹੀਆਂ, ਇੱਥੇ ਬਾਗੀ ਜਿਹੜਾ ਜੁੱਸਾ ਸਾਡਾ ਸੋਚ ਆ ਕਿ ਜੇ ਸਾਡੇ ਨਾਲ ਸਾਨੂੰ ਬੇਇਨਸਾਫੀ ਦਿਸੇ ਤੇ ਫਿਰ ਅਸੀਂ ਅਸਲੇ ਰੰਗ 'ਚ ਮਿੰਟ 'ਚੋਂ ਦੀ ਆ ਜਾਂਦੇ ਹਾਂ, ਜਾਣੀ ਸੀਖ ਪਾਉ ਹੋ ਜਾਂਦੇ ਹਾਂ ਕਿ ਜਾਵੇ ਨਾ, ਫੜ ਲਓ ਇਹਨੂੰ। ਇਹ ਸਾਡੇ ਕੁਛ ਸਮਝ ਲਓ ਕਿ ਸਾਡੀ ਜਿਹੜੇ ਸਮਾਜਿਕ ਸੰਸਕਾਰ ਹੈਗੇ ਆ ਉਹਦੇ 'ਚੋਂ ਨਿਕਲਦਾ, ਉਹਦੇ 'ਚ ਪਾਣ ਚੜੀ ਹੋਈ ਆ ਸਾਡੀ ਸਿੱਖ ਫਲਸਫੇ ਦੀ ਕਿ ਇਹ ਤੇ ਨਹੀਂ ਹੋ ਸਕਦਾ ਕਿ ਤੁਸੀਂ ਜਾਤ ਦੇ, ਧਰਮ ਦੇ ਜਾਂ ਆਰਥਿਕ ਤੌਰ ਤੇ ਕਿਸੇ ਨੂੰ ਲੁੱਟ ਕੇ, ਕਸੁੱਟ ਕੇ, ਧੱਕਾ ਕਰਕੇ ਤੁਸੀਂ ਚੈਨ ਦੀ ਜ਼ਿੰਦਗੀ ਜੀ ਸਕੋ। ਇਹ ਕੋਈ ਇਸ ਕਰਕੇ ਜਿਹੜੀ ਸਿੱਖ ਫਲਸਫੇ ਦੀ ਵੀ ਮੁੱਖ ਤੌਰ ਤੇ ਜਿਹੜਾ ਲੰਗਰ, ਸੰਗਤ, ਪੰਗਤ, ਭਾਈਚਾਰਾ, ਇਮਾਨਦਾਰੀ, ਪਾਰਦਰਸ਼ਤਾ, ਇਹ ਸਾਰਾ ਕੁਛ ਜਿਹੜਾ ਉਸ ਦੀ ਵੀ ਪਾਣ ਜਿਹੜੀ ਹੈ, ਪਹਿਲਾਂ ਹੀ ਜਿਹੜੇ ਲੋਕ ਸਾਡੇ ਇੱਥੇ ਦੇ ਲੜਾਕੂ ਲੋਕ ਹੈਗੇ, ਜਾਂ ਜਿਹੜਾ ਉਹਨਾਂ ਦੇ ਲੜਾਕੂ ਦਾ ਮਤਲਬ ਨੈਗੇਟਿਵ ਸੈਂਸ ਵਿੱਚ ਨਹੀਂ, ਜੁਝਾਰੂ ਕਹਿ ਲੈਣਾ ਮੈਂ, ਕਿ ਉਸ ਜੁਝਾਰੂ ਲੋਕ ਹੈਗੇ, ਜਦੋਂ ਉਹਨਾਂ ਨੂੰ ਉਸ ਫਲਸਫੇ ਦੇ ਵਿੱਚ ਇੱਕ ਨਵੇਂ ਤੌਰ ਤੇ ਹੋਰ ਸਹਾਰਾ ਮਿਲਦਾ ਤਾਂ ਉਹ ਹੋਰ ਵੀ ਇੱਕ ਵਾਕਿਆ ਹੀ
ਸਿੰਘ ਜਿਹਨੂੰ ਜਾਂ ਸ਼ੇਰ ਕਹਿ ਲਓ, ਸ਼ੇਰਾਂ ਵਾਂਗੂ ਦਹਾੜਦੇ ਆ, ਸ਼ੇਰ ਹੀ ਸਮਝਦੇ ਆ, ਔਰ ਉਸ ਕਿਸਮ ਦਾ ਉਹਨਾਂ ਦਾ ਬਣਦਾ। ਤੀਸਰਾ ਕਾਰਨ ਇਕਨੋਮਿਕ ਵੀ ਹੈਗਾ। ਤੀਸਰਾ ਕਾਰਨ ਇਕਨੋਮਿਕ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿ ਸਭ ਤੋਂ ਵੱਧ ਜੇ ਕੋਈ ਇਹਨੂੰ ਘਾਟਾ ਤੇ ਕਸਾਰਾ ਤੇ ਤੁਰੰਤ ਜਿਹੜਾ ਧੱਕਾ ਲੱਗਣਾ ਆ, ਉਹ ਪੰਜਾਬੀ ਕਿਸਾਨ ਨੂੰ ਲੱਗਣਾ, ਕਿਉਂਕਿ ਅਸੀਂ ਆਲਰੇਡੀ ਮਾਰਜਨ ਖੋ ਚੁੱਕੇ ਹਾਂ। ਕਰਜ਼ੇ 'ਚ ਇੰਨੇ ਜ਼ਿਆਦਾ ਦੱਬੇ ਹੋਏ ਆ ਕਿ ਜੇ ਮਾੜਾ ਜਿਹਾ ਵੀ ਸਾਨੂੰ ਝਟਕਾ ਲੱਗੇ ਤੇ ਅਸੀਂ ਡਿੱਗ ਪਾਂਗੇ। ਉਹ ਜਿਸ ਤਰ੍ਹਾਂ ਅੰਗਰੇਜ਼ੀ ਦੇ ਵਿੱਚ ਇੱਕ ਐਕਸਪ੍ਰੈਸ਼ਨ ਹੁੰਦਾ ਹੈ ਕਿ ਲਾਸਟ ਸਟਰਾ ਦੈਟ ਬ੍ਰੋਕ ਦਾ ਕੈਮਲਸ ਬੈਕ, ਵੀ ਇੱਕ ਮੜ ਜਾ ਤੀਲਾ ਰੱਖਣ ਵਾਲੀ, ਕਿਉਂਕਿ ਉਹਦੇ 'ਚ ਇੰਨਾ ਹੀ ਹੋਰ ਭਾਰ ਨੇ, ਉਹਦੀ ਕੈਮਲ ਦੀ ਬੈਕ ਤੋੜ ਦੇਣੀ ਸੀ। ਸਾਡੀ ਹਾਲਤ ਉਹੋ ਜਿਹੀ ਬਣੀ ਹੋਈ ਹੈ ਕਿ ਮਾੜਾ ਜਿਹਾ ਵੀ ਸਾਨੂੰ, ਅਸੀਂ ਇੰਨੇ ਪੈਰਾਂ ਤੋਂ ਉਖੜੇ ਹੋਏ ਆ ਸਾਡੇ ਕਿਸਾਨ ਵੀਰ, ਇੰਨਾ ਕਰਜ਼ਾ, ਇੰਨੇ ਖਰਚੇ, ਜਾਣੀ ਮਾਰਕੀਟ ਦੇ ਇੰਨੇ ਜ਼ਿਆਦਾ ਖਰਚੇ ਹੈਗੇ ਆ ਕਿ ਉਹ ਸਾਡੇ ਤੋਂ ਖਰਚੇ ਹੀ ਪੂਰੇ ਨਹੀਂ ਹੁੰਦੇ। ਤਾਂ ਉਸ ਲਈ ਵੀ ਚਿੰਤਾ ਇੱਕਦਮ ਵਧੀ। ਚੌਥਾ ਕਾਰਨ ਮੈਂ ਸਮਝਦਾ ਕਿ ਸਾਡੇ ਮੂਵਮੈਂਟਸ ਦਾ, ਜਿੱਥੇ ਇੱਕ ਬੜਾ ਵੱਡੀਆਂ ਸਾਡੇ ਕੋਲ ਯੂਨੀਅਨਾਂ ਦਾ, ਹੋਰ ਲੜਾਕੂ ਯੂਨੀਅਨਾਂ ਦਾ ਲਗਾਤਾਰ ਇੱਕ ਬਹੁਤ ਵੱਡਾ ਆਧਾਰ ਮਨਜ਼ੂਰ ਹੈਗਾ, ਅਵੇਲੇਬਲ ਹੈਗਾ ਸੀਗਾ, ਨਾਲ ਹੀ ਨਾਲ ਇੱਕ ਚੇਤਨਾ ਦਾ ਵੀ ਬਹੁਤ ਅਹਿਮ ਭੂਮਿਕਾ। ਸਾਡੀ ਲੀਡਰਸ਼ਿਪ ਦੇਖੋ, ਉਹਦੇ 'ਚ ਕੱਲੇ ਦਾ ਮੈਂ ਨਾਂ ਨਹੀਂ ਲੈਣਾ, ਕਿਉਂਕਿ ਜੇ ਕੁਛ ਦਾ ਰਹਿ ਗਿਆ ਤੇ ਉਹਨਾਂ ਕਹਿਣਾ ਫਲਾਣੇ ਦਾ ਲੈ ਤਾ ਤੇ ਮੇਰਾ ਨਹੀਂ ਲਿਆ। ਪਰ ਉਹ ਸਾਰੇ ਲੀਡਰ ਬਹੁਤ ਹੀ ਪੜ੍ਹੇ ਲਿਖੇ ਆ, ਔਰ ਜਿੱਥੇ ਨਹੀਂ ਵੀ ਉਹਨਾਂ ਨੂੰ ਸਮਝ ਪੈਂਦੀ, ਉਹ ਤੁਰੰਤ ਪੰਜਾਬ ਦੇ ਅੰਦਰ ਵੀ, ਮੈਨੂੰ ਪਤਾ ਮੀਟਿੰਗਾਂ ਹੁੰਦੀਆਂ ਰਹੀਆਂ, ਅਸੀਂ ਮਦਦ ਲੈਂਦੇ ਰਹੇ ਹਾਂ ਵਕੀਲਾਂ ਦੀ ਕਿ ਸਾਨੂੰ ਆ ਕਾਨੂੰਨ ਦੀ ਪੁੱਠੀ ਸਿੱਧੀ ਜੀ ਭਾਸ਼ਾ ਹੁੰਦੀ ਹੈ, ਇਹ ਸਾਨੂੰ ਸਮਝਾਓ ਕਿ ਇਹਦਾ ਅਸਲੀ ਮਾਨੇ ਕੀ ਹੈ, ਇਹਦੀਆਂ ਇੰਪਲੀਕੇਸ਼ਨ ਕੀ ਹੋਣਗੀਆਂ। ਇਸੇ ਤਰੀਕੇ ਨਾਲ ਜਦੋਂ ਦਿੱਲੀ 'ਚ ਗਏ ਤਾਂ ਉੱਥੇ ਵੀ ਦੁਸ਼ਯੰਤ ਦਵੇ ਹੈਗੇ ਆ, ਫੂਲਕਾ ਜੀ, ਪ੍ਰਸ਼ਾਂਤ ਭੂਸ਼ਣ ਹੈਗੇ, ਤਾਂ ਗੋਂਸਾਲਵੀਜ਼ ਆ, ਬਹੁਤ ਹੀ ਐਮੀਨੈਂਟ ਜਿਹੜੇ ਪ੍ਰੋ ਪੀਪਲ ਟਾਈਪ ਸਾਡੇ ਕੋਲੋਂ ਵਕੀਲ ਹੈਗੇ ਆ। ਕੋਈ ਉਹਨਾਂ ਦਾ ਆਪਣਾ ਨਿੱਜੀ ਲੋਭ ਲਾਲਚ ਹੈ ਨਹੀਂ, ਉਹ ਸੇਵਾ 'ਚ ਆ ਗਏ। ਤੇ ਇਸ ਲਈ ਇਹ ਜਿਹੜੇ ਸਾਡੇ ਜਾਗਰੂਕ ਕੌਂਸ਼ੀਅਸਨੈਸ ਜਾਂ ਰਾਜਨੀਤਿਕ ਚੇਤਨਾ ਜਿਹੜੀ ਸੀ, ਇਹ 4-5 ਫੈਕਟਰਾਂ ਨੇ ਬਹੁਤ ਅਹਿਮ ਭੂਮਿਕਾ ਕੀਤੀ ਕਿ ਇੱਥੋਂ ਫੌਜਾਂ ਉੱਠ ਕੇ ਅਲੀ ਕਰਦੀਆਂ ਦਿੱਲੀ ਵੱਲ ਨੂੰ ਚੱਲ ਪਈਆਂ। ਇੱਕ ਦੋ ਗੱਲਾਂ ਮੈਂ ਹੋਰ ਕਰਕੇ ਤੇ ਇਸ ਨੂੰ ਖਤਮ ਕਰੂੰਗਾ। ਇੱਕ ਗੱਲ ਤੇ ਇਹ ਹੋਣੀ ਚਾਹੀਦੀ ਹੈ ਕਿ ਇਹਦਾ ਐਂਡ ਕੀ ਹੋਊਗਾ। ਦੇਖੋ, ਇਹ ਜਿਹੜੀ ਮੂਵਮੈਂਟ ਹੈ, ਇਸ ਨੂੰ ਜਿਸ ਤਰ੍ਹਾਂ ਮੈਂ ਬਹੁਤ ਹੀ ਲੰਬੀ ਚੌੜੀ ਭੂਮਿਕਾ ਲਾਰਡ ਕਾਰਨਵਾਲਿਸ ਤੋਂ ਵੀ ਦੇਤੀ, ਇੰਗਲੈਂਡ ਦੀ ਵੀ 16ਵੀਂ 17ਵੀਂ ਸੈਂਚੁਰੀ ਦੀ ਹਿਸਟਰੀ ਲੈ ਕੇ ਆ ਗਿਆ, ਫਿਰ ਮੈਂ ਕਾਨੂੰਨਾਂ ਤੇ ਵੀ ਆ ਗਿਆ, ਫਿਰ ਮੈਂ ਹੁਣ ਇੱਥੇ ਤੱਕ ਪਹੁੰਚ ਕੇ, ਇਹ ਕੁਦਰਤੀ ਆ ਕਿ ਇਹ ਤੇ ਮੂਵਮੈਂਟ ਚੱਲ ਰਹੀ ਹੈ ਤੇ ਇਹਦਾ ਐਂਡ ਰਿਜ਼ਲਟ ਹੁਣ ਕੀ ਨਿਕਲੂਗਾ, ਇਹ ਸੋਚਣ ਵਾਲੀ ਗੱਲ ਹੈਗੀ ਹੈ। ਮੇਰਾ ਖਿਆਲ ਹੈ ਕਿ ਇਹੋ ਜਿਹੀ ਮੂਵਮੈਂਟ ਦੀ ਹਾਰ ਕਦੀ ਹੋ ਹੀ ਨਹੀਂ ਸਕਦੀ। ਕਿਉਂ? ਉਹ ਇਹ ਨਹੀਂ, ਟੈਕਨੀਕਲੀ ਜੋ ਮਰਜ਼ੀ ਹੋਵੇ, ਕਾਨੂੰਨ ਵਾਪਸ ਹੁੰਦੇ ਆ ਜਾਂ ਨਹੀਂ ਹੁੰਦੇ, ਕੀ ਨਹੀਂ ਹੁੰਦਾ, ਪਰ ਜੋ ਆਧਾਰ ਇਸ ਮੂਵਮੈਂਟ ਦਾ ਬਣ ਗਿਆ, ਔਰ ਜਿਸ ਢੰਗ ਦੇ ਨਾਲ ਉੱਥੇ ਬੇਗਮਪੁਰਾ ਵਸ ਗਿਆ, ਔਰ ਜਿਸ ਸ਼ਿੱਦਤ ਦੇ ਨਾਲ, ਜਿਸ ਏਕੇ ਦੇ ਨਾਲ, ਜਿਸ ਇਮਾਨਦਾਰੀ ਦੇ ਨਾਲ, ਔਰ ਜਿਸ ਕੁਰਬਾਨੀ ਦੇ ਮਾਦੇ ਦੇ ਨਾਲ ਉਹ ਸਾਰੇ ਵੀਰ ਸੱਜਣ ਉੱਥੇ ਇਕੱਠੇ ਹੋਏ ਆ, ਉਹ ਸਿਰਫ ਉਹਨੂੰ ਇੱਕ ਟੈਂਪਰੇਰੀ ਫਨੋਮਨਾ, ਇੱਥੋਂ ਤੱਕ ਨਾ ਸਮਝੋ ਕਿ ਕਾਨੂੰਨ ਵਾਪਸ ਕਰ ਦੇਣਗੇ ਤੇ ਉਹ ਇੱਥੇ ਘਰ ਆ ਕੇ ਚੁੱਪ ਕਰਕੇ ਬਹਿ ਜਾਣਗੇ। ਨਾ, ਇਹ ਤੇ ਇੱਕ ਬਹੁਤ ਵੱਡੀ ਕਿਸਾਨ ਯੂਨੀਵਰਸਿਟੀ ਖੁੱਲ ਗਈ ਹੈ, ਔਰ ਉਸ ਯੂਨੀਵਰਸਿਟੀ ਦੇ ਅੰਦਰ, ਉਸ ਬੇਗਮਪੁਰੇ ਦੇ ਸ਼ਹਿਰ ਦੇ ਅੰਦਰ ਜਿਹੜੀ ਇੱਕ ਕਿਸਾਨ ਯੂਨੀਵਰਸਿਟੀ ਖੁੱਲੀ ਹੈ, ਉਹਦੇ ਤੋਂ ਲਗਾਤਾਰ ਜਿਹੜੇ ਸਾਡੇ ਨੌਜਵਾਨ, ਸਾਡੇ ਬਜ਼ੁਰਗ ਜਾਂ ਹੋਰ ਉੱਥੇ ਸਿੱਖਿਆ ਲੈ ਰਹੇ ਆ, ਰੋਜ਼ ਸਕੂਲ ਲੱਗਦੇ, ਹਰ ਜਗ੍ਹਾ ਸਟੇਜ ਲੱਗੀ ਹੈ, ਉਹਦੇ ਤੇ 4-5 ਘੰਟੇ ਉੱਥੇ ਜਿਹੜਾ ਲਗਾਤਾਰ ਉੱਥੇ 4-4, 5-5 ਘੰਟੇ, 6-6 ਘੰਟੇ, 7-7 ਘੰਟੇ ਲੈਕਚਰ ਹੁੰਦੇ ਆ। ਹਰ ਬੰਦਾ ਸੰਗੀਤ, ਹੋਰ ਸਾਰੀਆਂ ਗੱਲਾਂ ਜਿਹੜੇ ਵੀ ਹਰ ਕੋਈ ਜਿਹੜਾ ਜੀਵਨ ਦੇ ਵਿੱਚ ਜ਼ਰੂਰਤਾਂ ਆ, ਉਹ ਸਟੇਜ ਦੇ ਉੱਤੇ ਉੱਥੇ ਕੰਡਕਟ ਹੁੰਦੀਆਂ। ਉਹਦੇ ਤੋਂ ਲਗਾਤਾਰ ਲੋਕਾਂ ਦਾ ਇੱਕ ਨਵੀਂ ਕਿਸਮ ਦੀ ਯੂਨਿਟੀ 'ਚ ਵਿਸ਼ਵਾਸ, ਏਕੇ 'ਚ ਰਹਿ ਕੇ ਇੱਕ ਨਵੇਂ ਕਿਸਮ ਦੇ ਰਾਜਨੀਤਿਕ ਅਨੁਭਵ ਦਾ ਵੀ ਇੱਥੇ ਦਿਖ ਰਿਹਾ। ਦੇਖੋ, ਸਾਡੀ ਨੌਜਵਾਨ ਪੀੜ੍ਹੀ ਨੇ ਏਡੀ ਵੱਡੀ ਮੂਵਮੈਂਟ ਕਦੀ ਨਹੀਂ ਸੀ ਦੇਖੀ। ਸਾਡੇ ਤੇ ਇਹ ਦੋਸ਼ ਲੱਗਦਾ ਸੀਗਾ ਕਿ ਦੇਖੋ ਨਸ਼ਿਆਂ ਵੱਲ ਚਲੇ ਗਏ, ਇਹ ਬੇਰੁਜ਼ਗਾਰ ਆ, ਇਹ ਕਰਨ ਜੋਗੇ ਕੁਛ ਨਹੀਂ ਰਹੇ, ਇਹ ਤੇ ਜਦੋਂ ਆਰਮੀ ਦੀ ਭਰਤੀ ਆਉਂਦੀ ਆ, ਪੁਲਿਸ ਦੀ ਭਰਤੀ ਆਉਂਦੀ ਆ, ਭੱਜ ਨਹੀਂ ਪੈਂਦੇ ਸਕਦੇ, ਡਿੱਗ ਪੈਂਦੇ, ਆਹ ਹੋ ਗਿਆ, ਉਹ ਹੋ ਗਿਆ।
ਐਸ ਜਿਹੜੀ ਯੂਨੀਵਰਸਿਟੀ ਖੁੱਲੀ ਹੈ ਕਿਸਾਨ ਯੂਨੀਵਰਸਿਟੀ ਬੇਗਮਪੁਰੇ 'ਚ ਬਾਰਡਰਾਂ ਦੇ ਉੱਤੇ, ਉਸ ਦੇ ਵਿੱਚ ਉਹਨੇ ਇਹ ਸਾਡੇ ਨੌਜਵਾਨਾਂ ਨੂੰ ਨਵੀਂ ਚੇਤਨਾ ਜਿਹੜੀ ਸੱਭਿਆਚਾਰਕ ਇਤਿਹਾਸ ਤੋਂ ਜਾਗਰੂਕ ਕਰਨਾ, ਉਹਨਾਂ ਨੂੰ ਆਪਣੀਆਂ ਰੂਟਸ ਤੋਂ ਜਾਗਰੂਕ ਕਰਨਾ, ਉਹਨਾਂ ਨੂੰ ਜ਼ਿੰਮੇਵਾਰ ਬਣਾਉਣਾ ਔਰ ਉਹਨਾਂ ਨੂੰ ਰਾਜਨੀਤਿਕ ਦੇ ਦਾਅ ਪੇਚਾਂ ਦੇ ਉੱਤੇ ਟ੍ਰੇਨਿੰਗ ਕਰਨੀ। ਇਹ ਤੇ ਇਸੇ ਤਰੀਕੇ ਨਾਲ ਜਿਵੇਂ ਸਾਡੇ 10ਵੇਂ ਗੁਰੂ ਸਾਹਿਬ ਨੇ ਫੌਜਾਂ ਤਿਆਰ ਕੀਤੀਆਂ, ਇਹ ਉਸ ਕਿਸਮ ਦੀ ਲਗਾਤਾਰ ਉਸ ਮਾਹੌਲ ਦੇ ਵਿੱਚ ਇਹ ਫੌਜਾਂ ਤਿਆਰ ਹੋ ਰਹੀਆਂ, ਇਹਨੂੰ ਬਿਲਕੁਲ ਘੱਟ ਨਾ ਸਮਝਿਓ। ਔਰ ਇਹ ਜਿਹੜੀ ਚੇਤਨਾ ਜਦੋਂ ਇੱਕ ਵਾਰੀ ਆ ਜਾਂਦੀ ਹੈ, ਜਿਵੇਂ ਅਸੀਂ ਸਾਈਕਲ ਚਲਾਉਣਾ ਇੱਕ ਵਾਰੀ ਜੇ ਸਿੱਖ ਲਈਏ ਸਕਿੱਲ, ਤੇ ਉਹ ਮੁੜ ਕੇ ਭਾਵੇਂ 10 ਸਾਲ ਨਾ ਚਲਾਓ ਉਸੇ ਤਰ੍ਹਾਂ ਦੁਬਾਰਾ ਚਲਾ ਸਕਦੇ ਹਾਂ, ਸਾਡੇ ਕੋਲ ਰਹਿੰਦਾ। ਇਹ ਚੇਤਨਾ ਸਾਰੀ ਉਮਰ ਕੋਲ ਰਹਿੰਦੀ ਹੈ, ਇਹ ਤਜਰਬੇ ਸਾਰੀ ਉਮਰ ਕੋਲ ਰਹਿੰਦੇ ਆ, ਇੱਥੋਂ ਤੱਕ ਕਿ ਅਗਲੀਆਂ ਪੀੜ੍ਹੀਆਂ ਤੱਕ ਵੀ ਟਰਾਂਸਮਿਟ ਕੀਤੇ ਜਾਂਦੇ ਆ ਇਹ ਤਜਰਬੇ, ਭਾਵੇਂ ਉਹ ਲਿਖ ਕੇ ਹੋਣਗੇ, ਭਾਵੇਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਹੋਣਗੇ ਜਾਂ ਕਿਸੇ ਵੀ ਤਰੀਕੇ ਨਾਲ ਹੋਣਗੇ। ਇਹ ਬਹੁਤ ਸਾਰੀਆਂ ਮੂਵੀਆਂ ਬਣ ਰਹੀਆਂ, ਫਿਲਮਾਂ ਬਣ ਰਹੀਆਂ, ਇਹ ਸਾਰਾ ਲਗਾਤਾਰ ਚੱਲਦਾ ਰਹਿਣਾ। ਇਸ ਲਈ ਮੈਂ ਇਹ ਸਮਝਦਾ ਕਿ ਜਿਹੜਾ ਇਹ ਉਪਰਾਲਾ ਹੋਇਆ, ਇਸ ਦਾ ਮੂੰਹ ਜਿਹਨੂੰ ਕਹਿੰਦੇ ਟਿਪ ਆਫ ਦਾ ਆਈਸਬਰਗ, ਇਹਦਾ ਟਿਪ ਜਿਹੜਾ ਛੋਟਾ ਜਿਹਾ ਹਿੱਸਾ ਸਾਨੂੰ ਉਹ ਤੇ 3 ਕਾਨੂੰਨਾਂ 'ਚ ਦਿਖਦਾ। ਅਸਲ ਮਾਨਿਆਂ 'ਚ ਇਹਨਾਂ ਸਾਡੇ ਵੀਰਾਂ ਨੇ ਜੇ ਦੇਖਿਆ ਜਾਏ ਤਾਂ ਉਹ ਸਾਰੀ ਕਾਇਨਾਤ ਦੁਨੀਆ ਦਾ ਜਿਹੜਾ ਪਸਾਰਾ ਮਾਡਰਨਟੀ ਦਾ ਹੋਇਆ, ਜਿਹਨੂੰ ਜਿਹੜਾ ਵਰਲਡ ਬੈਂਕ ਜਾਂ ਇਹੋ ਜਿਹੀਆਂ ਵੱਡੀਆਂ WTO ਜਾਂ ਇਹ IMF ਵਰਗੇ ਸਾਰੇ ਲੋਕਾਂ ਦੀਆਂ ਇਕੋਨਮੀਆਂ ਤੇ ਦੇਸ਼ਾਂ ਤੇ ਕਬਜ਼ਾ ਕਰੀ ਬੈਠੇ ਆ, ਉਹਨਾਂ ਨੂੰ ਚੁਣੌਤੀਆਂ, ਅਡਾਨੀਆਂ ਅਬਾਨੀਆਂ ਨੂੰ ਚੁਣੌਤੀਆਂ, ਸਿੱਧੇ ਸਿੱਧੇ ਪੋਸਟਰ ਵੀ ਲਾਏ ਹੋਏ ਆ। ਇਸੇ ਕਰਕੇ ਇਹ ਵੀ ਉਹਨਾਂ ਦੀ ਰਾਜਨੀਤਿਕ ਚੇਤਨਾ ਦੇ ਹਿੱਸੇ ਕਰਕੇ ਹੀ ਉਹ ਸਿੱਧਾ ਕਹਿੰਦੇ ਕਿ ਅਸਲ 'ਚ ਚੋਰ ਤੇ ਇਹ ਆ, ਭਾਵੇਂ ਝੂਠੇ ਤੇ ਇਹ ਹੈਗੇ ਆ ਮੋਦੀ ਜੀ ਤੇ ਉਹਨਾਂ ਦੇ ਅਮਿਤ ਸ਼ਾਹ ਤੇ ਉਹਨਾਂ ਦੇ ਹੋਰ ਨਾਲ ਦੇ ਹੋਣਗੇ ਜਿਨ੍ਹਾਂ ਨੇ ਪਾਸ ਕਰਕੇ ਕਾਨੂੰਨ ਲਿਆਂਦੇ ਆ। ਅਸਲ ਮਾਨੇ ਤੇ ਜਿਹੜੀ ਚੋਰ ਦੀ ਮਾਂ ਉਹ ਪਿੱਛੇ ਬੈਠੀ ਆ, ਉਹ ਉਹੋ ਹੀ ਹੈਗਾ। ਉਹਨਾਂ ਨੂੰ ਵੀ ਇਹਨਾਂ ਨੇ ਥੋੜਾ ਉਹਦੇ ਵਿਰੁੱਧ ਵੀ ਰੋਸ ਜਿਹੜਾ ਪ੍ਰਗਟ ਹੋਇਆ। ਇਸ ਲਈ ਇਸ ਮੂਵਮੈਂਟ ਦਾ ਮੇਰੀ ਬੇਨਤੀ ਇਹੀ ਹੈਗੀ ਹੈ ਕਿ ਉਸ ਦਾ ਜਿਹੜਾ ਅਸਲ ਮਾਨਿਆਂ 'ਚ ਤੁਸੀਂ ਜੇ ਮੁਲੰਕਣ ਕਰਨਾ ਆ ਤਾਂ ਉਸ ਨੂੰ ਇਹਨਾਂ ਕਾਨੂੰਨਾਂ ਤੱਕ ਸੀਮਤ ਕਰਕੇ ਨਾ ਦੇਖੋ। ਇਹ ਥੋੜੀ ਜਿਹੀ ਫੌਜ ਨੇ, ਕੁਝ ਕੁ ਲੱਖ ਲੋਕਾਂ ਨੇ ਉਸ ਸਾਰੀ ਦੁਨੀਆ ਦੇ ਪ੍ਰਭਾਵ ਨੂੰ, ਜਿਹੜਾ ਦਬਾਅ ਨੂੰ, ਜਾਣੀ ਇੱਕ ਨਵਾਂ ਫਾਈਨੈਂਸ਼ੀਅਲ ਕਲੋਨੀਅਲਿਜ਼ਮ ਕਹੋ ਤੁਸੀਂ, ਜਿਹੜਾ ਤੁਸੀਂ ਫਾਈਨੈਂਸ਼ੀਅਲ ਬਸਤੀਵਾਦ ਜਿਹੜਾ ਇਹਨਾਂ ਵਰਲਡ ਬੈਂਕ IMF ਰਾਹੀਂ ਫੈਲਾਇਆ ਹੋਇਆ, ਉਸ ਨੂੰ ਚੁਣੌਤੀ ਆ। ਔਰ ਉਹਦੇ ਏਜੰਟ ਹੈ ਇੱਥੇ ਲੋਕਲ ਸਾਡੇ ਅਡਾਨੀ ਅਬਾਨੀ ਤੇ ਹੋਰ ਉਹਨਾਂ ਵਰਗੇ। ਇਸ ਲਈ ਜੇ ਮੂਵਮੈਂਟ ਜਦੋਂ ਇਹ ਅੱਜ ਕਿਸਾਨੀ ਦੀ ਉੱਠੀ ਆ, ਮਜ਼ਦੂਰਾਂ ਦਾ ਕੀ ਕੀਤਾ? ਟ੍ਰੇਡ ਯੂਨੀਅਨ ਦਾ 44 ਕਾਨੂੰਨ ਸੀਗੇ, 44 ਜਿਹੜੇ ਕਿ ਉਹਨਾਂ ਨੇ ਜ਼ਿੰਦਗੀ ਹੂਲ ਕੇ ਵੱਡੀਆਂ ਲੜਾਈਆਂ ਲੜ ਕੇ, ਮੈਨੂੰ ਪਤਾ ਮੇਰੀ ਟ੍ਰੇਡ ਯੂਨੀਅਨ ਤੇ PhD ਹੈ, ਮੈਂ ਲੁਧਿਆਣੇ ਦੀ ਟ੍ਰੇਡ ਯੂਨੀਅਨ ਤੇ ਇਸੇ ਕਰਕੇ ਕੀਤੀ ਸੀ, ਸਮਝਣ ਲਈ ਕਿ ਟ੍ਰੇਡ ਯੂਨੀਅਨਾਂ ਭਾਰਤ ਵਿੱਚ ਕਿਉਂ ਜ਼ਿਆਦਾ ਮਜ਼ਬੂਤ ਨਹੀਂ ਹੁੰਦੀਆਂ। ਮੇਰੇ ਸਾਹਮਣੇ ਇਹ ਸਵਾਲ ਸੀਗਾ। ਤਾਂ ਉਦੋਂ ਮੈਂ ਦੇਖਿਆ ਕਿ ਉਹਨਾਂ ਨੇ 44 ਕਾਨੂੰਨ ਉਹਨਾਂ ਦੇ ਹੱਕ 'ਚ ਸੀ, ਲੇਬਰ ਮਿਨਿਸਟਰੀ ਉਹਨਾਂ ਨੂੰ ਲਾਗੂ ਕਰਦੀ ਸੀ, ਕਰੇ ਜਾਂ ਨਾ ਕਰੇ ਉਹ ਪਏ ਹੋਏ ਸੀਗੇ, ਉਹ ਸਾਰੇ ਤੋੜ ਕੇ 4 ਲੇਬਰ ਕੋਡ ਬਣਾਤੇ। ਅੱਛਾ, ਇਹੀ ਸਰਕਾਰ ਨੇ, ਉਹਨਾਂ ਨੇ ਵੀ ਪਿਛਲੇ 26 ਨਵੰਬਰ ਨੂੰ ਜਿਹੜੀ ਸਾਰੇ ਦੇਸ਼ ਦੇ ਵਿੱਚ ਹੜਤਾਲ ਕੀਤੀ ਸੀਗੀ। ਇਸ ਲਈ ਉਹ ਇੱਕ ਨਵਾਂ ਮੁੱਦਾ ਖੜਾ ਹੋ ਜਾਊਗਾ। ਉਹ ਛੋਟਾ ਮੁੱਦਾ ਨਹੀਂ ਹੈ। ਤੁਸੀਂ ਲੇਬਰ ਨੂੰ ਵੀ ਮਾਰਦੇ ਆ, ਦਲਿਤਾਂ ਨੂੰ ਵੀ ਮਾਰਦੇ ਆ, ਕਿਸਾਨਾਂ ਨੂੰ ਵੀ ਮਾਰ ਰਹੇ ਆ। ਇਹ ਜਿਹੜੀ ਆਗਾਜ਼ ਸ਼ੁਰੂਆਤ ਹੋਈ ਹੈ, ਇਹ ਪੂਰੇ ਦੇਸ਼, ਉਹਨਾਂ ਸਾਰੇ ਦੇਸ਼ਾਂ ਦੇ ਲੋਕਾਂ ਲਈ ਜਿੱਥੇ ਇਹੋ ਜਿਹਾ ਕਾਰਪੋਰੇਟਾਂ ਨੇ ਜਾਂ ਵਰਲਡ ਦੀਆਂ ਫਾਈਨੈਂਸ਼ੀਅਲ ਏਜੰਸੀਆਂ ਨੇ ਦਬਦਬਾ ਪਾ ਕੇ ਉਹਨਾਂ ਦੀਆਂ ਸਰਕਾਰਾਂ ਨੂੰ ਕਰਪਟ ਕਰਕੇ, ਉਹਨਾਂ ਦੇ ਲੀਡਰਾਂ ਦੇ ਘਰ ਭਰ ਕੇ, ਜਾਣੀ ਉਹਨਾਂ ਨੂੰ ਮੱਢੀ ਦੇ ਕੇ ਤੇ ਲੋਕਾਂ ਨੂੰ ਦਬਾਉਣ ਦਾ ਇਹ ਕੰਮ ਕੀਤਾ, ਉਹ ਸਾਰੇ ਇਹਦੇ ਤੋਂ ਬੜੇ ਇੰਸਪਾਇਰਡ ਮਹਿਸੂਸ ਕਰਨਗੇ। ਇਹ ਇਤਿਹਾਸ ਵੱਡੀਆਂ ਤੋਂ ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾਇਆ ਕਰੂਗਾ। ਇਹ ਬਹੁਤ ਹੀ ਇੱਕ ਅਹਿਮ ਚੈਪਟਰ ਆ ਜਿਹੜਾ ਲਿਖਿਆ ਗਿਆ ਇਸ ਸਾਰੀ ਮੂਵਮੈਂਟ ਦਾ, ਔਰ ਇਹਦੀ ਲਗਾਤਾਰਤਾ ਰਹਿਣੀ ਹੈ, ਕਿਉਂਕਿ ਇਹਦੇ ਜਿਹੜੇ ਬੀਜ ਜਿਵੇਂ ਅਸੀਂ ਇਸ ਮੂਵਮੈਂਟ ਦੇ ਛੱਟਾ ਦੇ ਰਹੇ ਹਾਂ ਇਸ ਤਰ੍ਹਾਂ ਮਾਧਿਅਮ 'ਚੋਂ, ਤੁਸੀਂ ਵੀ ਇਹ ਜਗਤਾਰ ਸਿੰਘ ਹੁਣੀ ਹੁਣ ਜਿਹੜਾ ਕਰ ਰਹੇ ਆ, ਇਹ ਦੂਰ ਤੱਕ ਲੋਕਾਂ 'ਚ ਗੱਲਾਂ ਜਾਣਗੀਆਂ। ਇਹ ਲਗਾਤਾਰ ਜਿਹੜੀ ਇਹ ਨਵੀਂ ਚੇਤਨਾ
कि साडी असली जिहड़े दुश्मन आ वो इन्ने ताकतवर हो के साडे ते चढ़दे आ रहे आ और सानू साडे घरां च बैठे होइआं नू जां ते वेच दिंदे आ, सानू पता ही नहीं लगदा। मैं अपने आप नू मालक बनिया बैठा करदा, वो कोई बाहरों बाहर ही वेच गया, मैनू पता नहीं लगदा। मेरी जमीन बाहरों बाहर ही कानून पास के कोई धक्का लैके धक्के दे नाल ओहदे ते कदी सड़कां कड्ढण दे नां ते कदी कोई इंडस्ट्री लाउण दे नां ते करी जांदे। इस किस्म नाल जिहड़े आ उस दे विरुद्ध ये लगातार चलूगी। लास्ट गल मैं जरूर एक निक्की जी कहूँगा कि लॉन्ग रन दे विच सानू इस सारे कम्मां चों बाहर निकलण लई जो सिੱਖੀ ਦੇ ਵਿੱਚ ਸਿੱਖ ਫਲਸਫੇ ਦੇ ਵਿੱਚ ਜਾਂ ਹੋਰਨਾਂ ਵੀ ਧਰਮਾਂ ਦੇ ਵਿੱਚ ਦਿੱਤਾ ਹੋਇਆ ਕਿ ਆਪਾਂ ਨੂੰ ਇੱਕ ਚੀਜ਼ ਸਿੱਖਣ ਦੀ ਗੱਲ ਆ ਕਿ ਆਪਾਂ ਜੇ ਮੈਂ ਕਾਮਨ ਪਾਰਲੈਂਸ ਦੇ ਵਿੱਚ ਉਸ ਗੱਲ ਨੂੰ ਕਹਾਂ ਜਿਹਨੂੰ ਕਹਿੰਦੇ ਰੱਬ ਦੀ ਰਜ਼ਾ 'ਚ ਰਹਿਣਾ। ਹੁਣ ਰੱਬ ਤੁਸੀਂ ਆਪੋ ਆਪਣੀ ਉਹਦੀ ਪਰਿਭਾਸ਼ਾ ਆ, ਕੋਈ ਅੱਲਾ ਕਹਿ ਦਿੰਦਾ, ਕੋਈ ਰੱਬ ਕਹਿ ਦੇ, ਕੋਈ ਰਾਮ ਕਹਿ ਦੇ, ਪਰ ਉਹ ਇੱਕ ਇਹੋ ਜਿਹੀ ਸ਼ਕਤੀ ਹੈ ਜਿਹੜੀ ਸਰਬ ਵਿਆਪਕ ਹੈ, ਜਿਹੜੀ ਇਸ ਸਾਰੀ ਕਾਇਨਾਤ ਨੂੰ ਆਪਣੇ ਤੌਰ ਦੇ ਉੱਤੇ ਆਪਣੇ ਕਲਾਵੇ 'ਚ ਲੈ ਕੇ ਚਲਾਉਂਦੀ ਹੈਗੀ। ਜਦੋਂ ਇਸ ਤਰੀਕੇ ਨਾਲ ਚਲਾਉਂਦੀ ਹੈਗੀ ਤਾਂ ਉਹਦੇ ਇੱਕ ਆਪਣੇ ਨਿਯਮ ਆ, ਉਹਨੇ ਹਰ ਇੱਕ ਚੀਜ਼ ਨੂੰ ਇਸ ਧਰਤੀ ਦੇ ਉੱਤੇ, ਪਹਿਲਾਂ ਤੇ ਧਰਤੀ ਵੀ ਉਹਦੀ ਹੀ ਹੈ, ਧਰਤੀ ਕੋਈ ਜਿਹਦੇ ਤੇ ਅਸੀਂ ਰਹਿ ਰਹੇ ਹਾਂ ਇਹ ਵੀ ਉਹਨਾਂ ਹੀ ਕਾਨੂੰਨਾਂ ਦੀ ਬਣਾਈ ਹੋਈ ਇੱਕ ਧਰਤੀ ਸਾਡੇ ਲਈ ਕਿੰਨੀ ਸੋਹਣੀ ਜਗ੍ਹਾ ਸਾਨੂੰ ਦਿੱਤੀ ਹੈ। ਔਰ ਉਸ ਜਗ੍ਹਾ ਦੇ ਵਿੱਚ ਉਹਨੇ ਹਰ ਜੀਵ ਜੰਤੂ ਪਹਾੜ ਪਸ਼ੂ ਪਾਣੀ ਪੌਣ ਇਹ ਸਾਰਾ ਦੇ ਕੇ ਇੱਕ ਬੜੇ ਹੀ ਖੁਸ਼ ਮਿਜ਼ਾਜ ਤਰੀਕੇ ਦੇ ਨਾਲ ਬਹੁਤ ਹੀ ਸੰਜਮ ਦੇ ਨਾਲ ਬਹੁਤ ਹੀ ਪਿਆਰ ਅਦਬ ਦੇ ਨਾਲ ਰਹਿਣ ਲਈ ਇਹ ਧਰਤੀ ਸੋਹਣੀ ਜਗ੍ਹਾ ਸਾਨੂੰ ਜਾਣੀ ਦਿੱਤੀ, ਜਿਹਦੇ ਨਾਲੋਂ ਵਧੀਆ ਕੋਈ ਚੀਜ਼ ਨਹੀਂ। ਇੱਥੇ ਜੰਗਲ ਆ, ਪਸ਼ੂ ਆ, ਪੰਛੀ ਆ, ਪਾਣੀ ਆ, ਹਵਾ ਆ, ਆਪਾਂ ਇੱਕ ਆਟੋ ਮੋਡ ਦੇ ਉੱਤੇ ਸਾਰੇ ਚੱਲੇ ਹੋਏ ਆ। ਪਰ ਜਦੋਂ ਕੁਝ ਕੁ ਲੋਕ ਇੰਨੇ ਲਾਲਚੀ ਹੋ ਜਾਣ ਉਹ ਤੁਹਾਡੀਆਂ ਬੀਚ ਜਿਹੜੀਆਂ ਬੀਚ ਸਮੁੰਦਰ ਦੇ ਕਿਨਾਰੇ ਉਹਨੂੰ ਵੀ ਪ੍ਰਾਈਵੇਟ ਕਰਕੇ ਬੈਠ ਜਾਣ। ਗੋਆ ਦੇ ਵਿੱਚ ਬਹੁਤ ਸਾਰੀਆਂ ਬੀਚਿਸ ਮੈਂ ਉੱਥੇ 7 ਸਾਲ ਪੜ੍ਹਾਇਆ ਕਿ ਉਹ ਪ੍ਰਾਈਵੇਟ ਕਰ ਲਈਆਂ ਹੋਈਆਂ। ਜੇ ਤੁਹਾਡੇ ਪਾਣੀ ਨੂੰ ਵੀ ਬੋਤਲਾਂ 'ਚ ਪਾ ਕੇ ਦੁੱਧ ਦੇ ਪਾ ਵੇਚਣ ਲੱਗ ਜਾਣ, ਜੇ ਤੁਹਾਡੀ ਹਵਾ ਇੰਨੀ ਗੰਦੀ ਕੀਤੀ ਤੇ ਉਹਦੇ ਤੇ ਵੀ ਇੰਡਸਟਰੀ ਲੱਗ ਜਾਏਗਾ। ਦਿੱਲੀ ਦੇ ਵਿੱਚ ਦੇਖੋ ਕਿਹੜੇ ਕਿਹੜੇ ਵੱਡੇ ਪੱਖੇ ਜੇ ਫਿਲਟਰ ਜੇ ਲਾਏ, ਕਹਿੰਦੇ ਜੀ ਇਹ ਹਵਾ ਸਾਫ਼ ਕਰ ਰਹੇ ਆ। ਉਹ ਬੇਵਕੂਫੋ, ਤੁਸੀਂ ਹਵਾ ਗੰਦੀ ਕਿਉਂ ਕਰਦੇ ਆ? ਉਹ ਜਿਹੜੀ ਚੀਜ਼ ਗੰਦੀ ਕਰਦੇ ਉਹਨੂੰ ਬੰਦ ਕਰ ਦਿਓ। ਕਿਹੜੀ ਚੀਜ਼ ਹੈ ਕਿ ਜਿਹੜੀ ਤੁਹਾਡੇ ਕੋਲ ਇੰਨੀ ਜਿਹੜੀ ਨਹੀਂ ਹੁੰਦੀ? ਜੇ ਤੁਹਾਨੂੰ ਦੁਬਾਰਾ ਮੈਡੀਵੀਅਲ ਇੰਡੀਆ ਦੇ ਵਿੱਚ ਜਾਣਾ ਪੈਂਦਾ ਆ, ਮੰਨ ਲਓ ਹੱਥ ਖੱਡੀ ਲਾਉਣੀ ਪੈਂਦੀ ਤੇ ਲਾ ਲਓ, ਕੰਮ ਮਿਲੂਗਾ, ਨਾਲੇ ਘਰੇ ਬੈਠੋਗੇ, ਨਾਲੇ ਧੱਕੇ ਨਹੀਂ ਖਾਓਗੇ, ਸਾਫ਼ ਹਵਾ ਰਹੂਗੀ। ਜੇ ਤੁਹਾਨੂੰ ਤੁਹਾਡੇ ਸਾਈਕਲ ਨਾਲ ਸਰ ਸਕਦਾ ਤੇ ਮੋਟਰਸਾਈਕਲ ਤੇ ਜ਼ਰੂਰੀ ਆ ਫਟਫਟ ਕਰਨਾ ਹੈਗਾ। ਜੇ ਤੁਹਾਨੂੰ ਹਵਾਈ ਜਹਾਜ਼ ਤੇ ਜਿਹੜਾ ਬਹੁਤ ਜ਼ਿਆਦਾ ਹਵਾਈ ਜਹਾਜ਼ ਪੋਲਿਊਸ਼ਨ ਕਰਦੇ ਆ, ਅਮਰੀਕਾ ਸਭ ਤੋਂ ਵੱਧ ਪੋਲਿਊਸ਼ਨ ਇਸੇ ਕਰਕੇ ਕਰਦਾ ਕਿਉਂਕਿ ਉਹ ਬਹੁਤ ਜ਼ਿਆਦਾ ਫਿਊਲ ਉਹਦੇ 'ਚ ਖਰਚ ਹੁੰਦਾ, ਕਾਰਬਨ ਜਿਹੜੇ ਬਹੁਤ ਜ਼ਿਆਦਾ ਹਾਈ ਕਾਰਬਨ ਗ੍ਰੀਨ ਜਿਹੜਾ ਹਾਊਸ ਇਫੈਕਟ ਹੁੰਦਾ। ਆਪਾਂ ਨੂੰ ਕੋਈ ਲੋੜ ਨਹੀਂ ਹੈ ਕਿੱਥੇ ਜਾਣਾ ਭੱਜ ਭੱਜ ਕੇ। ਇੱਕ ਕਿੰਨਾ ਸੋਹਣਾ ਸਾਡਾ ਜੀਵਨ ਦਿੱਤਾ, ਜਿਵੇਂ ਪਸ਼ੂ ਪਕਸ਼ੀਆਂ ਨੂੰ ਉਹ ਆਪਣੇ ਦਾਇਰੇ 'ਚ ਰਹਿੰਦੇ ਆ, ਜਿੰਨਾ ਉਹਨਾਂ ਨੂੰ ਖਾਣ ਦੀ ਲੋੜ ਹੈ ਉਹਨਾਂ ਖਾਂਦੇ ਆ, ਉਹਨਾਂ ਹੀ ਉਹ ਰੱਖਦੇ ਆ। ਨਹੀਂ ਤੇ ਜੇ ਕਿਤੇ ਭੁੱਖਾ ਵੀ ਰਹੇ ਤੇ ਉਹ ਹਾਏ ਤੋਬਾ ਨਹੀਂ ਕਰਦੇ, ਬਰਦਾਸ਼ਤ ਕਰਦੇ ਆ ਤੇ ਧਰਤੀ ਤੇ ਆਪਣਾ ਜੀਵਨ ਬਿਤਾ ਕੇ ਚਲੇ ਜਾਂਦੇ ਆ। ਸਾਨੂੰ ਆਪਣੇ ਉੱਤੇ ਉਸੇ ਕਿਸਮ ਨਾਲ ਹੀ ਅਸੀਂ ਉਹਦੀ ਰਜ਼ਾ 'ਚ ਜੇ ਰਹਿਣਾ ਤੇ ਉਹਦੇ ਕਾਨੂੰਨ ਮੰਨ ਕੇ ਚੱਲਣਾ। ਤੇ ਉਹਦੇ ਕਾਨੂੰਨ ਕਹਿੰਦੇ ਆ ਕਿ ਲਿਵ ਐਂਡ ਲੈਟ ਲਿਵ, ਸਾਰਿਆਂ ਨੂੰ ਰਹਿਣ ਦਿਓ, ਹਰ ਇੱਕ ਚੀਜ਼ ਦਾ ਧਿਆਨ ਦਿਓ, ਧਰਤੀ ਦਾ ਵੀ ਧਿਆਨ ਦਿਓ, ਉਹ ਵੀ ਜਿੰਦਾ ਆ, ਪਾਣੀ ਦਾ ਵੀ ਧਿਆਨ ਦਿਓ, ਉਹ ਵੀ ਸਾਡੀ ਲਾਈਫ ਦਾ ਬਹੁਤ ਹੀ ਸਪੋਰਟ ਸਿਸਟਮ ਹੈਗਾ। ਹਰ ਗਵਾਂਢੀ ਵੱਲ ਧਿਆਨ ਦਿਓ, ਹਰ ਪਸ਼ੂ ਪੰਛੀ ਵੱਲ ਧਿਆਨ ਦਿਓ। ਇਹਦੇ ਨਾਲ ਅਸੀਂ ਇੱਕ ਬੈਲੈਂਸ ਬਣਾ ਕੇ ਚੱਲੀਏ। ਇੰਨਾ ਹੀ ਕਹਿਣਾ, ਮੈਂ ਇੰਨਾ ਹੀ ਕਹੂੰਗਾ ਇਹ ਜੀਵਨ ਅਸੀਂ ਜੀਣ ਆਏ ਆ, ਜੀਵਨ ਦਾ ਆਨੰਦ ਮਾਣ ਆਏ ਆ। ਇੱਥੇ ਦਾ ਜਿਹੜਾ ਐਸਥੈਟਿਕ, ਇੱਥੇ ਦਾ ਸੱਭਿਆਚਾਰ, ਇੱਥੇ ਦਾ ਇਤਿਹਾਸ, ਅਸੀਂ ਸਭ ਦਾ ਇੱਕ ਆਨੰਦ ਮਾਣੀਏ। ਔਰ ਉਹ ਤਾਂ ਹੀ ਪੋਸੀਬਲ ਆ ਜੇ ਅਸੀਂ ਮਾਰਕੀਟ ਵਾਲੀ ਜੋ ਅਡਾਨੀ ਅੰਬਾਨੀ ਜਾਂ ਮੋਦੀ ਜਾਂ ਹੋਰ ਸਾਨੂੰ ਜਾਂ ਵੈਸਟ ਸਾਰਾ ਸਾਨੂੰ ਸਿਖਾ ਰਿਹਾ ਕਿ ਦੌੜ 'ਚ ਲੱਗ ਜਾਓ, ਇੱਕ ਦੀਆਂ 10 ਕਾਰਾਂ ਬਣਾ ਲਓ, ਇੱਕ ਘਰ ਦੇ 10 ਘਰ ਬਣਾ ਲਓ, ਆਹ ਲੈ ਲਓ, ਤੁਸੀਂ ਪਿੱਛੇ ਰਹਿ ਗਏ ਹੋ, ਗੁਆਂਢੀ ਐ ਭੱਜ ਕੇ। ਕਿਤੇ ਨੇ ਨਹੀਂ ਭੱਜਣਾ, ਸਾਰੇ ਖੂਹ 'ਚ ਜਾਣ ਲਈ ਭੱਜੇ ਫਿਰਦੇ ਆ, ਖੂਹ 'ਚ ਡਿੱਗਣ ਲਈ ਤੇਜ਼ੀ ਨਾਲ ਭੱਜੇ ਫਿਰਦੇ। ਜਿਹੜਾ ਤੇਜ਼ੀ ਨਾਲ ਭੱਜੂਗਾ ਜਲਦੀ ਡਿੱਗੂਗਾ। ਮੈਂ ਆਪਣੇ ਪੂਰੇ ਓਵਰਆਲ ਤਜਰਬੇ ਤੋਂ ਦੱਸ ਰਿਹਾ। ਸਾਡੇ ਗੁਰਬਾਣੀ 'ਚ ਵੀ ਇਸੇ ਸਹਿਜ ਨੂੰ ਸੁਣੀਏ, ਸੁਣਾਈਏ, ਜਿਸ ਤਰ੍ਹਾਂ ਹੁਣੇ ਸ਼ੁਰੂ 'ਚ ਦੱਸਿਆ ਗਿਆ ਸੀਗਾ। ਤੇ ਪੌਣ ਪਾਣੀ ਪਿਤਾ ਮਾਤਾ
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਜਿਸ ਤਰ੍ਹਾਂ ਇਸ ਤਰ੍ਹਾਂ ਕਿਹਾ ਗਿਆ ਆ, ਇਹ ਸਾਰੀਆਂ ਚੀਜ਼ਾਂ ਐਵੇਂ ਨਹੀਂ ਲਿਖੀਆਂ। ਉਹ ਫਿਲਾਸਫਰ ਸੀਗੇ, ਉਹ ਬਹੁਤ ਵੱਡੀ ਸਿੱਖਿਆ ਸਾਨੂੰ ਦੇ ਕੇ ਗਏ ਆ। ਆਪਾਂ ਉਸ ਨੂੰ ਜੀਵਨ 'ਚ ਉਤਾਰੀਏ। ਇਹ ਧਰਤੀ ਜਿਹੜੀ ਆ, ਇਟ ਕੈਨ ਮੀਟ everybody's need but cannot meet our greed। ਇਹ ਅਸੀਂ ਨਹੀਂ ਮੁੱਦਾ। ਹਾਂਜੀ ਬਿਲਕੁਲ, ਮੈਂ ਇੰਨੀ ਬੇਨਤੀ ਕਹਿ ਕੇ ਮੈਂ ਸਾਰੀਆਂ ਗੱਲਾਂ, ਕੁਛ ਬਹੁਤ ਇੱਧਰ ਉੱਧਰ ਦੀਆਂ ਟੁੱਟਵੀਆਂ ਗੱਲਾਂ ਵੀ ਹੋਣਗੀਆਂ, ਹੋ ਸਕਦਾ ਸਾਰਾ ਲੈਕਚਰ ਬਹੁਤ ਰਿਦਮ 'ਚ ਨਾ ਹੋਵੇ, ਸਾਰੀ ਗੱਲ ਉਸ 'ਚ ਨਾ ਹੋਵੇ। ਤੇ ਮੈਨੂੰ ਇਹ ਲੱਗਦਾ ਕਿ ਜਿੱਥੇ ਅਸੀਂ, ਮੈਂ ਲਾਸਟ ਇੱਕੋ ਸੈਂਟੈਂਸ ਕਹਿੰਦਾ ਕਿ ਜਿੱਥੇ ਅਸੀਂ ਇਸ ਮਾਡਰਨਿਟੀ ਦਾ ਮੁਕਾਬਲਾ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ, ਹੋਰ ਸਾਰੀ ਜਗ੍ਹਾ ਬੈਠ ਕੇ ਕਰ ਰਹੇ ਹਾਂ, ਉੱਥੇ ਆਉਣ ਵਾਲੇ ਜੀਵਨ 'ਚ ਇਸ ਸਾਰੇ ਘੁੰਮਣ ਘੇਰੀਆਂ 'ਚੋਂ ਨਿਕਲਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਸਾਦਾ ਜੀਵਨ ਕਰਕੇ, ਜੋ ਸਾਡੇ ਕੋਲ ਜੇ ਕੋਈ ਅਕਲ ਆ ਤੇ ਅਕਲ ਦਾ, ਜੋ ਸਾਰਾ ਉੱਥੇ ਹੋ ਰਿਹਾ, ਉੱਥੇ ਦੇਖੋ ਕੋਈ ਕਿਤਾਬਾਂ ਦਾ ਲੰਗਰ ਲਾਇਆ, ਕਿਸੇ ਨੇ ਹੋਰ ਚੀਜ਼ਾਂ ਦਾ ਲੰਗਰ ਲਾਇਆ, ਕੰਬਲਾਂ ਦਾ ਲੰਗਰ ਆ, ਫਰੂਟਸ ਦਾ ਲੰਗਰ ਆ, ਖਾਣ ਪੀਣ ਦਾ ਲੰਗਰ ਆ, ਟੈਂਟ ਦਾ ਲੰਗਰ ਆ, ਹਰ ਚੀਜ਼ ਦਾ। ਇਸ ਕਿਸਮ ਦੇ ਉਹ ਜਿਹੜਾ ਉੱਥੇ ਲੱਗਾ ਹੋਇਆ ਟਿਕਰੀ ਬਾਰਡਰ ਤੇ, ਉਸ ਨੂੰ ਅਸੀਂ ਇੱਕ ਆਮ ਸਮਾਜ ਨੂੰ ਉਸ ਕਿਸਾਨ ਯੂਨੀਵਰਸਿਟੀ ਤੋਂ ਸਿੱਖ ਕੇ ਇੱਕ ਨਵੇਂ ਸਮਾਜ ਦੀ ਇੱਕ ਨਵੀਂ ਬੁਨਿਆਦ ਬਣਾ ਦਈਏ, ਤਾਂ ਕਿ ਆਉਣ ਵਾਲੇ ਸਮੇਂ 'ਚ ਸਦਾ ਲਈ ਅਸੀਂ ਉਹਨਾਂ ਸਾਰੀਆਂ ਲਾਲਚਾਂ ਤੋਂ, ਲੋਭਾਂ ਤੋਂ, ਈਰਸ਼ਾ ਤੋਂ, ਨਫ਼ਰਤਾਂ ਤੋਂ ਮੁਕਤੀ ਪਾ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਰ। ਕੁਝ ਕੁ ਸਵਾਲ ਨੇ, ਜੇ ਅਸੀਂ ਸਵਾਲ ਲੈ ਲਈਏ ਤੇ ਤੁਸੀਂ ਉਹਦਾ ਜਵਾਬ ਦੇ ਦਿਓ, ਅਸੀਂ ਪੜ੍ਹ ਹੀ ਲੈਂਦੇ ਹਾਂ ਸਵਾਲ। ਹਾਂਜੀ ਸਰ, ਜਿੱਦਾਂ ਇੱਕ ਸਵਾਲ ਆ ਰਿਹਾ ਹੈ ਕਿ ਕਹਿੰਦੇ ਜਿੱਦਾਂ ਅਸੀਂ ਕਰਦੇ ਹਾਂ ਗੱਲ ਸੁਪਰੀਮ ਕੋਰਟ ਦੀ, ਤੋ ਹਾਲ ਹੀ ਦੇ ਸਮੇਂ ਸੁਪਰੀਮ ਕੋਰਟ ਜਦੋਂ ਤਾਂ ਐਨਜੈਕ ਦੀ ਗੱਲ ਆਉਂਦੀ ਹੈ, ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਦੀ ਗੱਲ ਆਉਂਦੀ ਹੈ, ਤੇ ਸੋ ਮੋਟੋ ਐਕਸ਼ਨ ਲੈ ਕੇ ਉਹਨੂੰ ਜਿਹੜਾ ਆ ਇਹ ਖਤਮ ਕਰ ਦਿੰਦੇ ਨੇ ਉਹ ਐਕਟ ਨੂੰ। ਤੇ ਹੁਣ ਜਦੋਂ ਕਿਸਾਨੀ ਐਕਟ ਦੀ ਗੱਲ ਆਈ ਹੈ ਤੇ ਇਹਨਾਂ ਨੇ ਉੱਥੇ ਕਮੇਟੀ ਬਣਾ ਲਈ ਹੈ, ਕਮੇਟੀ ਦੇ ਵਿੱਚ ਬੰਦੇ ਕਿਹੜੇ ਪਾਏ ਉਹਦੇ ਤੇ ਵੀ ਸਵਾਲੀਆ ਨਿਸ਼ਾਨ ਨੇ। ਤੇ ਇਹ ਇਸ ਵੇਲੇ ਤੁਸੀਂ ਕਿਵੇਂ ਵੇਖਦੇ ਹੋ, ਜਿਹੜੀ ਸੁਪਰੀਮ ਕੋਰਟ ਦੀ ਭੂਮਿਕਾ ਹੈ ਉਹ ਕਿਸ ਤਰ੍ਹਾਂ ਦੀ ਲੱਗ? ਮਹੀਨੇ ਪਹਿਲਾਂ ਨਾ ਪ੍ਰਸ਼ਾਂਤ ਭੂਸ਼ਣ ਦਾ ਚੰਡੀਗੜ੍ਹ 'ਚ ਲੈਕਚਰ ਕਰਾਇਆ ਸੀਗਾ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਜਗਤਾਰ ਜੀ, ਕਿ ਹੋਰ ਸਾਰੇ ਮੇਰੇ ਵੀਰਾਂ ਨਾਲ ਵੀ ਜਿਨ੍ਹਾਂ ਨੇ ਸਵਾਲ ਕੀਤਾ, ਕਿ ਜਦੋਂ ਰਾਡੀਓ ਟੇਪਸ ਖੁੱਲੀਆਂ ਤਾਂ ਉਹਦੇ ਵਿੱਚ ਕੋਈ ਇਹੋ ਜਿਹੀ ਰਿਕਾਰਡਿੰਗ ਨਿਕਲੀ ਕਿ ਜਿਹਦੇ ਵਿੱਚ ਇਹ ਗੱਲ ਆਈ ਕਿ ਤੁਸੀਂ ਬੌਸ ਨੂੰ 4 ਗਮਲੇ ਭੇਜ ਦਿਓ। ਤੇ ਬੌਸ ਕੌਣ ਆ? CJI। 4 ਗਮਲੇ ਦਾ ਮਤਲਬ 4 ਕਰੋੜ ਰੁਪਈਆ। ਇਸੇ ਤਰ੍ਹਾਂ ਕਹਿੰਦੇ ਕਿ ਮੇਰੇ ਕੋਲ ਇੱਕ ਬੰਦਾ ਹੋਰ ਆਇਆ, ਕਹਿੰਦੇ ਜੀ ਮੇਰਾ ਜਿਹੜਾ ਹਾਈ ਕੋਰਟ 'ਚ ਕੇਸ ਲੱਗਾ, ਉਹ ਕੱਲ ਨੂੰ ਉਹਦਾ ਫੈਸਲਾ ਹੋ ਰਿਹਾ, ਤੇ ਨਾਲ ਹੀ ਉਹਨੇ ਦੱਸਦਾ ਵੀ ਫੈਸਲਾ ਆ ਹੋ ਰਿਹਾ। ਉਹ ਕਹਿੰਦਾ ਕਿ ਇਹ ਫੈਸਲਾ ਜਿਹੜਾ ਆ ਤੁਸੀਂ ਕਹਿ ਰਹੇ ਕਿ ਆ ਹੋ ਰਿਹਾ, ਇਹ ਤੈਨੂੰ ਕਿਵੇਂ ਪਤਾ ਲੱਗਾ? ਫੈਸਲਾ ਤੇ ਕੱਲ ਹੋਣਾ। ਕਹਿੰਦਾ ਜੀ 9 ਕਰੋੜ ਰੁਪਈਆ ਦੇ ਕੇ ਆਇਆ ਤੇ ਫੈਸਲਾ ਲਿਖਵਾ ਕੇ ਆਇਆ। ਜਿਹੜਾ ਕੋਰਟਾਂ ਦਾ ਸਾਡਾ ਹਾਲ, ਤੁਹਾਨੂੰ ਇਹ ਵੀ ਯਾਦ ਹੋਣਾ ਕਿ 2.5 ਸਾਲ ਪਹਿਲਾਂ ਜਦੋਂ ਉੱਥੇ ਸੁਪਰੀਮ ਕੋਰਟ ਦੇ ਪ੍ਰਿੰਸਿਸ ਦੇ ਵਿੱਚ ਹੀ 4 ਸੀਨੀਅਰ ਜੱਜਾਂ ਨੇ ਬੈਠ ਕੇ ਤੇ ਇਹ ਕਿਹਾ ਸੀਗਾ ਕਿ ਜਿਹੜੀ ਕੋਰਟ ਦੇ ਅੰਦਰ, ਸੁਪਰੀਮ ਕੋਰਟ ਦੇ ਅੰਦਰ ਸਾਰੀਆਂ ਚੀਜ਼ਾਂ ਸੁਪਰੀਮ ਨਹੀਂ ਹੈਗੀਆਂ, ਬਹੁਤ ਅੰਦਰ ਕੁਝ ਚੱਲ ਰਿਹਾ। ਉਹਨਾਂ ਨੇ ਇੱਕ ਕਿਸਮ ਦੀ ਇੰਡੀਕੇਸ਼ਨ ਦੇ ਦਿੱਤੀ ਸੀਗੀ। ਜੋ ਰੰਜਨ ਗਗੋਈ ਦਾ ਹੋਇਆ, ਬਾਅਦ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਕਿਵੇਂ ਉਹਨੂੰ ਰਾਜ ਸਭਾ ਦਾ ਮੈਂਬਰ 4 ਮਹੀਨੇ 10 ਦਿਨ ਦੇ ਗੈਪ ਨਾਲ ਬਣਾ ਦਿੱਤਾ। ਇਸ ਲਈ ਅਸੀਂ ਥਿਓਰੈਟੀਕਲੀ ਤੇ ਕਈ ਵਾਰੀ ਕਵਿਲਾਂ ਕਹਿੰਦੇ ਸੀ ਕੋਰਟਾਂ 'ਚ ਕੁਝ ਨਹੀਂ ਹੈ, ਸਿਰਫ ਕੇਸ ਡਿਸਾਈਡ ਹੁੰਦੇ ਆ, ਇਨਸਾਫ ਨਹੀਂ ਮਿਲਦਾ, ਇਹੋ ਜਿਹੀਆਂ ਗੱਲਾਂ ਬਹੁਤ ਸੁਣਦੇ ਸੁਣਾਉਂਦੇ ਸੀ ਅਸੀਂ। ਪਰ ਹੁਣ ਜਦੋਂ ਸਾਰਾ ਕੁਝ ਅੱਖਾਂ ਦੇ ਨਾਲ ਦੇਖਦੇ ਹਾਂ, ਤਾਂ ਫਿਰ ਇਸ ਤੋਂ ਤੁਸੀਂ ਕੋਰਟਾਂ ਤੋਂ ਇਹ ਜ਼ਿਆਦਾ ਉਮੀਦ ਕਰਨੀ ਕਿ ਉਹ ਕਿਸਾਨਾਂ ਦੇ ਹੱਕ 'ਚ ਆਉਣਗੇ, ਮੈਨੂੰ ਬਿਲਕੁਲ ਹੀ ਕੋਈ ਉਮੀਦ ਨਹੀਂ ਹੈਗੀ। ਇਹ ਮੇਰਾ ਖਿਆਲ ਹੈ ਕਿ ਕੋਈ ਇਹ ਕੋਰਟ ਦੇ ਵਿਰੁੱਧ ਬੇਭਰੋਸਗੀ ਜਾਂ ਕੋਈ ਲੋਕਾਂ ਨੂੰ ਬਗਾਵਤ ਕਰਨ ਵਾਲੀ ਗੱਲ ਨਹੀਂ ਮੈਂ ਕਹਿ ਰਿਹਾ। ਕੁਝ ਗੱਲਾਂ ਮਿਲਦੀਆਂ ਵੀ ਆ, ਕੁਝ ਬੰਦੇ ਜਿਹੜੇ ਇੰਡੀਵਿਜੂਅਲ ਐਜ਼ ਇੰਡੀਵਿਜੂਅਲ ਇਲਾਹਾਬਾਦ ਹਾਈ ਕੋਰਟ ਤੋਂ ਬੜੇ ਚੰਗੇ ਚੰਗੇ ਫੈਸਲੇ ਆਉਂਦੇ ਆ। ਹੁਣ ਵੀ ਉਹਨਾਂ ਨੇ ਲਵ ਜਿਹਾਦ ਦੇ ਵਿਰੁੱਧ ਇੱਕ ਫੈਸਲਾ ਦਿੱਤਾ, ਪਹਿਲਾਂ ਐਜੂਕੇਸ਼ਨ ਬਾਰੇ ਬਹੁਤ ਸੋਹਣਾ 3-4 ਸਾਲ ਪਹਿਲਾਂ ਬਹੁਤ ਸੋਹਣਾ ਫੈਸਲਾ ਦਿੱਤਾ ਸੀਗਾ। ਚੰਗੇ ਚੰਗੇ ਫੈਸਲੇ ਚੰਗੇ ਚੰਗੇ ਜੱਜ ਕਰਦੇ ਆ, ਪਰ ਉਹ ਐਜ਼ ਇੰਡੀਵਿਜੂਅਲ ਜਾਂ ਕੋਈ ਚੰਗਾ ਬੈਂਚ ਹੋ ਜਾਏ, ਪਰ ਐਜ਼ ਏ ਸਿਸਟਮ ਜਿਹੜਾ ਆ ਉਹ ਕਾਫੀ ਮੈਨੂੰ ਲੱਗਦਾ ਡਾਵਾਡੋਲ ਹੋਇਆ ਹੋਇਆ। ਜਿਵੇਂ ਸਾਡੀ ਰਾਜਨੀਤੀ ਡਾਵਾਡੋਲ ਹੋਈ ਹੋਈ ਹੈ,
ਉਸੇ ਉਸੇ ਤਰੀਕੇ ਦੇ ਨਾਲ ਹੀ ਸਾਡਾ ਮੀਡੀਆ ਵੀ ਡਾਵਾਡੋਲ ਆ ਤੇ ਸਾਡੀ ਇਹ ਜਿਹੜੀ ਨਿਆਂਪਾਲਿਕਾ ਉਹ ਵੀ ਕਾਫੀ ਡਾਵਾਡੋਲ ਹੈਗੀ। ਹਾਂਜੀ ਹਾਂਜੀ ਡਾਕਟਰ ਧੰਨਵਾਦ ਜੀ। ਇੱਕ ਹੋਰ ਜਿਹੜਾ ਸਵਾਲ ਆਇਆ, ਪਰਮਵੀਰ ਸਿੰਘ ਸਵਾਲ ਕਰ ਰਿਹਾ ਕਿ ਜਿੱਦਾਂ ਅਸੀਂ ਕੋਆਪਰੇਟਿਵ ਸੁਸਾਇਟੀ ਦੀ ਗੱਲ ਕਰਦੇ ਆ, ਇਦਾਂ ਦੇ ਅਦਾਰਿਆਂ ਦੀ ਗੱਲ ਕਰਦੇ ਆ, ਤੇ ਕੀ ਉਹ ਵੀ ਇੱਕ ਬਦਲ ਹੋ ਸਕਦਾ ਹੈ ਕਿਸਾਨਾਂ ਦਾ ਭਵਿੱਖ ਬਿਹਤਰ ਕਰਨ ਲਈ, ਕਿ ਕਿਸਾਨ ਉੱਥੇ ਹੀ ਜਾਣ, ਉੱਥੇ ਹੀ ਸਾਰਾ ਕੁਝ ਵੇਚਣ, ਉੱਥੇ ਹੀ ਉਹਨਾਂ ਨੂੰ ਕਰਜ਼ਾ ਮਿਲੇ, ਕਿ ਇਦਾਂ ਦਾ ਕੁਝ ਹੋ ਸਕਦਾ ਹੈ? ਇਹ ਦੇਖੋ, ਕੁਝ ਕੋਆਪਰੇਟਿਵਸ ਤੇ ਸਾਡੇ ਹੈ ਹੀ ਹੈ, ਕ੍ਰੈਡਿਟ ਕੋਆਪਰੇਟਿਵਸ ਤੇ ਪਹਿਲਾਂ ਹੀ ਹੈਗੇ ਆ ਔਰ ਠੀਕ ਠਾਕ ਸੀਗੇ, ਉਹਨੂੰ ਹੋਰ ਠੀਕ ਕੀਤਾ ਜਾ ਸਕਦਾ ਆ। ਪਰ ਜਿਹੜੀ ਮੈਨੂੰ ਗੱਲ ਲੱਗਦੀ ਹੈ ਜਿੱਥੇ ਥੋੜੀ ਬਾਕੀ ਦੀ ਗੱਲ ਦਾ ਇਹ ਕਿ ਉਹ ਬਹੁਤ ਜ਼ਰੂਰੀ ਸੀਗਾ ਕਿ ਇਹ ਗੱਲ ਨੂੰ ਵੇਲੇ ਸਿਰ ਕੋਆਪਰੇਟਿਵ ਬਣਾਏ ਜਾਂਦੇ। ਮੈਂ ਸੁੱਚਾ ਸਿੰਘ ਗਿੱਲ ਦੀ ਇੱਕ ਪੰਜਾਬ ਦੇ ਉੱਤੇ ਬਹੁਤ ਦਿਨ ਪਹਿਲਾਂ ਦੀ ਇੱਕ ਕਿਤਾਬ ਲਿਖੀ ਹੋਈ ਸੀ, ਮੈਂ ਉਹ ਪੜ੍ਹੀ, ਉਹਦੇ 'ਚ ਮੈਂ ਉਹਦੇ ਨਾਲ ਪੂਰਾ ਸਹਿਮਤ ਹਾਂ। ਉਹਨਾਂ ਨੇ ਉਦੋਂ ਹੀ ਰეკਮੈਂਡੇਸ਼ਨਾਂ ਦਿੱਤੀਆਂ ਸੀਗੀਆਂ ਕਿ ਸਾਡੇ ਕੋਲ ਸਮਾਲ ਔਰ ਮੀਡੀਅਮ ਫਾਰਮਰਸ ਦੇ ਕੋਆਪਰੇਟਿਵਸ, ਜੇ ਅਸੀਂ ਕੋਆਪਰੇਟਿਵਸ ਨਹੀਂ ਬਣਾਉਂਦੇ ਤਾਂ ਫਿਰ ਬਹੁਤੀ ਦੇਰ ਤੱਕ ਇਹ ਸਿਸਟਮ ਚੱਲਣ ਵਾਲਾ ਨਹੀਂ। ਦੇਖੋ ਹੁਣ ਗੱਲ ਇਹ ਹੈਗੀ ਕਿ ਜਦੋਂ ਗਲੋਬਲ ਕੰਪੀਟੀਸ਼ਨ ਹੋ ਜਾਏ, ਮਾਰਕੀਟ ਤੇ ਗਲੋਬਲ ਹੈ, ਹਰ ਚੀਜ਼ ਦੀ ਗਲੋਬਲ ਹੈ, ਬਾਹਰੋਂ ਚੀਜ਼ਾਂ ਵੀ ਇੱਥੇ ਆਉਂਦੀਆਂ, ਤੁਹਾਡੇ ਹੁਣ ਇੱਥੇ ਆ ਅਮਰੂਦ ਤੇ ਕੀ ਤੇ ਚੱਕ ਕੇ ਸੇਬ ਸਾਰੇ ਬਾਹਰੋਂ ਆਉਣ ਲੱਗ ਪਏ ਆ, ਸਾਡੇ ਵੀ ਬਾਹਰੋਂ ਇੱਥੋਂ ਕੋਈ ਚੀਜ਼ਾਂ ਜਾਂਦੀਆਂ ਹੋਣਗੀਆਂ। ਜਦੋਂ ਮਾਰਕੀਟ ਤੁਹਾਡੀ ਗਲੋਬਲ ਹੋ ਗਈ ਹੈ ਤੇ ਜਿਹੜਾ ਪਿੰਡ 'ਚ ਗਰੀਬ ਬੈਠਾ, ਉਹਦੇ ਕੋਲ ਤੇ ਕੋਈ ਇੰਨੇ ਸਾਧਨ ਨਹੀਂ ਕਿ ਉਹਦੀ ਸਟੈਂਡਰਡਾਈਜ਼ ਕਰੇ, ਲੈਬੋਰਟਰੀ 'ਚ ਉਹਦੇ ਤੇ ਨੰਬਰ ਲਵਾਵੇ ਤੇ ਉਹਦੇ 'ਚ ਉਹਨੂੰ ਟੈਸਟ ਕਰਵਾਵੇ ਤੇ ਟੈਸਟਿੰਗ ਲੈਬਸ ਹੋਣ ਜਿਹੜੀਆਂ ਕਹਿਣ ਕਿ ਹਾਂ ਇਹ ਬਿਲਕੁਲ ਹਰ ਚੀਜ਼ ਇਹਦੇ 'ਚ ਪੂਰੀ ਹੈ ਜਿਹੜੀ ਬਾਹਰ ਲਿਖੀ ਹੋਈ ਹੈ, ਲੇਬਲਿੰਗ ਕਰੇ। ਇਹ ਚੀਜ਼ਾਂ ਸਰਕਾਰ ਕਰੇ। ਇਹਦੀ ਜਗ੍ਹਾ ਇਹ ਤੇ ਕਾਰਪੋਰੇਟ ਖੇਤੀ ਨੂੰ ਬਣਾਉਣ ਲਈ, ਜੋ ਅਮਰੀਕਾ ਦੀ ਖੇਤੀ ਹੈ ਉਹਦੇ ਵਰਗੀ ਖੇਤੀ ਬਣਾਉਣਾ ਚਾਹੁੰਦੇ ਇੱਥੇ, ਤੇ ਅਮਰੀਕਾ ਇਹਦੇ ਤਾਂ ਬਣ ਗਈ, ਉਹਨਾਂ ਦੇ ਬੰਦੇ ਥੋੜੇ ਸੀ, ਵੇਲੇ ਸਿਰ ਬਣ ਗਈ ਤੇ ਔਰ ਉਹਨਾਂ ਦਾ ਸਾਡੇ ਨੂੰ ਏਰੀਆ ਵੀ ਬਹੁਤ ਜ਼ਿਆਦਾ ਆ, ਬੰਦੇ ਵੀ ਖੇਤੀ 'ਚ ਸਿਰਫ 1.5% ਆ, ਸਾਡੇ ਤੇ ਬੰਦੇ ਹੀ 66-65% ਹੈਗੇ ਆ, ਕਿੱਥੇ ਸੁੱਟੋਗੇ ਇਹਨਾਂ ਨੂੰ ਉੱਥੇ ਇੱਥੇ ਕਾਰਪੋਰੇਟ ਖੜੇ ਕਰਕੇ। ਇਹ ਤੇ ਬਹੁਤ ਹੀ ਜੀਨੋਸਾਈਡ ਜਿਹਨੂੰ ਕਹਿੰਦੇ ਆ ਨਾ, ਜਾਨੀ ਮਾਨਵਤਾ ਦਾ ਘਾਣ ਕਰਨ ਦਾ, ਮਨੁੱਖੀ ਦਾ ਘਾਣ, ਮਨੁੱਖਾਂ ਨੂੰ ਖਤਮ ਕਰਨ ਦਾ ਸਾਡੇ ਦੇਸ਼ ਚੋਂ ਵੱਡੇ ਪੱਧਰ ਤੇ ਇੱਕ ਪਲਾਨ ਬਣ ਚੁੱਕਾ। ਇਹ ਇੰਨਾ ਘਾਤਕ ਤੇ ਇੰਨਾ ਖਤਰਨਾਕ ਹੈਗਾ। ਤੇ ਇਸ ਲਈ ਤੁਸੀਂ ਜਿਹੜਾ ਕੋਆਪਰੇਟਿਵਸ ਦੀ ਗੱਲ ਕੀਤੀ ਆ, ਉਹ ਇੱਕ ਬਹੁਤ ਵੱਡਾ ਇਸ ਚੋਂ ਨਿਕਲਣ ਲਈ ਇੱਕ ਅਲਟਰਨੇਟਿਵ ਹੈਗਾ ਔਰ ਬੜਾ ਵਾਇਬਲ ਅਲਟਰਨੇਟਿਵ ਹੈਗਾ, ਤਾਂ ਕਿ ਜਿਹੜੇ ਛੋਟੇ ਛੋਟੇ ਕਿਸਾਨ ਹੈ ਉਹ ਇੱਕ ਕਲੈਕਟਿਵ ਬਣਿਆ ਹੋਊਗਾ, ਉਹਨਾਂ ਦਾ ਬਕਾਇਦਾ ਇੱਕ ਆਪਣਾ ਲੇਬਲ ਬਣ ਸਕਦਾ, ਉਹ ਲੇਬਲ ਉਸ ਕੋਆਪਰੇਟਿਵ ਵੱਲੋਂ ਲੱਗ ਕੇ ਵਿਦੇਸ਼ਾਂ 'ਚ ਜਾਵੇ, ਉਹਨਾਂ ਦੀ ਕੰਪਨੀ ਦੀ ਮਸ਼ਹੂਰੀ ਵੀ ਹੋਊਗੀ, ਉਸ ਬ੍ਰਾਂਡ ਦੀ ਵੀ ਮਸ਼ਹੂਰੀ ਹੋਊਗੀ ਕਿ ਇਸ ਬ੍ਰਾਂਡ ਦਾ, ਤੇ ਉਹਨਾਂ 'ਚ ਆਪਸ ਵਿੱਚ ਇੱਕ ਕੰਪੀਟੀਸ਼ਨ ਵੀ ਹੋਊਗਾ, ਜਿਹੜਾ ਇਹ ਕੰਪੀਟੀਸ਼ਨ ਦੀ ਬਾਰ-ਬਾਰ ਕਾਨੂੰਨ ਲਿਆ ਕੇ ਗੱਲ ਕਰ ਰਹੇ। ਹਾਂਜੀ ਡਾਕਟਰ ਸਾਹਿਬ, ਇੱਕ ਬੜਾ ਜ਼ਰੂਰੀ, ਜਿਵੇਂ ਤੁਸੀਂ ਮੀਡੀਆ ਦੇ ਵਿੱਚ ਬੜੀ ਸਰਗਰਮ ਭੂਮਿਕਾ ਨਿਭਾਉਂਦੇ ਹੋ, ਜਿੱਦਾਂ ਰਾਜਨੀਤਿਕ ਪੱਧਰ ਤੇ ਜਿਹੜੀਆਂ ਖਬਰਾਂ ਆਉਂਦੀਆਂ ਉਹਦੇ ਵੀ ਚੰਗੀ ਪਕੜ ਰੱਖਦੇ ਹੋ, ਇੱਕ ਸਵਾਲ ਹੈ ਕਿ ਜਿੱਦਾਂ ਤੀਜੇ ਚੌਥੇ ਦਿਨ ਕਿਸੇ ਨਾ ਕਿਸੇ ਮੰਤਰੀ ਦੀ ਜਾਂ ਕਿਸੇ ਬੰਦੇ ਦੀ ਸਟੇਟਮੈਂਟ ਆ ਜਾਂਦੀ ਹੈ ਕਿ ਇਹ ਤਾਂ ਖਾਲਿਸਤਾਨੀ ਨੇ, ਇਹ ਤਾਂ ਮਾਓਵਾਦੀ ਨੇ, ਇਹਨਾਂ ਦੀ ਸੋਚ ਅਲੱਗਵਾਦੀ ਹੈ, ਸੋ ਇਦਾਂ ਦੀਆਂ ਜਿਹੜੀਆਂ ਸੋਚਾਂ ਨੇ, ਇਹਨਾਂ ਨੂੰ ਕੀ, ਇਹਨਾਂ ਦੀ ਮਨਸ਼ਾ ਜਿਹੜੀ ਹੋ ਸਕਦੀ ਹੈ ਇਹਦੇ ਪਿੱਛੇ? ਦੇਖੋ, ਕੋਈ ਵਿਚਾਰ, ਕੋਈ ਸਪਨਾ ਲੈਣਾ, ਤੇ ਇੱਥੇ ਮੈਂ ਦੋ ਮੂਵਮੈਂਟਾਂ ਵੱਡੀਆਂ ਦੇਖੀਆਂ ਆ ਇਹੋ ਜਿਹੀਆਂ ਜਿਹੜੀਆਂ ਦਬੰਗੀ ਵਾਲੀਆਂ। ਇੱਕ ਨਕਸਲਾਈਟ ਮੂਵਮੈਂਟ ਸਾਡੇ ਵੇਲੇ ਸੀਗੀ, ਸਨ 67-68 'ਚ ਚੱਲੀ, ਉਦੋਂ ਗ੍ਰੀਨ ਰੈਵੋਲੂਸ਼ਨ ਚੱਲਿਆ ਤੇ ਮਿਡ 70s ਤੱਕ ਆ ਕੇ ਕਾਫੀ ਪੰਜਾਬ 'ਚੋਂ ਵੀਕ ਪੈ ਗਈ ਸੀਗੀ। ਉਦੋਂ ਬਾਅਦ ਤੁਸੀਂ ਜਿਹੜੀ ਦੂਸਰੀ ਮਿਲੀਟੈਂਟ ਮੂਵਮੈਂਟ ਖਾੜਕੂਵਾਦ ਦੀ, ਸਿੱਖ ਖਾੜਕੂਵਾਦ ਦੀ ਮੂਵਮੈਂਟ ਵੀ ਅਸੀਂ ਦੇਖੀ ਹੈਗੀ। ਉਸੇ ਦਾ ਵੀ ਕੋਈ ਸੁਪਨਾ ਲੈਣਾ ਕਿ ਸਾਡਾ ਕੋਈ ਪੰਜਾਬ ਦਾ ਅਲੱਗ ਰਾਜ ਹੋਵੇ, ਜਾਂ ਕਰਨਾਟਕਾ ਵਾਲਿਆਂ ਦਾ, ਤੁਹਾਨੂੰ ਪਤਾ ਕਰਨਾਟਕਾ ਦਾ ਆਪਣਾ ਇੱਕ ਝੰਡਾ ਵੀ ਹੈਗਾ ਸਟੇਟ ਦਾ, ਜਿਵੇਂ ਕਸ਼ਮੀਰ ਦਾ ਹਮੇਸ਼ਾ ਆਪਣਾ ਝੰਡਾ ਹੁੰਦਾ ਸੀ। ਜੇ ਕੋਈ ਸਾਡੇ ਕਹਿਣਗੇ ਸਾਡਾ ਵੀ ਕਲਚਰਲ ਝੰਡਾ ਇੱਕ ਆਪਣਾ ਹੋਣਾ ਚਾਹੀਦਾ, ਜਿੱਥੇ ਸਾਨੂੰ ਪੰਜਾਬੀਅਤ ਦਾ ਲੱਗੇ, ਨਾਲ ਹੀ ਤਿਰੰਗਾ ਵੀ ਹੋਵੇ, ਤਿਰੰਗੇ ਤੋਂ ਭਾਵੇਂ 2 ਇੰਚ ਉੱਚਾ ਲਾ ਦਿਓ, ਕੋਈ ਹਰਜ ਨਹੀਂ ਹੈ, ਪਰ ਉਹ ਵੀ ਇੱਕ ਝੰਡਾ, ਸਾਨੂੰ ਮਾਣ ਮਹਿਸੂਸ ਹੋਊਗਾ, ਇਹ ਪੰਜਾਬੀਆਂ ਦੇ ਇਤਿਹਾਸ ਦਾ, ਸੱਭਿਆਚਾਰ ਦਾ ਇੱਕ ਸਿੰਬਲ ਹੈਗਾ, ਹੈ ਨਾ। ਇਹਦੇ 'ਚ ਕੋਈ ਬਗਾਵਤ ਨਹੀਂ ਹੈ, ਇਹ ਤੇ ਜਿਹੜੀ ਦੇਸ਼ ਦੀ ਵਿਭਿੰਨਤਾ ਹੈਗੀ ਆ, ਅਲੱਗ-ਅਲੱਗ ਸੱਭਿਆਚਾਰ, ਬੋਲੀਆਂ, ਕਲਚਰ, ਉਹਦੀ ਸੈਲੀਬ੍ਰੇਸ਼ਨ ਹੈ। ਹਾਂ, ਕੌਣ ਬੰਦੇ ਵਿਰੋਧਤਾ ਕਰਨਗੇ ਇਹੋ ਜਿਹੀਆਂ ਗੱਲਾਂ ਦੇ, ਜਿਨ੍ਹਾਂ ਨੂੰ ਇੱਕ ਭਾਸ਼ਾ ਚਾਹੀਦੀ ਆ, ਇੱਕ ਸੰਵਿਧਾਨ, ਇੱਕ ਕਾਨੂੰਨ, ਇੱਕ ਦੇਸ਼, ਸਾਰਾ ਕੁਝ ਇੱਕ ਚਾਹੀਦਾ ਹੈ, ਜਾਂ ਇੱਕੋ ਟਾਈਮ ਇਲੈਕਸ਼ਨਾਂ ਕਰਨੀਆਂ। ਇਹ ਨਵਾਂ ਜਾਨੀ ਸੋਚੇ ਛੱਡੇ ਹੋਏ ਕਿ ਸਾਰੇ ਦੇਸ਼ ਦੀਆਂ ਇਲੈਕਸ਼ਨਾਂ ਪੰਚਾਇਤਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਇਕੱਠੀਆਂ ਹੀ ਕਰਨੀਆਂ। ਕਿਹੜਾ ਕੰਮ ਹੋਊਗਾ, ਕਿੱਦਾਂ ਆਊਗਾ? ਇਹ ਕੁਛ ਨਹੀਂ। ਮਤਲਬ ਇਹ ਇੱਕ ਵਾਲਾ ਜਿਹੜਾ ਨਾ ਸੋਚ, ਉਹ ਮਨ ਨੂੰ ਕੋਡ ਲੱਗਾ ਹੋਇਆ, ਔਰ ਉਹ ਬਹੁਤ ਹੀ ਤਾਨਾਸ਼ਾਹੀ ਵਾਲੀ ਸੋਚ ਆ, ਉਹਦੇ ਚੋਂ ਬਾਹਰ ਆਉਣਾ ਚਾਹੀਦਾ। ਸਾਡਾ ਵਿਭਿੰਨਤਾ ਦੀ ਸੈਲੀਬ੍ਰੇਸ਼ਨ ਔਰ
ਜਿਹੜੇ ਗਰਾਊਂਡ ਤੇ ਬੈਠੇ ਲੋਕ ਆ ਉਹਨਾਂ ਦੀ ਇੰਡੀਵਿਜੂਅਲ ਰਾਈਟਸ ਦੀ ਇੱਜ਼ਤ ਕਰਦੇ ਹੋਏ ਸਾਨੂੰ ਤੇ ਅਸਲ ਮਾਨਿਆ ਚ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ, ਫੈਡਰਲ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਆ, ਜਿਹੜਾ ਇਸ ਵੇਲੇ ਬਹੁਤ ਦਬਾਅ 'ਚ ਆ। ਤੇ ਇਹ ਦੋਸ਼ ਲਾਈ ਜਾਣੇ ਕਿਸੇ ਵੀ ਮੂਵਮੈਂਟ ਤੇ ਕਿ ਫਲਾਨਾ ਖਾਲਿਸਤਾਨੀ ਆ ਫਲਾਨਾ, ਇਹ ਕਿਸੇ ਬੰਦੇ ਨੇ 4 ਬੰਦੇ ਚਲੇ ਜਾਂਦੇ ਆ, ਕਿਤੇ ਕੋਈ ਨਾਰਾ ਵੀ ਲਾਤਾ ਹੋਊ। ਇੱਥੇ ਪੰਜਾਬ 'ਚ ਨਾਰੇ ਬਥੇਰੇ ਲੱਗੀ ਜਾਂਦੇ, ਪਹਿਲਾਂ ਵੀ ਲੱਗ ਜਾਂਦੇ ਆ, ਅਕਾਲੀ ਲੈ ਕੇ रहेंगे, टीवी ਦੇ ਕਹਿ ਦਿੰਦੇ, ਮੇਰੇ ਸਾਹਮਣੇ ਕਈ ਕਿੰਨੇ ਬੁਲਾਰੇ ਕਹਿ ਦਿੰਦੇ ਆ ਲੈ ਕੇ रहेंगे, ਲੈ ਕੇ ਰਵਾਂਗੇ ਖਾਲਿਸਤਾਨ, ਟੀਵੀ ਤੇ ਕਹਿ ਜਾਂਦੇ। ਇਹਦੇ ਚ ਕੋਈ ਇੱਕ ਸੁਪਰੀਮ ਕੋਰਟ ਨੇ ਵੀ ਰੂਲਿੰਗ ਦਿੱਤੀ ਸੀਗੀ ਕਿ ਜੇ ਕੋਈ ਆਪਣੇ ਇਹੋ ਜਿਹੇ ਵਿਚਾਰ ਰੱਖਦਾ ਜਾਂ ਕੋਈ ਭਾਸ਼ਣ ਦੇ ਜਾਂਦਾ ਜਾਂ ਕੋਈ ਨਾਰੇ ਲਾ ਜਾਂਦਾ, ਉਹ ਬਗਾਵਤ ਨਹੀਂ ਆ, ਉਹਦੇ ਤੇ UAPA ਨਾ ਲਾ ਦਿਓ। ਇਹ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹ ਵਾਕਿਆ ਹੀ ਉਸ ਵਿਚਾਰ ਤੇ ਫੌਜ ਨਹੀਂ ਇਕੱਠੀ ਕਰਦਾ, ਹਥਿਆਰ ਨਹੀਂ ਇਕੱਠੀ ਕਰਦਾ, ਤੇ ਕੋਈ ਇਨਸਟਰਕਸ਼ਨ ਲਈ ਐਕਚੁਅਲ ਧਰਾਤਲ ਤੇ ਤਿਆਰੀ ਨਹੀਂ ਕਰਦਾ। ਹੁਣ ਜੇ ਕਿਤੇ ਇਹੋ ਜਿਹੀ ਗੱਲ ਐਡੇ ਵੱਡੇ ਮੁਹਿੰਮ ਦੇ ਵਿੱਚ ਤੁਸੀਂ ਕੱਲੇ ਬੰਦੇ ਨੂੰ ਥੋੜੀ ਆਪਣੇ ਕੰਟਰੋਲ 'ਚ ਰੱਖ ਸਕਦੇ ਹੋ। ਜੇ ਕਿਤੇ ਹੋਇਆ ਵੀ ਹੈ ਤੇ ਕਿਹੜੀ ਹਾਲ ਦਵਾਈ ਹੋ ਗਈ ਹੈ, ਕਿਹੜੀ ਨਵੀਂ ਗੱਲ ਹੋ ਗਈ ਹੈ। ਇਸ ਲਈ ਇਹਦਾ ਜ਼ਿਆਦੀ ਮਨਸ਼ਾ ਇਹ ਹੈ ਕਿ ਇਸ ਨੂੰ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਖਾਲਿਸਤਾਨ ਦਾ ਨਾਂ ਦੇ ਕੇ ਇਹਨਾਂ ਨੂੰ ਬਾਕੀ ਮੂਵਮੈਂਟ 'ਚੋਂ ਅਲੱਗ ਥਲੱਗ ਕਰਕੇ ਇੱਥੇ ਕੁੱਟਿਆ ਜਾਏ, ਫਿਰ ਇਹਨਾਂ ਨੂੰ ਮਤਲਬ ਵੀਕ ਕੀਤਾ ਜਾਏ, ਪਹਿਲਾਂ ਇਹਨਾਂ ਨੂੰ ਅਲੱਗ ਥਲੱਗ ਕੀਤਾ ਜਾਏ ਤੇ ਫਿਰ ਇਹਨਾਂ ਨੂੰ ਦਬਾ ਦੇ ਥੱਲੇ ਕਿਸੇ ਦੇ ਕੇਸ ਜੇਲਾਂ ਜੋ ਵੀ ਹੈ ਫਿਰ ਇਹਨਾਂ ਨੂੰ ਖਦੇੜਿਆ ਜਾਏ। ਇਸ ਕਿਸਮ ਦਾ ਹੈ ਇਹਦਾ ਅਸਲੀ ਮਨਸ਼ਾ ਤੇ ਇਹ ਹੈ। ਬਾਕੀ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਥੇ ਕਿਸੇ ਵੀ ਕਿਸਮ ਦੀ ਕੋਈ ਇਹੋ ਜਿਹੀ ਤਿਆਰੀ ਹੋਈ ਆ ਕਿ ਜਿਹੜੀ ਤੁਸੀਂ ਜਿੰਨੇ ਸਾਨੂੰ ਪਹਿਲਾਂ ਸੂਬਿਆਂ ਨੂੰ ਅਧਿਕਾਰ ਮਿਲਿਆ, ਕਸ਼ਮੀਰ ਨੂੰ ਜਿਹੜੇ ਅਧਿਕਾਰ ਸੀ ਉਹ ਵੀ ਖੋਲੇ, ਪੰਜਾਬ ਜਾਂ ਸੂਬੇ ਜਿਹੜੇ ਵੱਧ ਅਧਿਕਾਰ ਦਿੱਤੇ ਆ, ਖੇਤੀ ਦੇ ਬਿੱਲਾਂ ਦਾ ਹੀ ਲੈ ਲਓ ਜਿਹਦੇ ਤੇ ਅੱਜ ਅਸੀਂ ਸਾਰਾ ਲੈਕਚਰ ਕੀਤਾ, ਇਹ ਹੈ ਹੀ ਅਧਿਕਾਰ ਖੇਤਰ ਸੂਬਿਆਂ ਦਾ। ਤੇ ਤੁਸੀਂ ਤੇ ਯੂਨਿਟਰੀ ਸਿਸਟਮ ਬਣਾਉਂਦੇ ਜਾ ਰਹੇ ਆ, ਕੇਂਦਰੀਕਰਨ ਕਰੀ ਜਾਂਦੇ ਹਰ ਗੱਲ ਦਾ। ਇਹ ਠੀਕ ਨਹੀਂ ਹੈਗਾ। ਜੇ ਤੁਸੀਂ ਇਸ ਤਰ੍ਹਾਂ ਕਰਦੇ ਰਹੋਗੇ ਤਾਂ ਫਿਰ ਇਹੋ ਜਿਹੀਆਂ ਆਵਾਜ਼ਾਂ ਜਿਹਨੂੰ ਇਹ ਖਾਲਿਸਤਾਨ ਕਹਿੰਦੇ ਆ, ਉਸ ਲਈ ਇਹ ਹੋਰ ਆਧਾਰ ਬਣਾਈ ਜਾਣਗੇ। ਹਾਂਜੀ ਸਰ, ਇੱਕ ਜਿਹੜਾ ਸਵਾਲ ਮੀਡੀਆ ਦਾ ਵੀ ਆ ਰਿਹਾ ਕਿ ਮੀਡੀਆ, ਕੋਈ ਕਹਿੰਦਾ ਗੋਦੀ ਮੀਡੀਆ ਹੈ, ਕੋਈ ਕਹਿੰਦਾ ਇਹ ਮੀਡੀਆ ਚੰਗਾ ਹੈ, ਵੀ ਮੀਡੀਆ ਦੀ ਭੂਮਿਕਾ ਦਾ ਵੀ ਬੜਾ ਸਵਾਲ ਹੈ। ਤੇ ਇਹਦੇ ਵਿੱਚ ਹੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਿੱਦਾਂ ਤੁਸੀਂ ਵੀ ਸਿੱਖਿਆ ਸੰਸਥਾਨ ਦੇ ਨਾਲ ਜੁੜੇ ਰਹੇ ਹੋ, ਜਿੱਦਾਂ ਅਸੀਂ ਇੱਕ ਵੈਬੀਨਾਰ ਦੇ ਦੌਰ ਤੇ ਸ਼ੁਰੂ ਕੀਤਾ ਵੀ ਹੋਰ ਅਸੀਂ ਕਿੱਦਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ। ਕਈ ਜਿਹੜੇ ਆ ਉਹ ਦਿੱਲੀ ਨਹੀਂ ਜਾ ਸਕਦੇ ਜਾਂ ਉਹਨਾਂ ਦੀ ਉੱਥੇ ਤੱਕ ਪਹੁੰਚ ਨਹੀਂ ਹੈ ਜਾਂ ਪੋਸੀਬਲ ਨਹੀਂ, ਘਰ ਬੈਠੇ ਆਪਾਂ ਕੀ ਕਰ ਸਕਦੇ ਹਾਂ ਕਿ ਇਹਦੇ ਵਿੱਚ ਸਾਡਾ ਕੁਝ ਨਾ ਕੁਝ ਯੋਗਦਾਨ, ਜਿੱਦਾਂ ਕਿ ਸਿੱਖਿਆ ਸੰਸਥਾਨਾਂ ਨਾਲ ਜੁੜੇ ਨੇ ਜਾਂ ਬੁੱਧੀਜੀਵੀ ਵਰਗ ਹੈ ਜਿਹੜਾ ਨਿਰਲੇਪ ਹੈ ਅਜੇ ਤੱਕ ਪੂਰੀ ਤਰ੍ਹਾਂ ਸ਼ਾਮਲ ਨਹੀਂ ਹੋ ਸਕਿਆ, ਉਹਨਾਂ ਨੂੰ ਕੀ ਕਰਨਾ ਚਾਹੀਦਾ? ਨਹੀਂ, ਮੇਰਾ ਤਾਂ ਖਿਆਲ ਹੈ ਕਿ ਤੁਹਾਡੇ ਸਵਾਲਾਂ 'ਚ ਤਾਂ ਤੁਸੀਂ ਜਵਾਬ ਵੀ ਦਿੱਤਾ ਆ। ਜਿਹੜਾ ਜਿੱਥੇ ਬੈਠਾ ਜੋ ਵੀ ਜਿੰਨਾ ਵੀ ਕਰ ਸਕਦਾ ਉਸ ਨੂੰ ਆਪਣੇ ਤੌਰ ਤੇ ਕੰਟਰੀਬਿਊਸ਼ਨ ਕਰਨੀ ਚਾਹੀਦੀ ਹੈ। ਦੇਖੋ, ਕੁਛ ਪੈਸੇ ਧੇਲੇ ਨਾਲ ਵੀ ਕੰਟਰੀਬਿਊਸ਼ਨ ਕਰ ਰਹੇ ਆ, ਕੁਛ ਵਿਚਾਰਾਂ ਨਾਲ ਕੰਟਰੀਬਿਊਸ਼ਨ ਕਰ ਰਹੇ ਆ, ਕੁਛ ਮੀਡੀਆ ਦੇ ਵਿੱਚ ਜਿਵੇਂ ਅਸੀਂ ਬੈਠੇ ਆ, ਅਸੀਂ ਆਪਣੀ ਲਗਾਤਾਰ ਤੇ ਸ਼ਾਂਤਮਈ ਜ਼ਰੂਰੀ ਹੈ, ਸੰਘਰਸ਼ ਨੂੰ ਇਕੱਠੇ ਰਹਿਣਾ ਜ਼ਰੂਰੀ ਹੈ, ਲੀਡਰਸ਼ਿਪ ਨੂੰ ਮੰਨ ਕੇ ਚੱਲਣਾ ਜ਼ਰੂਰੀ ਹੈ, ਇਹ ਕਾਮਯਾਬੀ ਜ਼ਰੂਰੀ ਹੈ। ਇਸ ਕਿਸਮ ਦੀਆਂ ਅਸੀਂ ਵੀ ਸਾਰੀਆਂ ਗੱਲਾਂ ਲਗਾਤਾਰ ਪਹੁੰਚਾਉਂਦੇ ਆ, ਭਾਵੇਂ ਕੋਈ ਵੀ ਮਾਧਿਅਮ ਹੋਵੇ, ਪ੍ਰਿੰਟ ਹੋਵੇ, ਇਲੈਕਟ੍ਰੋਨਿਕ ਹੋਵੇ। ਸਾਡੇ ਬਾਕੀ ਵੀ ਜਿਹੜੇ ਵੀ ਵੀਰ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਹਰ ਬਹੁਤ ਤਰੀਕੇ ਹੁੰਦੇ ਕੰਟਰੀਬਿਊਸ਼ਨ ਕਰਨ ਦੇ। ਇਹ ਵੀ ਬਹੁਤ ਵੱਡਾ ਤਰੀਕਾ ਹੈ ਕੰਟਰੀਬਿਊਸ਼ਨ ਕਰਨ ਦਾ ਕਿ ਜਿਹੜੇ ਉੱਥੇ ਬੰਦੇ ਲੱਖਾਂ ਦੀ ਗਿਣਤੀ 'ਚ ਜਾ ਕੇ ਬੈਠ ਗਏ ਆ, ਉਹਨਾਂ ਦੇ ਪਿੱਛੇ ਉਹਨਾਂ ਦੇ ਕਾਰੋਬਾਰ ਨੂੰ ਦੇਖਣਾ, ਉਹਨਾਂ ਦੀ ਮਦਦ ਕਰਨੀ। ਜੇ ਕੋਈ ਬਿਮਾਰ ਠਮਾਰ ਹੋ ਜੇ ਉਹਨੂੰ ਹਸਪਤਾਲ ਚਲ ਜਾਣਾ, ਤਾਂ ਹੀ ਤੇ ਇੱਕ ਤੁਹਾਡੀ ਕਲੈਕਟਿਵ ਯੂਨਿਟੀ ਤੇ ਤੁਹਾਡੀ ਕਾਮਯਾਬੀ ਦਾ ਕੋਈ ਰਸਤਾ ਖੁੱਲੂਗਾ ਨਾ। ਇਸ ਨੂੰ ਸਾਨੂੰ ਸਮੁੱਚੇ ਸਮਾਜ ਨੂੰ, ਸਮੁੱਚੀ ਮਾਨਵਤਾ ਨੂੰ, ਮੈਂ ਤੇ ਕਹਿੰਦਾ ਕਿ ਸਮੁੱਚੀ ਕਾਇਨਾਤ ਨੂੰ ਗਲੇ ਲਾ ਕੇ ਚੱਲੋਗੇ ਤੇ ਤੁਸੀਂ ਬਹੁਤ ਮਜ਼ਬੂਤ ਤੇ ਬਹੁਤ ਇੱਕ ਵੱਡੇ ਫਲਸਫੇ ਨੂੰ ਧਰਤੀ ਤੇ ਉਤਾਰ ਕੇ ਚੱਲ ਰਹੇ ਹੋਗੇ। ਉਸ ਨੂੰ ਕੋਈ ਦੁਨੀਆ 'ਚ ਹਰਾ ਨਹੀਂ ਸਕਦਾ, ਕਿਉਂਕਿ ਉਹ ਹਾਰਨ ਔਰ ਜਿੱਤਣ ਦੀ ਪਰਿਭਾਸ਼ਾ 'ਚ ਉਹ ਬਾਹਰ ਆ। ਇਸ ਲਈ ਆਪਾਂ ਜਿੱਥੇ ਵੀ ਬੈਠੇ ਆ, ਜਿਸ ਤਰ੍ਹਾਂ ਵੀ ਕਰ ਸਕਦੇ ਆ, ਪੋਸਟਰ ਉੱਥੇ ਤੁਸੀਂ ਜਾ ਕੇ ਦੇਖੋ, ਉੱਥੇ ਸਾਰਾ ਕੁਝ ਹੋ ਰਿਹਾ। ਕੋਈ ਚਾਹਵਾਂ ਪੜਾ ਰਿਹਾ, ਕੋਈ ਪੋਸਟਰ ਬਣਾ ਰਿਹਾ, ਕਿਸੇ ਨੇ ਟਰਾਲੀ ਟਾਈਮਸ ਕੱਢਦਾ, ਕਿਸੇ ਨੇ ਕੋਈ ਹੋਰ ਵੀ ਮੇਰਾ ਖਿਆਲ ਇੱਕ ਕੱਢਦੇ ਆ, ਕੁਝ ਅਖਬਾਰਾਂ ਕੱਢਦੀਆਂ, ਮੈਗਜ਼ੀਨ ਟਾਈਪ। ਇਸ ਲਈ ਜਿਹੜਾ ਜਿੱਥੇ ਬੈਠਾ ਕੋਈ ਵੀਡੀਓ ਬਣਾ ਕੇ ਭੇਜ ਰਿਹਾ, ਜਿੱਥੇ ਵੀ ਅਸੀਂ ਬੈਠੇ ਆ, ਜਿਸ ਵੀ ਰੂਪ 'ਚ ਬੈਠੇ ਆ, ਜਿਸ ਤਰੀਕੇ ਨਾਲ ਵੀ ਜੋ ਮੇਰੀ ਮਨਸਾ ਆ ਮੇਰੇ ਕੋਲ ਆ ਇਸ ਵੇਲੇ, ਕੀ ਮੈਂ ਕਰ ਸਕਦਾ, ਕੰਟਰੀਬਿਊਟ ਕੀ ਕਰ ਸਕਦਾ, ਉਸ ਨੂੰ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਬੜਾ ਵਧੀਆ ਲੱਗਿਆ। ਤੁਸੀਂ ਬੜਾ ਸਰਲ ਰੂਪ ਦੇ ਵਿੱਚ ਵੀ ਤੇ ਬੜੀਆਂ ਗੁੰਝਲਦਾਰ ਚੀਜ਼ਾਂ ਨੂੰ ਵੀ ਸੌਖਿਆਂ ਕਰਕੇ ਸਮਝਾਇਆ। ਤੇ ਜੇ ਦਰਸ਼ਕਾਂ ਦੇ ਵਿੱਚੋਂ ਜੇ ਕਿਸੇ ਦਾ ਕੋਈ ਸਵਾਲ ਹੋਵੇ ਤੇ ਤੁਸੀਂ ਪੁੱਛ ਸਕਦੇ ਹੋ।
ਮੈਨੂੰ ਲੱਗਦਾ ਕਿ ਬਹੁਤੇ ਜਿਹੜੇ ਸਵਾਲਾਂ ਦੇ ਜਵਾਬ ਤੇ ਮਿਲ ਹੀ ਗਏ ਨੇ, ਇਹਦੇ ਵਿੱਚ ਕਵਰ ਹੋ ਹੀ ਗਏ ਹੋਣਗੇ। ਜੇ ਕੈਂਸਰ ਵੀ ਸਾਡੇ ਨਾਲ ਜੁੜੇ ਨੇ ਉਹ, ਹਾਂਜੀ ਹਾਂਜੀ ਕੈਂਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦਾ ਧੰਨਵਾਦ ਕਰਾਂਗਾ, ਜਿਨ੍ਹਾਂ ਡਿਟੇਲਸ ਦੇ ਨਾਲ ਫਰੋਮ ਹਿਸਟੋਰੀਕਲ ਪੁਆਇੰਟ ਆਫ ਵਿਊ 1700 ਈਸਵੀ ਤੋਂ ਲੈ ਕੇ ਕੀ ਹੁੰਦਾ ਰਿਹਾ ਕਿਸਾਨਾਂ ਦੇ ਨਾਲ, ਔਰ ਕਿਸ ਤਰ੍ਹਾਂ ਇਹ ਮੂਵਮੈਂਟ ਚੱਲੀ ਹੈ, ਔਰ ਇੱਥੋਂ ਤੱਕ ਕਿ ਹੁਣ ਇਹ ਯੂਐਨਓ ਦੇ ਲੈਵਲ ਤੇ ਪਹੁੰਚ ਚੁੱਕੀ ਹੈ। ਔਰ ਜਿਸ ਤਰ੍ਹਾਂ ਇਹਨਾਂ IMF ਦਾ ਰੈਫਰੈਂਸ ਦਿੱਤਾ ਹੈ, ਇਹ ਤੇ ਚਾਹੁੰਦੇ ਇਹੀ ਨੇ ਕਿ ਇਹ ਕਿਸਾਨੀ ਜਿਹੜੇ ਹੈ, ਵੱਡੇ ਕਿਸਾਨ ਜਾਂ ਐਗਰੀਕਲਚਰ ਜਿਹੜੇ ਹੈ, ਇਹ ਵੱਡੇ ਵੱਡੇ ਕੈਪੀਟਲਿਸਟਾਂ ਦੇ ਹੱਥ ਦੇ ਵਿੱਚ ਆ ਜਾਵੇ। ਦੂਸਰਾ, ਮੈਂ ਜਿਵੇਂ ਕੱਲ ਰੈਫਰੈਂਸ ਦਿੱਤੇ ਸੀਗੇ, ਜਿਹੜਾ ਸਵਾਲ ਕੀਤਾ ਸੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕੀ ਹੋਇਆ ਹੈ, ਉਹ ਮੈਂ ਦੁਬਾਰਾ ਕਹਿ ਦਿੰਦਾ, ਸੱਜਣ ਕੁਛ ਇੰਟਰਸਟ ਹੋਣਗੇ। ਅਗਰ ਤੁਸੀਂ ਵੇਖੋ ਜਸਟਿਸ ਮਾਰਕੰਡੇ ਕਾਟਚੂ ਦੇ ਆਪਣੇ ਫੇਸਬੁੱਕ ਤੇ ਉਸਨੇ ਦਿੱਤਾ ਹੋਇਆ, ਤੁਸੀਂ ਪੜ੍ਹ ਕੇ ਵੇਖ ਸਕਦੇ ਹੋ, ਉਹ ਵੇਖੋ। ਇਸੇ ਤਰ੍ਹਾਂ ਕਰਨ ਥਾਪਰ ਨੇ ਇੰਟਰਵਿਊ ਲਿਆ ਹੈ, ਉਹ ਦਾਅਵੇ ਦਾ ਜਿਹੜਾ ਇੱਕ ਵਕੀਲ ਰਿਹਾ ਹੈ ਕਿਸਾਨਾਂ ਦੇ ਬਾਰੇ। ਸੋ ਇਹ ਦੋ ਚੀਜ਼ਾਂ ਨੇ ਜਿਹੜੀਆਂ ਡਿਟੇਲ ਚ ਦੱਸਦੀਆਂ ਨੇ ਕਿ ਕੀ ਹੋਇਆ। ਤੀਸਰਾ ਗੱਲ ਇਹ ਹੈ ਜਿਹੜੀ ਕਿ ਪ੍ਰੋਫੈਸਰ ਸਾਹਿਬ ਨੇ ਅੰਤ ਦੇ ਵਿੱਚ ਕਿਹਾ ਕਿ ਇਸ ਦਾ ਐਂਡ ਕੀ ਹੋਵੇਗਾ। ਪਹਿਲੀ ਗੱਲ ਤੇ ਇਹ ਕਿ ਜਿਵੇਂ ਉਹਨਾਂ ਨੇ ਕਿਹਾ, ਇਸ ਕਿਸਮ ਦੀ ਮੂਵਮੈਂਟ ਨੂੰ ਕੋਈ ਫੇਲ ਨਹੀਂ ਕਰ ਸਕਦਾ। ਇਹ ਤੇ ਵਾਸਤਵ ਦੇ ਵਿੱਚ ਇਸ ਦਾ ਸਕਸੈਸ ਹੋਣਾ ਤੇ ਲਿਖਿਆ ਹੀ ਹੋਇਆ ਹੈ। ਦੂਸਰੀ ਗੱਲ ਇਹ ਹੁਣ ਐਕਚੁਅਲੀ ਜਨ ਅੰਦੋਲਨ ਬਣ ਚੁੱਕਿਆ ਹੈ। ਐਕਚੁਅਲੀ ਇਹ ਨੈਸ਼ਨਲ ਮੂਵਮੈਂਟ ਹੋ ਚੁੱਕੀ ਹੈ। ਤੁਸੀਂ ਵੇਖ ਰਹੇ ਹੋ ਕਿ ਸਾਰੇ ਵਰਗਾਂ ਦੇ ਲੋਕ, ਭਾਵੇਂ ਐਡਵੋਕੇਟ ਨੇ, ਭਾਵੇਂ ਡਾਕਟਰਸ ਨੇ, ਭਾਵੇਂ ਉਹ ਦੂਸਰੇ ਮਜ਼ਦੂਰ ਨੇ, ਸਾਰੇ ਇਸ ਦੇ ਨਾਲ ਜੁੜੇ ਹੋਏ ਨੇ। ਔਰ ਫਿਰ ਇਹ ਐਕਚੁਅਲੀ ਇਹ ਧਰਮ ਯੁੱਧ ਬਣ ਚੁੱਕਿਆ ਹੈ। ਜਿਸ ਕਿਸਮ ਦੇ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਇੱਥੋਂ ਤੱਕ ਕਿ ਸਾਰੇ ਮਤਾਂ ਦੇ ਲੋਕ, ਕ੍ਰਿਸਚੀਅਨਸ ਕੀ, ਮੁਸਲਿਮਸ ਕੀ, ਹਿੰਦੂਸ ਕੀ, ਸਿੱਖ ਕੀ, ਸਾਰੇ ਮਤਾਂ ਦੇ ਲੋਕ ਇਸ ਦੇ ਨਾਲ ਆਪਦੇ ਆਪ ਨੂੰ ਜੁੜਨਾ ਚਾਹੁੰਦੇ ਨੇ, ਕਿਉਂਕਿ ਇਹ ਸਾਰੀ ਜਨਤਾ ਨੂੰ ਇਫੈਕਟ ਕਰ ਰਿਹਾ ਹੈ। ਇਹ ਜਿਹੜੇ ਕਾਨੂੰਨ ਬਣਾਏ ਨੇ, ਇਸ ਦਾ ਅਸਰ ਸਾਰੀ ਜਨਤਾ ਤੇ ਪੈਣ ਵਾਲਾ ਹੈ। ਸੋ ਇਹ ਇੱਕ ਕਿਸਮ ਦਾ ਧਰਮ ਯੁੱਧ ਬਣ ਚੁੱਕਿਆ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜਿੱਥੇ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਕੀਤੀਆਂ ਜਾਂਦੀਆਂ ਨੇ, ਉੱਥੇ ਯੱਗ ਵੀ ਕੀਤੇ ਜਾਂਦੇ ਨੇ। ਉੱਥੇ ਮਸਜਿਦਾਂ ਵਿੱਚ ਵੀ ਇਹਨਾਂ ਦੇ ਇਸਲਾਮ ਦੇ ਹਿਸਾਬ ਦੇ ਨਾਲ ਪ੍ਰੇਅਰਸ ਕੀਤੀ ਜਾਂਦੀਆਂ ਨੇ। ਸੋ ਪ੍ਰੈਕਟੀਕਲੀ ਹਿੰਦੁਸਤਾਨ ਦੇ ਸਾਰੇ ਹੁਣ ਤੇ ਇਹ ਵੀ ਹੋ ਚੁੱਕਿਆ ਹੈ, ਸਾਰੇ ਪ੍ਰਦੇਸ਼ਾਂ ਤੇ ਇਸ ਦੀ ਰਿਪਰੈਜ਼ੈਂਟੇਸ਼ਨ ਹੋ ਰਹੀ ਹੈ। ਭਾਵੇਂ ਦੂਰ ਦੂਰ ਤੋਂ ਲੋਕ ਆ ਨਹੀਂ ਸਕਦੇ ਇਸ ਦੇ ਵਿੱਚ, ਪਰ ਫਿਰ ਵੀ ਉਹਨਾਂ ਦੇ ਕਿਸਾਨਾਂ ਦੇ ਯੂਨੀਅਨਸ ਦੇ ਰਿਪਰੈਜ਼ੈਂਟੇਟਿਵਸ ਆਉਂਦੇ ਨੇ, ਇੱਥੇ ਆ ਕੇ ਬਿਆਨ ਦਿੰਦੇ ਨੇ ਕਿ ਜੀ ਅਸੀਂ ਸਾਰੇ ਇਸ ਨਾਲ ਜੁੜੇ ਹੋਏ ਹਾਂ। ਸੋ ਇਹ ਚੀਜ਼ ਇਹ ਹੈ ਕਿ ਵੇਖਣ ਵਾਲੀ ਕਿ ਇਹ ਸਮਾਂ ਲੱਗੇਗਾ, ਕਿੱਥੋਂ ਤੱਕ ਇਹ ਚੱਲਦੇ ਰਹਿਣਗੇ। ਤੋ ਕਿਸੇ ਨਾ ਕਿਸੇ ਵੇਲੇ ਦਾਤਾ ਇਹਨਾਂ ਨੂੰ ਸਮਤ ਬਖਸ਼ੇ, ਤੇ ਤਾਂ ਕਿ ਸਾਡੇ ਜਿਹੜੇ ਉੱਥੇ ਬਜ਼ੁਰਗ ਮਾਤਾ ਪਿਤਾ ਬਾਬੇ ਦਾਦੇ ਬੈਠੇ ਹੋਣ, ਦਾਦੀਆਂ ਬੈਠੀਆਂ ਹੋਈਆਂ ਨੇ, ਉਹਨਾਂ ਨੂੰ ਰਾਹਤ ਮਿਲੇ ਤੇ ਦਾਤਾ ਮਿਹਰ ਕਰੇ ਕਿ ਛੇਤੀ ਇਹ ਸਮਾਪਤੀ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੈਂਸਰ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਤੋ ਜਿਵੇਂ ਕਿ ਡਾਕਟਰ ਸਾਹਿਬ ਨੇ ਅੱਜ ਦਾ ਜਿਹੜਾ ਟੌਪਿਕ ਹੈ ਕਲੀਅਰ ਕਰ ਦਿੱਤਾ ਹੈ, ਕੋਈ ਮੇਰੇ ਨਾਲ ਡਾਊਟ ਨਹੀਂ ਹੈ। ਪਰ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਇਹ ਜਿਹੜੀ ਵੈਬੀਨਾਰ ਸੀਰੀਜ਼ ਇੱਕ ਤਾਂ ਇਹਨੂੰ YouTube ਤੇ ਅਪਲੋਡ ਕਰ ਦਿੰਨੇ ਆ, ਅਸੀਂ ਉਹਦਾ ਵੀ ਜਿਹੜਾ ਪ੍ਰਚਾਰ ਕਰਾਂਗੇ। ਇਸ ਤੋਂ ਇਲਾਵਾ ਇਹਨੂੰ ਇੱਕ ਰਿਟਨ ਫਾਰਮ ਦੇ ਵਿੱਚ ਲਿਆ ਕੇ, ਕਿਤਾਬ ਦੀ ਸ਼ੇਪ ਦੇ ਵਿੱਚ ਲਿਆ ਕੇ ਅਸੀਂ ਜਿਹੜਾ ਆ ਫ੍ਰੀ ਡਿਸਟ੍ਰੀਬਿਊਟ ਕਰਨ ਦਾ ਸੋਚ ਰਹੇ ਆ। ਤੋ ਮੈਨੂੰ ਲੱਗਦਾ ਹੈ ਕਿ ਅਸੀਂ ਉਹਦੇ ਬਹੁਤ ਲਾਗੇ ਪਹੁੰਚ ਚੁੱਕੇ ਹਾਂ। ਤੇ ਡਾਕਟਰ ਸਾਹਿਬ ਦਾ ਬੜਾ ਧੰਨਵਾਦ ਹੈ ਕਿ ਉਹਨਾਂ ਨੇ ਆਪਣੇ ਇੰਨੇ ਬਿਜ਼ੀ ਸ਼ਡਿਊਲ ਚੋਂ ਇੱਥੇ ਸਾਡੇ ਲਈ ਟਾਈਮ ਕੱਢਿਆ, ਤੇ ਬੜਾ ਤਹਿ ਦਿਲੋਂ ਧੰਨਵਾਦ।